ਸਵਾਗਤ ਹਾਜ਼ਰੀਆਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਅਸੀਂ ਆਪਣੇ ਸਮੇਂ ਤੇ ਆ ਜਾਂਦੇ ਹਾਂ। ਤੁਹਾਡੇ ਸ਼ਹਿਰ ਤੁਹਾਡੇ ਦੇਸ਼ ਦੇ ਵਿੱਚ ਇਹਦਾ ਸਮਾਂ ਵੱਖ-ਵੱਖ ਹੋ ਸਕਦਾ ਕਿਉਂਕਿ ਜਿਹੜੀ ਸੂਰਜ ਵਾਲੀ ਟਿੱਕੀ ਹੈ ਉਹਦੇ ਦੁਆਲੇ ਧਰਤੀ ਦੇ ਚੱਕਰ ਲਾਉਂਦਿਆਂ ਕਈ ਸਮੇਂ ਬਦਲਦੇ ਆ, ਪਰ ਉਹਨਾਂ ਸਮਿਆਂ ਦੇ ਹਿਸਾਬ ਨਾਲ ਇੰਨਾ ਕੁ ਜ਼ਰੂਰ ਵਾਧਾ ਵੀ ਜਿਹੜੇ ਮੁਲਕ 'ਚ ਜਿੰਨੇ ਵਜੇ ਆਉਣੇ ਉਨੇ ਵਜੇ ਆਈਦਾ। ਸੋ ਅਸੀਂ ਹਾਜ਼ਰ ਹਾਂ ਜੀ। ਸੋ ਬਾਕੀ ਅੱਜ ਵੀ ਖਬਰਾਂ ਦੇ ਬਾਰੇ 'ਚ ਗੱਲਾਂ ਬਾਤਾਂ ਕਰਾਂਗੇ, ਇੱਧਰ ਉੱਧਰ ਦੀਆਂ ਵਿਚਾਰਾਂ ਵੀ ਹੋਣਗੀਆਂ ਤੇ ਵੀਰ ਬਾਤ ਵੀ ਆ ਗਈ। ਹੋਰ ਬਾਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਸਿਹਤਾਂ ਕਿੱਦਾਂ? ਸਿਹਤਾਂ ਮਹਾਰਾਜ ਤੁਹਾਡੇ ਨਾਲ ਜਿਹੜੇ ਬੰਦਾ ਰਵੇ ਕੁਛ ਤੁਸੀਂ ਖਾਣ ਪੀਣ ਨੂੰ ਵੀ ਠੀਕ, ਮੋਢੇ ਠੀਕ ਹੈ ਨਾ? ਮੋਢੇ ਠੀਕ ਹੈ ਮਹਾਰਾਜ। ਐਵੇਂ ਬਸ ਗੱਲ ਥੋੜੇ ਦਿਨਾਂ ਤੱਕ ਬਣਾ ਦੇਣਾ ਭਲਵਾਨ ਆ ਬੰਦਾ ਨੂੰ। ਨਹੀਂ ਨਹੀਂ ਕੋਈ ਗੱਲ ਹੀ ਨਹੀਂ। ਜਦ ਮੈਂ ਤੁਹਾਨੂੰ 20 ਵਾਰੀ ਕਹਿੰਦਾ ਨਾ ਪੱਠਿਆਂ ਦੀ ਪੰਡ ਚਗਾ ਕੇ ਸਿਰ ਤੇ ਰਖਾ ਦੇ, ਹਾਥੀ ਪਵਾਉਣਾ ਹੀ ਉਹ ਵੀ ਜਿਵੇਂ ਗੋਡੇ ਲਾ ਕੇ ਭਰਾ ਦੇ ਹੁੰਦੇ ਆ ਚੱਕਣੀ ਤਾਂ ਗੱਲ। ਨਹੀਂ ਉਹ ਪੱਠਿਆਂ ਤੋਂ ਤਾਂ ਹੁਣ ਤੁਸੀਂ ਬਚ ਗਏ। ਉਹਦਾ ਐਵੇਂ ਤੁਸੀਂ ਸ਼ੌਕ ਨਾਲ ਕਿਸੇ ਵੇਲੇ ਇੱਧਰ ਘਾਹ ਘੂ ਕੱਟ ਲੈਂਦੇ ਆ, ਉਹਦਾ ਐਵੇਂ ਰੌਣਕ ਮੇਲਾ ਹੁੰਦਾ। ਅੱਛਾ ਗੱਲ ਇਹ ਆ WhatsApp ਵੀ ਚਲੋ ਪੱਠਿਆਂ ਪੁੱਠਿਆਂ ਦੀ ਗੱਲ ਕਰੀਏ ਤੇ ਹੁਣ ਤੇ ਮੇਰੇ ਖਿਆਲ ਨਾਲ ਵੀ ਮੱਝ ਨੂੰ ਟਾਈਮ ਨਾਲ ਪੱਠੇ ਵੀ ਪੈਣਗੇ ਕਿਉਂਕਿ ਸਾਲ ਕੁ ਵੈਸੇ ਤੇ ਕੋਸ਼ਿਸ਼ ਕੀਤੀ ਵੀ ਨਾ ਲੇਟ ਹੋਣ, ਪਰ ਜਦੋਂ ਬੰਦੇ ਉੱਧਰ ਵੀ ਫਸੇ ਸੀ ਕਿਸੇ ਵੇਲੇ ਵੇਲਾ ਹੋ ਸਕਦਾ ਕੋਈ ਮਾੜਾ ਮੋੜ ਕੋਈ ਲੰਗੇ ਨੰਗ ਮਿਲਦੀ ਜਿਹੜੀ ਮੱਝ ਸੀਗੀ ਉਹ ਮਿਲਣੋਂ ਹਟ ਗਈ, ਕੋਈ ਜਿਹੜੀ ਬਾਹਲੀ ਤੋਕੜ ਜੀ ਸੀਗੀ ਉਹ ਦੁੱਧ ਘਟਾ ਗਈ ਤੇ ਜਿਹੜੀ ਕੋਈ ਨਵੀਂ ਸੱਜਰ ਸੂਈ ਲਿਆਉਣ ਵਾਲੀ ਸੀਗੀ ਉਹਦੀ ਵੀ ਬਹੁਤੀ ਸੇਵਾ ਨਹੀਂ ਹੋਈ ਤੇ ਕਹਿੰਦੇ ਵੀ ਥੋੜਾ ਨਾ ਹੁਣ ਪੁੜਿਆਂ ਤੋਂ ਮਾਸ ਢਲ ਗਿਆ। ਮੈਨੂੰ ਲੱਗਦਾ ਵੀ ਹੁਣ ਮੱਝਾਂ ਮੁੱਝਾਂ ਰੱਜਣਗੀਆਂ ਕਿਉਂਕਿ ਬੰਦੇ ਆ ਗਏ ਵਾਪਸ। ਨਹੀਂ ਮੱਝਾਂ ਰੱਜਣਗੀਆਂ ਜੀ, ਸਾਰਾ ਕੁਛ ਹੋਊਗਾ ਤੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਜਿਹੜੇ ਕਿਸਾਨ ਮੋਰਚੇ 'ਚੋਂ ਵਾਪਸ ਮੁੜੇ ਆ, ਤੁਹਾਡੇ ਮਗਰੋਂ ਬੀਬੀਆਂ ਨੇ ਨਿਆਣਿਆਂ ਨੇ ਪੱਠੇ ਲਿਆਂਦੇ, ਖੁਰਲੀਆਂ 'ਚ ਪਾਏ, ਬੰਨੇ ਬੰਨੇ ਵੱਢੇ, ਸਾਰਾ ਕੁਛ ਕੀਤਾ, ਪਾਣੀ ਲਾਇਆ, ਉਹਨਾਂ ਦੇ ਹੁਣ ਗਲ ਨਹੀਂ ਪੈਣਾ। ਕਹਿ ਰਹੇ ਹੁੰਦਾ ਦੇਖਿਆ ਕਿਤੇ ਇਹਨੂੰ ਨਲਾਉਣਾ ਹੀ ਚੰਗੀ ਤਰ੍ਹਾਂ, ਇਹਦੀ ਪੂਛ ਨੂੰ ਗੋਹਾ ਲੱਗਾ ਸੁੱਕਾ ਪਤਾ ਨਹੀਂ ਕਿੰਨੇ ਮਹੀਨਿਆਂ ਦਾ, ਚੰਗੀ ਤਰ੍ਹਾਂ ਹੱਥ ਮਾਰੀ ਜਾਂਦਾ, ਕੂਚੀ ਫੇਰੀ ਦੀ ਹੁੰਦੀ ਮੱਝ ਦੇ ਉੱਤੇ ਗਾਈ ਦੇ ਉੱਤੇ। ਉਹਨਾਂ ਤੋਂ ਜਿੰਨਾ ਹੋ ਸਕਿਆ ਸੀ ਉਹਨਾਂ ਕੀਤਾ। ਫਿਰ ਖੇਤ ਜਾਣਾ ਹੀ, ਖੇਤ ਜਾ ਕੇ ਜਿਹੜਾ ਬੰਦਾ ਕੰਮ ਵਾਲਾ ਨਾਲ ਰੱਖਿਆ ਸੀ, ਮਿਹਨਤ ਕਸ਼ ਕਿਰਤੀ ਬੰਦਾ ਮਜ਼ਦੂਰ, ਕਿਉਂਕਿ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਹੈ, ਨੁਕਸ ਨਹੀਂ ਕੱਢਣੇ। ਮੰਨ ਲਓ ਕਿ ਕਿਤੇ ਉਹਨੇ ਬਰਸੀਮ ਉੱਚਾ ਨੀਵਾਂ ਵੱਢਤਾ ਹੀ, ਮੰਨ ਲਓ ਕਿਤੇ ਪਾਣੀ ਘੱਟ ਲੱਗਾ ਹੀ, ਮੰਨ ਲਓ ਕਿਤੇ ਆੜ ਦੇ ਵਿੱਚ ਮਾੜੀ ਮੋਟੀ ਕੋਈ ਗਲੀ ਹੋ ਗਈ ਹੈ, ਘਬਰਾਉਣਾ ਨਹੀਂ ਹੈ। ਉਹਨਾਂ ਨੂੰ ਬਿਲਕੁਲ ਨਹੀਂ ਕਹਿਣਾ, ਇਹ ਕਹਿਣਾ ਕੋਈ ਗੱਲ ਨਹੀਂ ਰਲ ਮਿਲ ਕੇ ਆਪਾਂ ਕਰਦੇ ਹਾਂ, ਅੱਗੋਂ ਤੋਂ ਵਧੀਆ ਕਰਨਾ। ਕਿਉਂਕਿ ਹੁਣ ਇੱਕ ਗੱਲ ਤਾਂ ਬੜੀ ਕਲੀਅਰ ਕੱਟ ਹੈ ਕਿ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲੱਗਦੇ ਆਏ ਸੀ। ਆਪਾਂ ਪਿੰਡਾਂ ਦੇ ਵਿੱਚ ਉਹ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਜਿਹੜੇ ਆ ਉਹ ਸੰਧਾਲੀਆ ਸਾਹਿਬ ਲਗਾਤਾਰ ਚੰਗੇ ਤਰੀਕੇ ਬਰਕਰਾਰ ਰੱਖਣੇ ਆ। ਹੁਣ ਲੜਾਈ ਘੜਾਈ ਨਹੀਂ ਪੈਣੀ ਚਾਹੀਦੀ, ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ। ਨਹੀਂ ਇਹ ਤਾਂ ਗੱਲ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਇੱਕ ਚੀਜ਼ ਆਪਾਂ ਇਹਦੇ 'ਚ ਹੋਰ ਐਡ ਕਰ ਦਈਏ, ਉਹ ਗੱਲ ਇਹ ਆ ਵੀ ਹੁਣ ਸਾਲ ਖੰਡ ਦੇ ਵਿੱਚ ਜੇ ਮੰਨ ਲਓ ਵੀ ਬਾਪੂ ਹੀ ਉੱਥੇ ਬੈਠੇ ਰਹੇ ਦਿੱਲੀ ਹੈ ਨਾ, ਜਾਂ ਚਲੋ ਭਾ ਹੋਰੀ ਵੀ ਨਾਲ ਜਾ ਵੜੇ, ਹੁਣ ਮਗਰੋਂ ਜਿਹੜੀ ਮੱਝ ਆ ਉਹ ਪਹਿਲਾਂ ਤੇ ਜਿਹੜੀ ਹੱਥ 'ਤੇ ਪਈ ਸੀ ਬਾਪੂ ਦੀ ਉਹ ਮਸਾਂ ਛਡਾਈ, ਹੁਣ ਸਾਲ ਦੇ ਵਿੱਚ ਹੋ ਸਕਦਾ ਵੀ ਉਹ ਬੇਬੇ ਦੇ ਗਲ ਪੈ ਗਈ। ਹੁਣ ਬਾਪੂ ਜਦੋਂ ਦੁਬਾਰਾ ਆਖੇ ਵੀ ਮੈਂ ਫਿਰ ਹੁਣ ਚੋ ਕੇ ਲਿਆਉਣਾ ਤੇ ਮੱਝ ਔਰਾ ਜਿਹਾ ਵੇਖੇ ਵੀ ਤੂੰ ਕੌਣ ਹੈ ਬਈ। ਸੋ ਥੋੜ੍ਹੇ ਦਿਨ ਹੋ ਸਕਦਾ ਵੀ ਮੱਝ ਨੂੰ ਲੱਗਣ ਪਛਾਣਦਿਆਂ ਵੀ ਬਾਪੂ ਹੀ ਵਾਪਸ ਆ ਗਿਆ। ਇਹ ਨਾ ਵੀ ਮੱਝ ਦੇ ਦੁਆਲੇ ਡਾਂਗ ਕੱਢ ਲਓ, ਇਹਨੂੰ ਮੈਂ ਦੱਸਾਂ ਸੰਡ ਨੂੰ ਮਿਲਦੀ ਨਹੀਂ ਇਹ, ਹੈ ਨਾ। ਕਈਆਂ ਦੇ ਹੁਣ ਕਈ ਹੋਰ ਗੱਲਾਂ ਵੀ ਗਲ ਪੈ ਜਾਣੀਆਂ। ਆਪਾਂ ਅੱਜ ਥੋੜ੍ਹਾ ਜਿਹਾ ਹਲਕਾ ਫੁਲਕਾ ਤਾਂ ਰੱਖ ਰਹੇ ਹਾਂ ਵੀ ਮਾਹੌਲ ਵੱਲ ਮੁੜੀਏ। ਅੱਗੇ ਹੁੰਦਾ ਬੰਦੇ ਨੇ ਸਵੇਰੇ ਹੀ ਜਾਣਾ, ਜ਼ਮੀਨ ਤਾਂ ਥੋੜ੍ਹੀ ਹੁੰਦੀ, ਕੰਮ ਥੋੜ੍ਹਾ ਹੁੰਦਾ, ਦਿਓ ਫਿਰ ਰੋਟੀਆਂ ਪਕਾ ਦਿਓ, 4 ਪਰੌਂਠੇ ਲਾਓ, ਉੱਥੇ ਜਾ ਕੰਮ ਕਰਨਾ ਹੀ। ਉੱਥੇ ਜਾ ਕੇ 2 ਘੰਟੇ ਕੰਮ ਕੀਤਾ, ਮੁੜ ਕੇ ਮੰਜੀ ਡਾਹੀ ਤਾਂ ਸੌਂ ਗਏ, ਮੁੜ ਕੇ ਸੱਥ 'ਚ ਬਹਿ ਕੇ ਤਾਂ ਸ਼ੁਰੂ ਕੀਤੀ, 3 ਵਜੇ ਨਾਲ ਬਣਾਓ ਵੀ ਚਾਹ, ਬੜਾ ਥੱਕ ਕੇ ਆ ਗਏ। ਹੁਣ ਬੀਬੀ ਨੇ ਸਾਨੂੰ ਪਤਾ ਹੀ ਕਿਹੜੇ ਮਹੀਨੇ ਕਿਹੜੇ ਦਿਨ ਕਿੰਨਾ ਕੁ ਕੰਮ ਹੁੰਦਾ, ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ। ਤੇ ਜਦੋਂ ਸਾਨੂੰ ਪਤਾ ਤੇ ਇਸ ਕਰਕੇ ਹੁਣ 11 ਵਜੇ ਤੱਕ ਘਰੇ ਮੁੜਨਾ ਹੀ, ਮੁੜ ਕੇ ਨਿਆਣੇ ਨਿੱਕਿਆਂ ਕੋਲ ਬਹਿਣਾ ਹੀ, ਮੈਂ ਚਰਖਾ ਕੱਤਣ ਜਾਣਾ ਹੀ। ਫਿਰ ਜਦੋਂ ਇੱਦਾਂ ਗੱਲ ਹੋਣ ਲੱਗ ਪੈਂਦੀ ਹੈ ਤਾਂ ਸੰਧਾਲੀਆ ਸਾਹਿਬ ਥੋੜ੍ਹਾ ਜਿਹਾ ਹੁਣ ਧਿਆਨ ਰੱਖ ਕੇ ਚੱਲਣਾ ਪਊਗਾ। ਆਪਾਂ ਇਹਨਾਂ ਗੱਲਾਂ ਤੋਂ ਸਿੱਧਾ ਕਿਸਾਨ ਮੋਰਚੇ ਵਾਲੇ ਪਾਸੇ ਮੁੜਦੇ ਹਾਂ। ਆਸ ਨਹੀਂ ਸੀ, ਉਮੀਦ ਨਹੀਂ ਸੀ ਕਿ ਪੰਜਾਬ ਦੇ ਪਿੰਡ ਦੇ ਵਿੱਚੋਂ ਇੰਨਾ ਵੱਡਾ ਹੁੰਗਾਰਾ ਜਿਹੜਾ ਉਹ ਮਿਲੂਗਾ, ਪਰ ਹੁੰਗਾਰਾ ਮਿਲਿਆ। ਹੁਣ ਵੀ ਅਜੇ ਤੱਕ ਜਿਸ ਤਰੀਕੇ ਦੀ ਪ੍ਰਕਿਰਿਆ ਚੱਲ ਰਹੀ ਹੈ, ਕਿਸਾਨ ਆਗੂਆਂ ਨੇ ਅੰਮ੍ਰਿਤਸਰ ਜਾਣਾ ਸੀ, ਅੰਮ੍ਰਿਤਸਰ ਜਾਂਦਿਆਂ ਰਾਹ ਦੇ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਕੌਣ ਲੱਡੂਆਂ ਦੇ ਡੱਬੇ ਲੈ ਕੇ ਖੜਾ ਹੈ, ਕਿਹੜੇ ਪਿੰਡ ਦੇ ਗੇਟ ਦੇ ਕੋਲੇ ਅਗਲੇ ਪਕੌੜੇ ਕੱਢ ਕੇ ਖੜੇ ਹੈ, ਕਿੱਥੇ ਸਕੂਲਾਂ ਦੇ ਬੱਚੇ ਵਰਦੀਆਂ ਪਾਈਆਂ, ਝੰਡੇ ਫੜੇ, ਫੁੱਲ ਫੜੇ, ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਨੀ ਹੈ, ਕਿੱਥੇ ਕੋਈ ਬਜ਼ੁਰਗ ਬੀਬੀ ਐਨ ਚਿਹਰਾ ਦੀਦਾ ਹੀ ਨਹੀਂ, ਝੁਰੜੀਆਂ ਹੀ ਦੀਦੀਆਂ, ਉਹ ਵੀ ਬੀਬੀ ਖੜੀ ਹੈ। ਟਕੈਤ ਨਹੀਂ ਆਇਆ, ਰਾਜੇਵਾਲ ਕਿੱਥੇ ਹੈ, ਕਾਦੀਆਂ ਕਿੱਥੇ ਹੈ, ਜੰਗਵੀਰ ਚੌਹਾਨ ਕਿੱਥੇ ਹੈ, ਉਗਰਾਹਾਂ ਨਹੀਂ ਦੀਦਾ। ਜਾਣੀ ਜਿੰਨੇ ਵੀ ਲੀਡਰ ਸੀ ਉਹ ਸਾਰੇ ਲੀਡਰਾਂ ਦਾ ਪੁੱਤੂ ਦਿਖਾਇਓ ਮੈਨੂੰ, ਉਹਨਾਂ 'ਚ ਮੂੰਹ ਤੇ ਹੱਥ ਲਾ ਕੇ, ਦਾੜੀ ਨੂੰ ਪਲੋਸ ਕੇ, ਸਿਰ ਤੇ ਹੱਥ ਰੱਖ ਕੇ, ਥਾਪੀਆਂ ਦੇ ਕੇ ਪੁੱਤ ਵਧੀਆ ਹੋਇਆ ਆਏ, ਅੱਗੋਂ ਵੀ ਸਾਡੇ ਪੰਜਾਬ ਦਾ ਖਿਆਲ ਰੱਖਿਓ।
ਲੱਗਦਾ ਨਹੀਂ ਸੀ ਕਿ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਤੇ ਇੰਨੀ ਵੱਡੀ ਗਿਣਤੀ 'ਚ ਦਿਲੋਂ ਜੁੜੇ ਆ। ਐਨ ਸੜਕਾਂ ਦੋਨੇ ਪਾਸੇ ਧੱਕਾ ਧੱਕ ਹੋਈ ਪਈ ਸੀ। ਨਹੀਂ ਪੂਰੀ ਇਹ ਤੇ ਮੇਰੇ ਖਿਆਲ ਨਾਲ ਉਹ ਚੀਜ਼ ਸੀ ਜਿਹੜਾ ਦਿਨ ਉਡੀਕਿਆ ਜਾ ਰਿਹਾ ਸੀ, ਐਂਡ ਇਦਾਂ ਦਾ ਉਡੀਕਿਆ ਜਾ ਰਿਹਾ ਸੀ। ਇਹ ਦੇਖੋ ਕੱਲ ਕਿੰਨੇ ਕਿਸਾਨ ਲੀਡਰ ਸੀ, ਸਾਰਿਆਂ ਨੇ ਗੱਲ ਕਰਦਿਆਂ ਇਹ ਗੱਲ ਕਹੀ ਵੀ ਯਾਰ ਅਸੀਂ ਇੱਥੇ ਸ਼ੁਕਰਾਨਾ ਕਰਨ ਇਸ ਕਰਕੇ ਆਏ ਆ ਵੀ ਸਾਨੂੰ ਕੋਈ ਇਹ ਨਾ ਕਵੇ ਵੀ ਅਸੀਂ ਕਰਤਾ ਜੀ, ਸਾਡੇ ਵੱਸ ਦਾ ਰੋਗ ਹੈ ਨਹੀਂ ਸੀ। ਦੇਖੋ ਕਿੱਡੀ ਵੱਡੀ ਗੱਲ ਹੈ ਵੀ ਜਿਹੜੇ ਲੋਕਾਂ ਨੇ ਉਹ ਸੰਘਰਸ਼ ਲੜਿਆ, ਉੱਥੇ ਜਾ ਕੇ ਸਾਲ ਤੋਂ ਉੱਪਰ ਬੈਠੇ ਰਹੇ, ਉਹਨੂੰ ਮੁੜਨ ਤੋਂ ਬਾਅਦ ਵੀ ਅਗਲਾ ਬੰਦਾ ਆਖੇ ਵੀ ਅਸੀਂ ਕਰਨ ਜੋਗੇ ਨਹੀਂ, ਜੇ ਅਸੀਂ ਕਰਨ ਜੋਗੇ ਹੁੰਦੇ ਤਾਂ ਅਸੀਂ ਕਰ ਦੇਣਾ ਸੀ। ਪਰ ਜਿਸ ਹਿਸਾਬ ਨਾਲ ਇਹ ਸਾਰਾ ਕੁਝ ਪਲਟਾ ਵੱਜਾ, ਇਹ ਬਾਬੇ ਨੇ ਕਰਤਾ ਤੇ ਅਸੀਂ ਬਾਬੇ ਦਾ ਸ਼ੁਕਰਾਨਾ ਕਰਨਾ ਹੈ। ਕਿੰਨੀ ਵੱਡੀ ਗੱਲ ਨਹੀਂ, ਬਹੁਤ ਕਮਾਲ ਦੀ ਸੰਧਾਲੀਆ ਸਾਹਿਬ। ਮੈਂ ਇਸ ਗੱਲੋਂ ਹੈਰਾਨ ਹੁੰਨਾ, 32 ਕਿਸਾਨ ਜਥੇਬੰਦੀਆਂ, 32 ਦੇ ਕਿੰਨੇ ਕਿੰਨੇ ਲੀਡਰ, ਇੱਕ ਵੀ ਲੜਿਆ ਨਹੀਂ, ਇੱਕ ਨੇ ਵੀ ਨਹੀਂ ਕਿਹਾ ਮੈਂ ਪਿੱਛੇ ਰਹਿ ਗਿਆ, ਮੈਂ ਗਾਂਹ ਹੋ ਗਿਆ, ਇੱਕ ਨੇ ਵੀ ਨਹੀਂ ਕਿਹਾ ਕਿ ਮੈਨੂੰ ਟਾਈਮ ਨਹੀਂ ਦਿੱਤਾ, ਕੋਈ ਬੰਦਾ ਰੁੱਸ ਕੇ ਨਹੀਂ ਗਿਆ। ਆਉਣ ਵਾਲੇ ਸਮੇਂ 'ਚ ਬਹੁਤ ਗੱਲਾਂ ਆਉਣੀਆਂ, ਫਲਾਣੇ ਨੇ ਆਹ ਕਹਿਤਾ ਸੀ, ਵੀਡੀਓ ਦੇ ਵਿੱਚੋਂ ਕੱਟ ਕੇ ਪਾਉਣਗੇ, ਘਬਰਾਉਣਾ ਨਹੀਂ। ਮੈਂ ਸਿਰਫ ਇੱਕ ਗੱਲ ਚੇਤੇ ਕਰਾਉਣਾ ਹੈ ਕਿ ਜਦੋਂ ਪੰਜਾਬ ਤੋਂ ਤੁਰੇ ਸੀ ਨਾ, ਜਦੋਂ ਪਹਿਲੇ ਦਿਨ ਹਰਿਆਣੇ ਦੇ ਵਿੱਚ ਐਂਟਰ ਹੋਣਾ ਸੀ, ਦਿੱਲੀ ਜਾਣਾ ਸੀ, ਉਦਣ ਤੋਂ ਸਾਜ਼ਿਸ਼ਾਂ ਸ਼ੁਰੂ ਹੋਈਆਂ ਸੀ। ਦੇਖੋ ਜੀ, ਅੱਧੇ ਤਾਂ ਬਹਿਣ ਨੂੰ ਫਿਰਦੇ ਸੀ, ਇਹ ਤਾਂ ਜਾਣਾ ਹੀ ਨਹੀਂ ਸੀ ਚਾਹੁੰਦੇ। ਉਹਦੇ ਤੋਂ ਬਾਅਦ ਦਿੱਲੀ ਦੇ ਕਿਨਾਰੇ ਤੇ ਬਹਿ ਗਏ, ਇਹ ਤਾਂ ਜੀ ਅੰਦਰ ਜਾਣਾ ਹੀ ਨਹੀਂ ਚਾਹੁੰਦੇ, ਇਹ ਤਾਂ ਜੀ ਉਹਨਾਂ ਨਾਲ ਗੱਲਾਂ ਕਰਦੇ ਆ, ਇਹ ਤਾਂ ਜੀ ਹੋਟਲਾਂ 'ਚ ਸੌਂਦੇ ਆ, ਇਹ ਤਾਂ ਜੀ ਉਹ ਕਰਦੇ ਆ। ਇੱਕ ਗੱਲ ਥੋੜ੍ਹੀ ਹੋਈ, ਸੈਂਕੜੇ ਗੱਲਾਂ ਹੋਈਆਂ। ਕੋਈ ਕਹਿੰਦੇ ਜੀ ਇਹ ਚੋਰੀ ਮਿਲਦੇ ਆ, ਫਲਾਨੀ ਜਗ੍ਹਾ ਮੀਟਿੰਗ ਹੋਈ, ਕੋਈ ਕਵੇ CCTV ਕੈਮਰੇ ਦੀ ਅਸੀਂ ਫੁਟੇਜ ਸਾਹਮਣੇ ਲੈ ਆਉਣੀ ਆ। ਯਾਨੀ ਜਿੰਨਾ ਕੁ ਕੁਛ ਹੋ ਸਕਦਾ ਸੀ ਇਹਨਾਂ ਨੂੰ ਬਦਨਾਮ ਕਰਨ ਨੂੰ, ਲੋਕਾਂ ਦੇ ਮਨਾਂ 'ਚੋਂ ਲਾਉਣ ਨੂੰ, ਬਹੁਤ ਅਫਵਾਹਾਂ ਆਈਆਂ, ਪਰ ਲੋਕ ਖੜੇ ਰਹੇ। ਅਸੀਂ ਹੁਣ ਵੀ ਉਮੀਦ ਕਰਦੇ ਹਾਂ ਕਿ ਭਾਈ ਲੋਕ ਖੜੇ ਰਹਿਣਗੇ। ਪਰ ਇੱਕ ਬੜੀ ਕਮਾਲ ਦੀ ਗੱਲ ਸੰਧਾਲੀਆ ਸਾਹਿਬ ਜਿਹੜੀ ਉੱਥੇ ਕੀਤੀ, ਰਾਜੇਵਾਲ ਸਾਹਿਬ ਸੰਬੋਧਨ ਕਰਦੇ ਸੀ ਤਾਂ ਉਹ ਕਹਿੰਦੇ ਦੇਖੋ ਤੁਸੀਂ ਬਹੁਤ ਸਿਆਣੇ ਹੋ ਸਾਰੇ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਅੱਜ ਜਿੱਦਾਂ ਧੱਕੇ ਧੁੱਕੇ ਜਾਂ ਕਈਆਂ ਨੇ ਮਾਰੇ ਨਾ ਇੱਥੇ, ਉਹ ਨਹੀਂ ਕਹਿੰਦੇ ਕੰਮ ਕਰਨਾ। ਆਪਾਂ ਤਾਂ ਮਹਾਰਾਜ ਦੀ ਹਜ਼ੂਰੀ 'ਚ ਮੱਥਾ ਟੇਕਣ ਆਏ ਆ, ਸ਼ੁਕਰਾਨਾ ਕਰਨ ਆਏ ਆ। ਨਹੀਂ ਤਾਂ ਆਮ ਤੌਰ 'ਤੇ ਬੰਦਾ ਕਹਿੰਦਾ ਯਾਰ ਆਪਣੇ ਬੰਦੇ ਆ, ਕੋਈ ਗੱਲ ਨਹੀਂ, ਗੁੱਸੇ ਥੋੜ੍ਹੀ ਕਰਨੇ ਆ, ਇੱਦਾਂ ਹੀ ਹੁੰਦਾ ਨਾ। ਉਹ ਕਹਿੰਦੇ ਆਹ ਕੰਮ ਨਹੀਂ ਕਰਨਾ, ਆਪਾਂ ਠਰੰਮੇ ਨਾਲ ਚੱਲਣਾ ਹੈ। ਅਤੇ ਸਭ ਤੋਂ ਵੱਡੀ ਗੱਲ, ਬਹੁਤ ਬੰਦੇ ਨੁਕਸ ਕੱਢਦੇ ਹੁੰਦੇ ਆ ਕਿ ਇਹ ਬੰਦੇ ਆਪਣਾ ਆਪ ਲਈ ਫਿਰਦੇ ਜੀ, ਆਪਣੀ ਲੀਡਰੀ ਚਮਕਾਉਂਦੇ ਆ। ਮੈਂ 2.5-3 ਮਿੰਟ ਦੀ ਗੱਲ ਸੁਣੀ, ਉਹਦੇ ਵਿੱਚ ਸਭ ਤੋਂ ਵੱਧ ਸਮਾਂ ਬਲਵੀਰ ਸਿੰਘ ਰਾਜੇਵਾਲ ਤੇ ਬਾਕੀ ਕਿਸਾਨ ਲੀਡਰਾਂ ਨੇ ਕਹਾ ਦਿੱਤਾ। ਉਹ ਕਹਿੰਦੇ ਜੀ ਹਰਿਆਣੇ ਦਾ ਬਹੁਤ ਯੋਗਦਾਨ ਹੈ। ਹਰਿਆਣੇ ਦਾ ਕੋਈ ਬੰਦਾ ਨਾਲ ਨਹੀਂ ਸੀ, ਹਰਿਆਣੇ ਦੀ ਆਡੀਅנס ਨਹੀਂ ਸੀ ਉਸ ਲਈ, ਸਾਹਮਣੇ ਸਰੋਤੇ ਦਰਸ਼ਕ ਕੋਈ ਵੀ ਆਪਾਂ ਸ਼ਬਦ ਸ਼ਰਧਾਲੂ ਵਰਤ ਲਈਏ, ਕੋਈ ਹਰਿਆਣੇ ਦਾ ਨਹੀਂ ਸੀ। ਪਰ ਤੁਸੀਂ ਦੇਖੋ ਕਿ ਜਿੱਥੇ ਜਿਹਦੀ ਜਿੰਨੀ ਮਿਹਨਤ ਹੈ, ਜਿੰਨਾ ਯੋਗਦਾਨ ਹੈ, ਉੱਥੇ ਉਹਨਾਂ ਨੇ ਨਾਂ ਲਿਆ। ਨਹੀਂ ਤਾਂ ਕਹਿ ਸਕਦੇ ਸੀ ਅਸੀਂ ਬਹੁਤ ਔਖੇ ਹੋਏ ਜੀ, ਅਸੀਂ ਕੀਤਾ ਜੀ, ਫਲਾਨਾ ਤੋਂ ਗਲ ਪੈ ਗਿਆ ਸੀ, ਉਹ ਤਾਂ ਛੱਡ ਕੇ ਭੱਜ ਗਿਆ ਸੀ। ਉਹ ਕਿਸੇ ਦਾ ਜ਼ਿਕਰ ਹੀ ਨਹੀਂ ਕਰਦੇ। ਜਦੋਂ ਆਪਣੇ ਤੋਂ ਵੀ ਮੂਹਰੇ ਦੂਸਰੇ ਨੂੰ ਰੱਖਣ ਦੀ ਲਿਆਕਤ ਸਾਨੂੰ ਆ ਜਾਂਦੀ, ਅਕਲ ਆ ਜਾਂਦੀ ਹੈ, ਸਬਕ ਆ ਜਾਂਦਾ, ਉਦੋਂ ਫਿਰ ਤਾਂ ਕੰਮ ਅੱਗੇ ਨੂੰ ਜਾਂਦਾ ਜੀ। ਇਹ ਤਾਂ ਗੱਲ ਹੈਗੀ ਆ। ਦੂਜੀ ਚੀਜ਼ ਮੇਰੇ ਖਿਆਲ ਨਾਲ ਜਿਹੜਾ ਸਵਾਲ ਹੈ ਇਸ ਵਕਤ ਹਰੇਕ ਬੰਦਾ ਪੁੱਛੀ ਜਾਂਦਾ ਨਾ, ਇਹ ਉੱਥੇ ਫਿਰ ਬੈਠੇ ਸੀ, ਪਹਿਲਾਂ ਵੀ ਅੱਡੋ ਅੱਡ ਸੀਗੇ, ਹੁਣ ਇਹਨਾਂ ਨੇ ਫਿਰ ਅੱਡੋ ਅੱਡ ਹੋ ਜਾਣਾ, ਏਡੀ ਗੱਲ ਕੋਈ ਨਹੀਂ ਹੈਗੀ, ਇਕੱਠੇ ਰਹਿਣ ਵਾਲੇ ਹੈ ਨਹੀਂ, ਇਹ ਮੈਨੂੰ ਪਤਾ ਹੈ ਨਾ। ਉਹਨਾਂ ਚੀਜ਼ਾਂ ਦਾ ਮੇਰੇ ਖਿਆਲ ਨਾਲ ਜਿਸ ਹਿਸਾਬ ਨਾਲ ਉਹਨਾਂ ਨੇ ਜਵਾਬ ਦਿੱਤਾ, ਕਿਉਂਕਿ ਆਪਣੇ ਭਾਈਚਾਰੇ 'ਚ ਵੀ ਹੁਣ ਦੇਖੋ 2-3 ਤੇ ਕਿਸੇ ਦਾ ਚੌਥਾ ਸਵਾਲ, ਕਿਸੇ ਦਾ ਤੀਜਾ ਸਵਾਲ ਉਹੀ ਹੁੰਦਾ ਸੀ। ਹੁਣ ਫਿਰ ਜੀ ਅਗਲਾ ਫਿਰ ਕੀ, ਫਿਰ ਜੀ ਪ੍ਰੋਗਰਾਮ, ਫਿਰ ਜੀ ਹੁਣ ਫਿਰ ਆਪਾਂ ਫਿਰ ਜੀ ਰਾਜਨੀਤੀ ਜੀ, ਇਹ ਫਿਰ ਜੀ ਬਦਲਣ ਦੀ ਲੋੜ ਹੈ ਜੀ, ਇਹ ਫਿਰ ਜੀ ਹੁਣ ਫਿਰ ਚੰਨੀ ਸਰਕਾਰ ਦੇ ਵੱਟ ਕੱਢਣੇ ਜੀ। ਪਰ ਜਿੰਨੇ ਕੁ ਲੀਡਰਾਂ ਦੀ ਮੈਂ ਗੱਲ ਸੁਣੀ, ਸਾਰਿਆਂ ਨੇ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਉਹ ਸਾਡਾ ਕੰਮ ਸੀ, ਅਸੀਂ ਨਿਬੜ ਗਿਆ। 17 ਤਰੀਕ ਨੂੰ ਸਾਡੀ ਮੀਟਿੰਗ ਹੈ, ਅਸੀਂ ਉੱਥੇ ਬਹਿ ਕੇ ਦੇਖ ਲਾਂਗੇ, ਜੇ ਕੁਝ ਹੋ ਗਿਆ ਠੀਕ ਹੈ, ਨਹੀਂ ਤੇ ਉਦੋਂ ਬਾਅਦ ਫਿਰ ਅਸੀਂ 32 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਵਾਂਗੀਆਂ। ਜੇ ਤੁਸੀਂ ਰਾਜਨੀਤੀ ਜਾਣ ਆਉਣ ਦੀ ਗੱਲ ਕਰਦੇ ਹੋ ਤਾਂ SKM ਮੋਰਚਾ ਫੈਸਲਾ ਕਰੂ, ਉੱਥੇ ਅਸੀਂ ਇਕੱਠੇ ਬਹਿ ਕੇ ਫੈਸਲਾ ਕਰਾਂਗੇ, ਫਿਰ ਅਸੀਂ ਤੁਰਨਾ। ਤੇ ਜੇ ਤੁਸੀਂ ਇਹ ਕਹੋ ਵੀ ਵੀਰ ਮੇਰਾ ਮੈਂ ਹੁਣੇ ਤੇਰੇ ਮਾਈਕ 'ਚ ਫੂਕ ਮਾਰਦੇ, ਮੇਰੇ ਕੋਲੋਂ ਨਹੀਂ ਵੱਜਣੀ, ਕਿੱਡੀ ਗੱਲ ਹੈ ਨਾ। ਮੇਰੇ ਖਿਆਲ ਨਾਲ ਇਹ ਜਿਹੜੀ ਚੀਜ਼ ਖਾਸ ਕਰਕੇ ਰਾਜੇਵਾਲ ਸਾਹਿਬ ਦੀ ਗੱਲ ਮੈਨੂੰ ਵਧੀਆ ਲੱਗੀ। ਹੁਣ ਮੇਰੇ ਖਿਆਲ ਨਾਲ ਪਿਛਲੇ 3-4 ਦਿਨਾਂ ਤੋਂ ਇਹ ਬੜਾ ਕੰਮ ਚੱਲ ਲੈ ਵੀ ਰਾਜੇਵਾਲ ਨੂੰ ਮੁੱਖ ਮੰਤਰੀ ਬਣਾ ਦੇਣਾ ਹੀ। ਉਹ ਕੁਰਸੀ ਉਹ ਕਹਿੰਦੇ ਖੜੇ ਹੋਏ ਮਾੜੀ ਜਿਹੀ ਤੁਹਾਡੇ ਥੱਲੇ ਕੁਰਸੀ ਦੇਣੀ CM ਵਾਲੀ, ਉਹ ਵਧੀਆ ਕੀਤਾ। ਉਹ ਕਹਿੰਦੇ ਦੇਖ ਕੋਈ ਗੱਲ ਇੱਦਾਂ ਵੀ ਮੈਂ ਕਲੀਅਰ ਕਰ ਦਿਆਂ ਵੀ ਇਹ ਸਾਰਾ ਕੁਝ ਅਸੀਂ ਬਹਿ ਕੇ ਫੈਸਲਾ ਕਰਨਾ, ਉਦੋਂ ਬਾਅਦ ਦੱਸਾਂਗੇ ਵੀ ਅਸੀਂ ਇਸ ਪਾਸੇ ਜਾਣਾ ਕਿ ਨਹੀਂ ਜਾਣਾ। ਉਹ ਕਹਿੰਦੇ ਮੈਂ ਪੰਪ ਜਿਹਾ ਦੇ ਕੇ ਲੋਕਾਂ ਦੀ ਚੁੱਕਣਾ ਚੁਕਾਉਣਾ 'ਚ ਮੈਨੂੰ ਫਸਾਓ ਨਾ, ਤੁਸੀਂ ਮੈਨੂੰ ਸਭ ਪਤਾ। ਕਹਿੰਦੇ ਜਿਹੜੇ ਲੋਕ ਹੁੰਦੇ ਆ ਇਸ ਵਕਤ ਆਪਣੇ ਨਾਲ ਹੈ, ਜੇ ਨਿੱਘੀ ਜਿਹੀ ਗਲਤੀ ਹੋਈ ਤਾਂ ਛਿੱਤਰ ਵੀ ਵੱਧ ਤੋਂ ਇਹਦਾ ਹੀ ਫੇਰਨਾ। ਨਹੀਂ, ਉਹ ਅਸਲੀਅਤ ਜਾਣਦੇ ਆ, ਕਿੱਡੀ ਵੱਡੀ ਗੱਲ ਹੈ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਇਹ ਨਹੀਂ ਮੰਨ ਕੇ ਚੱਲਣਾ ਚਾਹੀਦਾ ਕਿ ਕੱਲਾ ਅੰਮ੍ਰਿਤਸਰ ਨੂੰ ਜਿਹੜੇ ਲੀਡਰ ਗਏ ਉਹਨਾਂ ਦਾ ਸਵਾਗਤ ਹੋਇਆ। ਮੈਂ ਕਹਿੰਦਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਹਰ ਇੱਕ ਪਿੰਡ ਵਾਲੇ ਨੇ ਆਪੋ ਨੂੰ ਪਿੰਡ 'ਚ ਸਮਾਗਮ ਕੀਤਾ, ਉਹਨਾਂ ਦੇ ਪਿੰਡ ਦੇ ਜਿਹੜੇ ਲੋਕ ਕਿਸਾਨ ਮੋਰਚੇ 'ਚ ਲੱਗੇ ਰਹੇ ਸੀ, ਸਵਾਗਤ, ਹਾਰ ਪਾਏ ਗਏ, ਲੱਡੂ ਖਵਾਏ ਗਏ, ਫੁੱਲਾਂ ਦੀ ਵਰਖਾ ਕੀਤੀ ਗਈ। ਸਾਰੇ ਪਿੰਡ ਗੁਆਂਢੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਜੀਪਾਂ 'ਤੇ ਬਿਠਾ ਕੇ, ਟਰਾਲੀਆਂ 'ਚ ਬਿਠਾ ਕੇ ਮਾਰਚ ਕੀਤਾ ਗਿਆ।
ਬੀਬੀਆਂ ਕੀ, ਬੱਚੇ ਕੀ, ਬਜ਼ੁਰਗ ਕੀ, ਕੁੜੀਆਂ ਕੀ, ਮੁੰਡੇ ਕੀ, ਜਾਣੀ ਐਂ ਲੱਗਦਾ ਸੀ ਕਿ ਅਸੀਂ ਇਤਿਹਾਸ ਤੋਂ ਸਬਕ ਸਿੱਖ ਲਿਆ, ਹੁਣ ਕੰਮ ਕਰ ਲਿਆ, ਭਵਿੱਖ ਲਈ ਅਸੀਂ ਰਾਹ ਰਸਤਾ ਤਿਆਰ ਕਰ ਦਿੱਤਾ। ਕਿਉਂਕਿ ਜਦੋਂ ਛੋਟੇ ਬੱਚੇ ਕਿਸੇ ਐਕਟੀਵਿਟੀ 'ਚ, ਗਤੀਵਿਧੀ 'ਚ ਇਨਵੋਲਵ ਹੋ ਜਾਂਦੇ ਨਾ, ਉਹਦੇ ਵਿੱਚ ਉਹਨਾਂ ਦੀ ਸਰਗਰਮੀ ਹੋ ਜਾਂਦੀ ਹੈ। ਫਿਰ ਸਮਝ ਲਓ ਕਿ ਤੁਸੀਂ ਉਹਨਾਂ ਦੇ ਫੱਟੀ ਦੇ ਉੱਤੇ ਕੁਝ ਲਿਖ ਦਿੱਤਾ, ਉਹ ਲਿਖ ਦਿੱਤਾ ਜਿਹੜਾ ਹੁਣ ਗਾਚੀ ਦੇ ਨਾਲ ਮਿਟਣਾ ਨਹੀਂ। ਇਹਦੇ ਨਾਲ ਨਾਲ ਇੱਕ ਚੀਜ਼ ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਕਰਨਾ ਚਾਹੀਦਾ, ਕੁਝ ਲੋਕ ਨੇ ਅਜੇ, ਮੈਂ ਚਾਹੁੰਦਾ ਕਿ ਇੱਕ ਸਮਾਗਮ ਹੋਰ ਹੋਣ 2 ਕੁ ਦਿਨਾਂ 'ਚ। ਉਹ ਕਿਹੜੇ ਸਮਾਗਮ ਨੇ ਕਿ ਜਦੋਂ ਦਿੱਲੀੋਂ ਮੋਰਚਾ ਪੱਟਿਆ ਗਿਆ ਸੀ ਕਿ ਆਓ ਪਿੰਡਾਂ ਨੂੰ ਚੱਲੀਏ, ਮੀਡੀਆ ਸੀ, ਕੈਮਰੇ ਸੀ, ਕਾਫਲੇ ਜਾ ਰਹੇ ਆ ਜੀ, ਇੱਥੇ ਰੁਕਿਆ ਜੀ, ਕਿੱਦਾਂ ਲੱਗਦਾ ਜੀ, ਭੰਗੜੇ ਸੀ, ਢੋਲ ਸੀ, ਲੱਡੂ ਸੀ, ਸਨਮਾਨ ਸੀ, ਅੰਮ੍ਰਿਤਸਰ ਜਾਣਾ ਸੀ ਫਿਰ ਸਨਮਾਨ ਸੀ। ਕੁਝ ਦਰਜਨ ਲੋਕ, ਕੁਝ ਸੰਸਥਾਵਾਂ ਪਿੱਛੇ ਦਿੱਲੀ ਰਹੀਆਂ। ਜਿੱਦਾਂ ਆਪਾਂ ਬੇਨਤੀ ਕੀਤੀ ਸੀ, ਕੋਈ ਟੋਆ ਨਾ ਛੱਡ ਕੇ ਜਾਇਓ, ਸਫਾਈ ਕਰਕੇ ਜਾਓ। 11 JCB ਮਸ਼ੀਨਾਂ ਲੱਗੀਆਂ ਅੱਜ ਤੱਕ ਵੀ, ਕਿਉਂਕਿ ਉੱਥੇ ਬਹੁਤ ਸਾਰੇ ਪੱਕੇ ਮਕਾਨ ਬਣ ਗਏ ਸੀ, ਕੱਚੇ ਬਣ ਗਏ ਸੀ, ਕੂੜਾ ਕਰਕਟ ਬਹੁਤ ਸੀ, ਮਿੱਟੀ ਦੇ ਢੇਰ ਸੀ, ਕਿਉਂਕਿ ਆਪਾਂ ਲਿਪਦੇ ਰਹੇ ਉਹਨਾਂ ਨੂੰ ਨਾ, ਬਣਾਉਂਦੇ ਰਹੇ। 11 JCB ਮਸ਼ੀਨਾਂ ਲੱਗੀਆਂ। ਦਰਜਨਾਂ ਵਲੰਟੀਅਰ ਸੰਯੁਕਤ ਕਿਸਾਨ ਮੋਰਚੇ ਤੇ ਵੱਖ-ਵੱਖ ਸੰਸਥਾਵਾਂ ਦੇ, ਉਹ ਵੀ ਜਾ ਸਕਦੇ ਸੀ ਪਿੰਡਾਂ ਨੂੰ ਕਿ ਭਾਈ ਸਾਡੇ ਗਲਾਂ 'ਚ ਹਾਰ ਪੈਣੇ, ਅਸੀਂ ਵੀ ਕੈਮਰਿਆਂ ਦੇ ਮੂਹਰੇ ਆਈਏ। ਧੂੜ ਉੱਡ ਰਹੀ ਆ, ਉਹਨਾਂ ਨੇ ਟਰਾਲੀਆਂ ਲਾਈਆਂ ਆ ਕਿ ਭਾਈ JCB ਮਸ਼ੀਨ ਸਮਾਨ ਇਕੱਠਾ ਕਰੂਗੀ, ਚੱਕ ਕੇ ਟਰਾਲੀ 'ਚ, ਟਰਾਲੀ ਨਾਲ ਗਾਂ ਸਿੱਟ ਕੇ, ਨਹੀਂ ਤਾਂ ਆ ਜਾਂਦੇ, ਕਿਸੇ ਨੇ ਲੱਤ ਨਹੀਂ ਸੀ ਭੰਨ ਲੈਣੀ। ਪਰ ਜਿੰਨੀ ਵੱਡੀ ਜ਼ਿੰਮੇਵਾਰੀ ਸਮਝੀਏ, 2 ਦਿਨ ਲਗਾਤਾਰ ਲੱਗੇ ਕਿ ਭਾਈ ਆਪਾਂ ਸਾਰੀ ਸੜਕ ਸਾਫ਼ ਕਰਕੇ ਜਾਣੀ ਆ। ਸਰਕਾਰ ਤੋਂ ਅਜੇ ਬੈਰੀਕੇਡ ਨਹੀਂ ਸੀ ਚੱਕ ਹੋਏ, ਇਹਦੇ ਤੋਂ ਪਹਿਲਾਂ ਉਹਨਾਂ ਨੇ ਬਹੁਤੀ ਸੜਕ ਜਿਹੜੀ ਸਾਫ਼ ਕਰਤੀ ਸੀ। ਹੋਰ ਦੇਖੋ, ਜਿਹੜਾ ਇੱਕ ਹਸਪਤਾਲ ਬਣਾਇਆ ਸੀ, ਉਹਨੂੰ ਕਮਰੇ ਦੇ ਵਿੱਚੋਂ ਟਰਾਲੀ 'ਚ ਸ਼ਿਫਟ ਕਰ ਦਿੱਤਾ ਕਿ ਇੱਥੇ ਅਜੇ ਵੀ ਸਫਾਈ ਕਰਦੇ ਹਾਂ, ਟ੍ਰੈਫਿਕ ਚਾਲੂ ਕਰਦੇ ਹਾਂ, ਟੋਏ ਪੂਰਦੇ ਹਾਂ, ਗੰਦਮੰਦ ਹੂੰਝਦੇ ਹਾਂ, ਕਿਸੇ ਦੇ ਕੋ ਸੱਟ ਫੇਟ ਲੱਗ ਜਾ, ਫਸਟ ਏਡ ਇੱਥੇ ਨਾਲੋਂ ਨਾਲ ਅਸੀਂ ਦੇਣੀ ਹੈ। ਮੈਂ ਕਹਿੰਦਾ ਕਿ ਇਹ ਜਿਹੜੇ ਪਿੱਛੇ ਰਹਿ ਗਏ, ਜਿਨ੍ਹਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਅੱਗੇ ਸਨਮਾਨ ਹੋਣੇ ਆ ਸਾਡੇ, ਉੱਥੇ ਚੱਲਦੇ, ਜਿੱਦਾਂ ਆਮ ਤੌਰ ਤੇ ਮੇਰੇ ਵਰਗੇ ਕੱਚ ਘਰੜ ਬੰਦੇ ਉਧਰ ਨੂੰ ਤੁਰ ਪੈਂਦੇ ਆ, ਉਹਨਾਂ ਦੇ ਲਈ ਜਦੋਂ ਪਿੰਡਾਂ ਜਾਣ ਸਮਾਗਮ ਇੱਕ ਵਾਰੀ ਫੇਰ ਕਰਿਓ। ਉਹਨਾਂ ਨੂੰ ਡਬਲ ਸਿਰੋਂ ਪਾਓ ਚਾਹੀਦੇ, ਉਹਨਾਂ ਨੂੰ ਡਬਲ ਸਲੂਟ ਚਾਹੀਦਾ, ਉਹਨਾਂ ਦੇ ਗਿਆਂ ਤੇ ਢੋਲ ਇੱਕ ਵਾਰੀ ਫੇਰ ਵਜਾਇਓ। ਤੇ 734 ਮੋਮਬੱਤੀਆਂ ਵੀ ਉੱਥੇ ਬਾਲੀਆਂ ਗਈਆਂ ਜਦੋਂ ਕਿਸਾਨ ਚਲੇ ਗਏ ਸੀ, ਜਿੱਥੇ ਹਸਪਤਾਲ ਸੀ ਉਸ ਥਾਂ ਤੇ 734 ਮੋਮਬੱਤੀਆਂ ਬਾਲ ਕੇ ਉਹਨਾਂ ਕਿਸਾਨਾਂ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਜਿਹੜੇ ਇਸ ਕਿਸਾਨ ਮੋਰਚੇ ਸ਼ਹਾਦਤ ਪਾ ਗਏ ਸੀ। ਮੇਰੇ ਖਿਆਲ ਨਾਲ ਇਹ ਉਹ ਚੀਜ਼ਾਂ ਨੇ ਜਿਹੜੀਆਂ ਯਾਦ ਰੱਖਣ ਦੀ ਲੋੜ ਹੈ। ਐਂਡ ਮੈਨੂੰ ਇਹ ਆਸ ਹੈ ਵੀ ਹੋ ਸਕਦਾ ਕੋਈ ਇਸ ਚੀਜ਼ ਨੂੰ ਉਭਾਰੇ ਨਾ ਉਭਾਰੇ, ਪਰ ਜਿਹੜੇ ਲੋਕਾਂ ਨੇ ਉਹ ਸਾਰਾ ਕੁਝ ਅੱਖੀਂ ਵੇਖਿਆ। ਮੇਰੇ ਖਿਆਲ ਨਾਲ ਆਪਾਂ ਕਿੰਨੀਆਂ ਵੀਡੀਓਜ਼, ਕਿੰਨੀਆਂ ਰਿਪੋਰਟਾਂ ਦੇਖ ਲਈਆਂ ਉੱਥੇ ਮਗਰ ਰੋਂਦੇ ਲੋਕਾਂ ਦੀਆਂ, ਹੈ ਨਾ। ਕੋਈ ਬੀਬੀ ਰੋਈ ਜਾਂਦੀ ਹੈ, ਕੋਈ ਬੱਚਾ ਰੋਈ ਜਾਂਦਾ, ਕੋਈ ਉੱਥੋਂ ਦਾ ਬਜ਼ੁਰਗ ਰੋਈ ਜਾਂਦਾ, ਕੋਈ ਦੁਕਾਨਦਾਰ ਰੋਈ ਜਾਂਦਾ, ਹੋਰ ਕੁਛ ਨਹੀਂ। ਤੇ ਜਦੋਂ ਆਪਾਂ ਥੋੜ੍ਹੀ ਦੇਰ ਪਹਿਲਾਂ ਇਹ ਦੇਖਦੇ ਸੁਣਦੇ ਸੀ ਵੀ ਯਾਰ ਅੱਛਾ ਜੀ ਹੁਣ ਫਲਾਨਾ ਧਰਮ ਹੈ, ਢੀਂਗੜਾ ਧਰਮ ਹੈ, ਉਹ ਦੂਜੇ ਧਰਮ ਵਾਲੇ ਲੋਕ ਰੋਈ ਜਾਂਦੇ, ਉਹ ਯਾਰ ਸਾਡਾ ਭਰਾ ਸੀ, ਉਹ ਸਾਡਾ ਫਲਾਨਾ ਸੀ, ਉਹ ਸਾਡਾ ਇਹ ਸੀ। ਵੀ 1 ਸਾਲ ਦੇ ਵਿੱਚ ਇਹਨਾਂ ਕਿਹੜਾ ਵੀ ਉੱਥੇ ਕੋਈ ਕਾਲਾ ਜਾਦੂ ਉਹਨਾਂ ਦੇ ਸਿਰ 'ਚ ਧੂੜਿਆ ਵੀ ਲੈ ਵੀ ਇਕੱਲੇ ਇਕੱਲੇ ਦੇ ਸਿਰ 'ਚ ਸਵਾਹ ਪਾਤੀ ਹੁਣ ਉਹ ਆਪਣੇ ਹੀ ਆ। ਇਹ ਤਾਂ ਮਤਲਬ ਕੁਛ ਤੇ ਚੰਗਿਆਈ ਉਹਨਾਂ ਨਾਲ ਕੀਤੀ ਹੈ ਨਾ 1 ਸਾਲ ਵੀ ਜਿਹੜੇ ਉਹ ਰੋਣ ਡਏ। ਕੀ ਖਿਆਲ? ਨਹੀਂ ਬਿਲਕੁਲ ਇੱਕ ਪ੍ਰਾਪਤੀ ਆ। ਤੇ ਮੇਰੇ ਖਿਆਲ ਨਾਲ ਜੇ ਪ੍ਰਾਪਤੀ ਦੀ ਚਰਚਾ ਹੁੰਦੀ ਰਵੇ, ਮੈਂ ਨਹੀਂ ਕਹਿੰਦਾ ਵੀ ਜੇ ਆਪਾਂ ਹੁਣ ਕੀਤੀ ਤੇ ਗਾਹ ਨਾ ਕਰੀਏ, ਮੈਨੂੰ ਲੱਗਦਾ ਜੇ ਕਰਦੇ ਰਹੀਏ ਹੌਲੀ ਹੌਲੀ ਤੇ ਸ਼ਾਇਦ ਉਹ ਬੜੀ ਲੰਮੀ ਦੇਰ ਤੱਕ ਉਹ ਯਾਦ ਰਹੂਗਾ ਵੀ ਯਾਰ ਜੇ ਮੰਨ ਲਓ ਬੰਦਾ ਇੱਧਰ ਆ ਕੇ ਕਿਸੇ ਵੇਲੇ ਨਾ ਥਿੜਕਣ ਲੱਗਦਾ ਤੇ ਉਹਨੂੰ ਜਦੋਂ ਫਿਰ ਚੇਤਾ ਆਉਂਦਾ ਨਹੀਂ ਯਾਰ ਜੇ ਆਪਾਂ ਹੁਣ ਥਿੜਕੇ ਤੇ ਇਹ ਨਾ ਹੋਵੇ ਉਹੀ ਕੰਮ ਹੋਵੇ ਜਿਹੜਾ ਪਹਿਲਾਂ ਹੋਇਆ ਸੀ। ਹੋ ਸਕਦਾ ਵੀ ਮਤਲਬ ਇਸ ਕਰਕੇ ਉਹ ਇਹਦੇ ਨਾਲ ਬੱਝੇ ਰਹਿਣ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ, ਬੱਝੇ ਵੀ ਰਹਿਣਗੇ। ਇਹ ਸਾਰੀਆਂ ਗੱਲਾਂ ਜਦੋਂ ਆਪਾਂ ਸਟੈਪ ਬਾਈ ਸਟੈਪ ਕਰਦੇ ਹਾਂ ਤਾਂ 4 ਚੀਜ਼ਾਂ ਅਸੀਂ ਹੁਣ ਦਿੱਲੀ ਵਾਲਾ ਮੋਰਚਾ ਪੱਟ ਲਿਆ ਤੇ ਪਿੰਡ ਲੈ ਕੇ ਜਾਣੀਆਂ, ਸ਼ਹਿਰ ਮਹੱਲੇ ਦੇ ਵਿੱਚ, ਕਸਬੇ 'ਚ ਲੈ ਕੇ ਜਾਣੀਆਂ। ਪਹਿਲੀ ਗੱਲ ਵਿਧਾਨ ਸਭਾ ਦੀਆਂ ਚੋਣਾਂ ਨੇ। ਦੂਸਰੀ ਗੱਲ ਸਾਡੇ ਆਪਣੇ ਬਹੁਤ ਸਾਰੇ ਲਫੜੇ ਹੁੰਦੇ ਆ, ਝਗੜੇ ਹੁੰਦੇ ਆ। ਉੱਥੇ ਕਿਸਾਨ ਮੋਰਚੇ ਦੇ ਵਿੱਚੋਂ ਸਿਰਫ ਨਾਅਰੇ ਨਹੀਂ ਲੈ ਕੇ ਜਾਣੇ, ਕਿਸਾਨ ਮੋਰਚੇ ਦੀਆਂ ਮੰਤਰੀਆਂ ਦੇ ਨਾਲ ਹੋਈਆਂ 11 ਮੀਟਿੰਗਾਂ ਲੈ ਕੇ ਜਾਣੀਆਂ ਕਿ ਪੇਪਰ ਵਰਕ ਸੀ ਉਹਨਾਂ ਦੇ ਕੋਲੇ, ਉਹਨਾਂ ਦਾ ਦਿਮਾਗ ਬੋਲਦਾ ਸੀ ਕਿਸਾਨ ਆਗੂਆਂ ਦਾ ਕਿ ਤੁਸੀਂ ਦੱਸੋ ਕਿਹੜੇ ਪੁਆਇੰਟ ਦੇ ਉੱਤੇ ਤੁਹਾਡੇ ਨਾਲ ਗੱਲ ਕਰੀਏ। ਤਰਕ ਬੋਲਦਾ ਸੀ। ਅਸੀਂ ਪਿੰਡ ਦੇ ਵਿੱਚ ਚਾਹੇ ਗੁਰੂ ਘਰ ਬਣਾਉਣਾ ਹੈ, ਚਾਹੇ ਪੰਚਾਇਤ ਘਰ ਬਣਾਉਣਾ ਹੈ, ਚਾਹੇ ਪਿੰਡ ਦੀ ਸਕੂਲ ਦਾ ਕੋਈ ਮਸਲਾ, ਚਾਹੇ ਗੁਰੂ ਘਰਾਂ ਦੀ ਗਿਣਤੀ ਦਾ ਕੋਈ ਮਸਲਾ, ਚਾਹੇ ਸੜਕ ਬਣਾਉਣੀ ਹੈ, ਚਾਹੇ ਸੀਵਰੇਜ ਪਾਉਣਾ ਹੈ, ਚਾਹੇ ਗ੍ਰਾਂਟ ਲੈਣੀ ਹੈ, ਚਾਹੇ ਪੰਚਾਇਤੀ ਜ਼ਮੀਨਾਂ ਛਡਾਉਣੀਆਂ, ਉਹ ਸਾਰੀਆਂ ਚੀਜ਼ਾਂ ਅਸੀਂ ਹੁਣ ਇੱਥੋਂ ਕਰਨੀਆਂ, ਧੜਿਆਂ ਦੇ ਨਾਲ ਨਹੀਂ ਕਰਨੀਆਂ। ਕਿਉਂਕਿ ਸਾਨੂੰ 1 ਸਾਲ ਤੋਂ ਵੱਧ ਲੰਬੇ ਕਿਸਾਨ ਮੋਰਚੇ ਨੇ ਦੱਸ ਦਿੱਤਾ ਕਿ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਇੱਥੇ ਪਿਆ ਤੇ ਉਹ ਕਿਸੇ ਦਾ ਨਹੀਂ ਹੈਗਾ, ਉਹ ਤੁਹਾਡਾ ਆਪਣਾ ਹੈ। ਉਹ ਅਸੀਂ ਪਿੰਡ ਦੇ ਵਿੱਚ, ਕਿਉਂਕਿ ਛੋਟੇ ਮਸਲੇ ਹੁੰਦੇ ਅਸੀਂ ਜਾਣਦੇ ਹੁੰਦੇ ਹਾਂ। ਦੂਸਰੀ ਗੱਲ ਜਿਹੜੀ ਲੈ ਕੇ ਜਾਣ ਦੀ ਲੋੜ ਹੈ ਕਿ ਆਮ ਤੌਰ ਦੇ ਉੱਤੇ ਆਪਾਂ ਦੇਖਿਆ ਕਿ ਟੂਰਨਾਮੈਂਟ ਵੀ ਹੋਵੇ ਤਾਂ ਸਾਰੇ ਜਾਣੇ ਸਟੇਜ ਤੇ ਹੁੰਦੇ ਆ, ਪਿੱਛੇ ਕੰਮ ਕਿਹਨੇ ਕਰਨਾ ਉਹ ਨਹੀਂ ਪਤਾ ਹੁੰਦਾ, ਪਿੱਛੇ ਕੰਮ ਕਰਦੇ ਆ, ਉਹਨਾਂ ਨੇ ਉਹ ਸਾਂਭਿਆ। ਇੱਦਾਂ ਹੀ ਤੁਸੀਂ ਹੁਣ ਪਿੰਡ ਸਾਂਭਣੇ ਆ। ਤੀਸਰੀ ਗੱਲ,
ਉੱਥੇ ਜੇ ਝਗੜੇ ਵੀ ਹੁੰਦੇ ਸੀ ਕਿਸਾਨ ਜਥੇਬੰਦੀਆਂ 'ਚ, ਵਿਰੋਧੀ ਵਿਚਾਰ ਵੀ ਹੁੰਦੇ ਸੀ ਤਾਂ ਸੁਣਦੇ ਸੀ। ਜੇ ਕੋਈ ਸਸਪੈਂਡ ਵੀ ਹੋ ਜਾਂਦਾ ਸੀ ਤਾਂ ਉਹ ਵਾਪਸ ਆਉਂਦਾ ਸੀ। ਅਸੀਂ ਕਾਹਤੋਂ ਸਾਰੀ ਉਮਰ ਦੇ ਲਈ ਕੰਧਾਂ ਦੇ ਉੱਤੇ ਕੱਚ ਲਾ ਲੈਣੇ ਆ? ਜੇ ਸਾਡੇ ਮੁਕੱਦਮੇ ਆਪਸ ਦੇ ਵਿੱਚ ਹੈਗੇ ਅਸੀਂ ਉਹ ਹੁਣ ਵਾਪਸ ਲੈਣੇ ਆ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਜਦੋਂ ਕੋਈ ਸਰਕਾਰ ਨਾਲ ਗੱਲਬਾਤ ਕਰਨ ਜਾਂਦੇ ਸੀ ਤਾਂ ਉਹ 40-45 ਜਾਂਦੇ ਸੀ, ਗੱਲ 3 ਜਾਂ 4 ਕਰਦੇ ਸੀ। ਤੁਸੀਂ ਵੀ ਪਿੰਡ ਵਾਲੇ ਇਕੱਠੇ ਹੋਵੋ, ਤੁਹਾਡੇ ਕੋਲੇ ਹਰ ਇੱਕ ਪਾਰਟੀ ਦੇ ਉਮੀਦਵਾਰ ਨੇ ਆਉਣਾ, ਸਤਿ ਸ੍ਰੀ ਅਕਾਲ ਕਹਿਣੀ ਹੈ, ਉਹਨਾਂ ਨੂੰ ਬੈਠਣ ਨੂੰ ਸਾਫ਼ ਸੁਥਰੀ ਥਾਂ ਦੇਣੀ ਆ, ਸਤਿਕਾਰ ਕਰਨਾ, ਹਾਰ ਪਾਉਣੇ ਪਾ ਦਿਓ। ਪਰ ਤੁਹਾਡੇ ਵੱਲੋਂ ਜਿਹੜੇ ਸਿਆਣੇ ਬੰਦੇ ਆ, ਸਾਰੇ ਪਿੰਡ ਦੇ ਰਿਪਰੈਜ਼ੈਂਟੇਟਿਵ ਹੋਣ, ਉਹ ਪ੍ਰਤੀਨਿਧ ਹੋਣ, ਉਹ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਹਿਣ ਜੀ ਪਿਛਲੀ ਵਾਰੀ ਮੈਨੀਫੈਸਟੋ 'ਚ ਤੁਸੀਂ ਆਹ ਵਾਅਦਾ ਕੀਤਾ ਸੀ, ਤੁਹਾਡਾ ਪੂਰਾ ਨਹੀਂ ਜੀ ਹੋਇਆ। ਦੱਸੋ, ਸਾਨੂੰ ਪਰਚਿਆਂ ਪੁਰਚਿਆਂ ਦੀ ਗੱਲ ਨਾ ਕਰੋ। ਸਾਡੇ ਪਿੰਡ ਜੇ ਇੱਕ ਵੀ ਸ਼ਰਾਬ ਦੀ ਬੋਤਲ ਤੁਹਾਡੀ ਪਾਰਟੀ ਵੱਲੋਂ ਵੜ ਗਈ ਤਾਂ ਵੋਟ ਇੱਕ ਨਹੀਂ ਪੈਣੀ। ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਸਾਂਝਾ ਪੋਲਿੰਗ ਬੂਥ ਤੋਂ ਇਲਾਵਾ ਵੱਖਰਾ ਪੋਲਿੰਗ ਬੂਥ ਲਾਉਣ ਨੂੰ ਨਾ ਕਿਹੋ। ਸਾਰਾ ਪਿੰਡ ਐਵੇਂ ਪੋਸਟਰਾਂ ਦੇ ਨਾਲ ਨਾ ਭਰ ਦਿਓ। ਇੱਥੇ ਇੱਕ ਜਗ੍ਹਾ ਦੇ ਉੱਤੇ 3 ਪੋਸਟਰ ਲਾ ਦਿਓ ਤੇ ਨਾਲ ਲਿਖਤੀ ਦੱਸੋ ਕਿ ਤੁਹਾਡੇ ਕੋਲ ਸਾਡੀ ਹੈਲਥ ਲਈ, ਸਿਹਤ ਲਈ, ਸਿੱਖਿਆ ਲਈ, ਵਾਤਾਵਰਣ ਲਈ, ਖੇਤੀ ਲਈ, ਧਰਤੀ ਹੇਠਲੇ ਪਾਣੀ ਲਈ, ਰੁਜ਼ਗਾਰ ਲਈ, ਬੁੱਢੇ ਨਾਲੇ ਦੀ ਸਫਾਈ ਲਈ ਤੁਹਾਡੇ ਕੋਲੇ ਪ੍ਰਬੰਧ ਕੀ ਹੈ, ਤੁਹਾਡੇ ਕੋਲੇ ਕੋਈ ਯੋਜਨਾ ਹੈਗੀ ਹੈ? ਜੇ ਹੈਗੀ ਆ ਤਾਂ ਉੱਤੇ ਪੈਸੇ ਕਿੰਨੇ ਲੱਗਣੇ ਆ? ਜੇ ਸਾਨੂੰ ਕੁਝ ਮੁਫਤ ਦੇਣਾ ਤਾਂ ਪੈਸੇ ਕਿੰਨੇ ਲੱਗਣੇ ਆ? ਉਹ ਪੈਸੇ ਲਿਆਉਣੇ ਕਿੱਥੋਂ ਆ? ਤੇ ਨਾਲ ਹੀ ਉਹਨਾਂ ਸਿਆਣੇ ਬੰਦਿਆਂ ਦੱਸ ਦੇਣਾ ਇੰਨਾ ਪੰਜਾਬ ਸਿਰ ਕਰਜ਼ਾ, ਇੰਨੀਆਂ ਸਰਕਾਰੀ ਜ਼ਮੀਨਾਂ ਗਹਿਣੇ ਨੇ, ਇਹਨਾਂ ਨੂੰ ਪਰੇ ਰੱਖ ਕੇ ਦੱਸਿਓ ਕਿ ਪੈਸੇ ਲਿਆਉਣੇ ਕਿੱਥੋਂ। ਆਹ ਨਹੀਂ, ਜੇ ਇੱਥੋਂ ਦਾ ਕੱਪੜ ਜੀ ਤੇ ਫਿਰ ਤੇ ਮੇਰੇ ਖਿਆਲ ਨਾਲ ਗੱਲ ਕਲੀਅਰ ਹੋ ਜਾਵੇ। ਜੇ ਮੈਂ ਗਲਤ ਨਹੀਂ ਤੇ ਲਗਭਗ ਸਕੂਲ ਤੇ ਹਰੇਕ ਪਿੰਡ 'ਚ ਹੈਗਾ। ਤੇ ਜੇ ਆਪਾਂ ਹੈਲਥ ਡਿਸਪੈਂਸਰੀ ਜੀ ਦੀ ਗੱਲ ਕਰੀ ਤੇ ਉਹ ਵੀ ਦੂਜੇ ਤੀਜੇ ਪਿੰਡ 'ਚੋਂ ਲੱਭ ਜਾਂਦੀ ਆਪਾਂ ਨੂੰ। ਜੇ ਉਦੋਂ ਵੀ ਥੋੜ੍ਹਾ ਜਿਹਾ ਗਾਂਹ ਜਾਣਾ ਤੇ ਆਪਾਂ ਨੂੰ ਉਹ ਵੀ ਫੜ ਲੱਭ ਜਾਣੇ ਜਿਹੜੇ ਆਮ ਉਹਨੇ ਪਿੰਡਾਂ ਦੇ ਵਿੱਚ ਦਾਣਾ ਮੰਡੀ ਟਾਈਪ ਬਣਾਈਆਂ ਹੁੰਦੀਆਂ। ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਦੀ ਹਾਲਤ 'ਚ ਆਮ ਜਾਪੇ ਨਾ ਵੀ ਇਹਦੀ ਥੋੜ੍ਹੀ ਜਿਹੀ ਵਧੇਰੇ ਖਸਤਾ, ਜਿਹੜੇ ਵੀ ਲੀਡਰ ਸਾਹਿਬ ਆਉਣ ਉਹਦਾ ਜ਼ਰੂਰ ਗਰਾਊਂਡ 'ਚ ਰੱਖਣਾ ਪ੍ਰੋਗਰਾਮ, ਜਾਂ ਸਰਪੰਚ ਸਾਹਿਬ ਦੇ ਘਰੇ ਰੱਖਣਾ ਵੀ ਆਲੀਸ਼ਾਨ ਕੋਠੀ ਦੇ ਸ਼ਾਮ ਮੈਨੂੰ ਉਹਦੇ ਰੱਖੋ ਹੀ ਉੱਥੇ ਜੀ। ਨਾਲੇ ਅਗਲੇ ਨੂੰ ਆਖੇ ਵੀ ਵੀਰ ਮੇਰੇ ਆਓ ਜੀ ਉੱਥੇ ਆ ਜਾਓ। ਕਹਿੰਦਾ ਆਉਣਾ ਕਿੱਥੇ ਸਰ, ਤੁਹਾਨੂੰ ਯਾਦ ਕਰਾਈਏ ਇੱਕ ਡਿਸਪੈਂਸਰੀ ਵੀ ਹੈਗੀ ਸਾਡੇ ਪਿੰਡ। ਉਹਦੀ ਹੋਰ ਉੱਥੇ ਕਿਤੇ ਜਾਣਾ, ਤੁਹਾਨੂੰ ਯਾਦ ਕਰਾਈਏ ਸਰ। ਉੱਥੇ ਨਾ ਹੁਣ ਇੱਕ ਤੁਸੀਂ ਮੰਡੀ ਮੁੰਡੀ ਜੀ ਬਣਾਉਣੀ ਸੀ, ਉੱਥੇ ਕੁੱਲ ਮਿਲਾ ਕੇ ਇੱਕ ਪੱਥਰ ਰਹਿ ਗਿਆ, ਉੱਤੇ ਵੀ ਘਸਿਆ ਜਾਂ ਨਾ ਹੀ ਆ ਬਹੁਤੀ ਗੱਲ। ਤੇ ਵੇਲੇ ਜੇ ਕਿਤੇ ਵਾਰਾ ਡੰਗਰ ਉਹ ਖੁਰਕ ਖਰਕ ਉਹਦੇ ਨਾਲ ਕਰਦੇ ਆ, ਇਸ ਤੋਂ ਇਲਾਵਾ ਹੋਰ ਕੁਛ ਹੈ ਨਹੀਂ, ਤੁਸੀਂ ਉੱਥੇ ਆਇਓ। ਉਹ ਕਹਿੰਦੇ ਵੀ ਇੱਦਾਂ ਤੁਹਾਨੂੰ ਵਿਖਾਵਾਂਗੇ ਵੀ ਕਿੰਨਾ ਵਿਕਾਸ ਤੁਸੀਂ ਕਰ ਦਿੱਤਾ ਤੇ ਵਿਕਾਸ ਹੈ ਕਿੱਥੇ ਜੇ ਖੜਾ। ਮੇਰੇ ਖਿਆਲ ਨਾਲ ਉਹਦੇ ਨਾਲ ਇਹ ਹੋਊਗਾ ਵੀ ਹੋ ਸਕਦਾ 2 4 5 ਸਵਾਲਾਂ ਦਾ ਜਵਾਬ ਅਗਲਾ ਦੇਵੇ ਚਾਹੇ ਨਾ ਦੇਵੇ, ਪਰ ਜੇ ਅੱਧਾ ਘੰਟਾ ਉੱਥੇ ਖਲੋ ਉਹਨਾਂ ਚਿਰ ਮਹਿਸੂਸ ਤੇ ਕਰਦਾ ਰਹੋ ਯਾਰ ਕਿੱਥੇ ਖਿਲਾ ਰਿਹਾ ਇਹਨਾਂ ਨੇ ਅੱਜ। ਨਹੀਂ, ਬਹੁਤ ਜ਼ਰੂਰੀ ਹੈ। ਮੈਂ ਤਾਂ ਇਹ ਵੀ ਨਹੀਂ ਇਹ ਚੀਜ਼ਾਂ ਜੇ ਦਿਖਾ ਦਿੱਤੀਆਂ ਜਾਣ ਸੰਧਾਲੀਆ ਸਾਹਿਬ ਫਿਰ ਤਾਂ ਕਮਾਲ ਹੈ। ਉਹਨਾਂ ਨੂੰ ਕੁਛ ਨਹੀਂ ਕਹਿਣਾ ਕਿ ਅਸੀਂ ਜੇ ਇੱਕ ਸਮਾਗਮ ਰੱਖਣਾ ਉਹ ਦੱਸੋ ਜੀ ਆਉਂਦੇ ਆ। ਸਰਕਾਰੀ ਹਸਪਤਾਲ ਰੱਖਣਾ ਸੀ, ਉੱਥੇ ਬਹਿੰਦੇ ਆ ਤੇ ਮੰਡੀ 'ਚ ਰੱਖਦੇ ਆ, ਪੱਕਾ ਫਾੜਿਆ, ਉੱਪਰ ਸ਼ੈੱਡ ਆ, ਕਮਾਲ ਹੋਈ ਪਈ ਆ। ਉੱਥੇ ਕਿਸਾਨਾਂ ਲਈ ਤੁਸੀਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ, ਉੱਥੋਂ ਹੀ ਤੁਹਾਨੂੰ ਪਿਆਵਾਂਗੇ। ਜਾਣੀ ਮਾੜਾ ਸ਼ਬਦ ਨਹੀਂ ਬੋਲਣਾ, ਨਹੀਂ ਲੋੜ ਹੀ ਨਹੀਂ। ਇੱਕ ਚੀਜ਼ ਹੋਰ ਵੀ ਕਹਿਆ ਦੇਖੀ ਬੰਦੇ ਕਹਿੰਦੇ ਯਾਰ ਉਹਨਾਂ ਦੀ ਸਰਕਾਰੀ ਥਾਂ ਉੱਥੇ ਜਾ ਨਹੀਂ ਸਕਦੇ। ਇਹ ਗੱਲਾਂ ਕਾਨੂੰਨ ਦੇ ਹਿਸਾਬ ਉਹਨਾਂ ਨੇ ਪਾਈਆਂ ਪੂਈਆਂ ਜ਼ਰੂਰ ਹੁੰਦੀਆਂ। ਇਹ ਕਹੋ ਵੀ ਜੀ ਉਸੇ ਸਰਕਾਰੀ ਥਾਂ ਤੇ ਸਾਲ ਦੇ 365 ਦਿਨਾਂ ਦੇ ਵਿੱਚੋਂ 364 ਦਿਨ ਜਾਂ 12 ਡੰਗਰ ਹੁੰਦੇ ਆ ਜਾਂ ਕੁੱਤੇ ਹੁੰਦੇ ਆ, ਹੋਰ ਕੋਈ ਨਹੀਂ, ਤੇ ਅੰਦਰ ਭੂੰਡਾਂ ਦੀਆਂ ਖੱਖਰਾਂ ਹੁੰਦੀਆਂ। ਉਹ ਜੇ ਸਾਰਾ ਕੁਝ ਉੱਥੇ ਹੋ ਸਕਦਾ ਤੇ ਫਿਰ ਇੱਕ ਅੱਧਾ ਬੰਦਾ ਵੀ ਤਾਂ ਸਰਕਾਰੀ ਉੱਥੇ ਜਾ ਕੇ ਵੇਖ ਹੀ ਸਕਦਾ ਵੀਰ ਇਹ ਬਣਾਇਆ ਕੀ ਸੀ, ਕਾਗਜ਼ ਦੇ ਵਿੱਚ ਨਕਸ਼ਾ ਕੀ ਸੀ, ਕਿੰਨੇ ਕਰੋੜ ਲਾਇਆ ਸੀ, ਉਦੋਂ ਬਾਅਦ ਪਤਾ ਨਹੀਂ ਅੱਗੇ ਪਿੱਛੇ ਕਿੰਨੇ ਕਿ ਇਹਦੇ ਤੇ ਰਿਪੇਅਰ ਤੇ ਲੱਗੇ ਹੋਣੇ ਆ, ਅਸਲ ਦੇ ਵਿੱਚ ਇਹ ਪੈਸੇ ਦਾ ਬਣਿਆ ਕਿ ਉਹ ਤੇ ਦੇਖੋ। ਨਹੀਂ, ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ। ਅਸੀਂ ਤਾਂ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਰੇ ਪਿੰਡਾਂ ਦੇ ਲੋਕ ਜਦੋਂ ਕੋਈ ਉਮੀਦਵਾਰ ਸਾਹਿਬ, ਲੀਡਰ ਸਾਹਿਬ, ਸੱਤਾਧਾਰੀ ਵਿਰੋਧੀ ਪਾਰਟੀ ਨੂੰ ਸਤਿਕਾਰ ਕਰਦੇ, ਇਹ ਪੁੱਛਣਾ ਹੀ ਕਿ ਜੀ ਤੁਸੀਂ ਸਾਨੂੰ ਇਹ ਦੱਸਣਾ ਕਿ ਸਾਡੇ ਪਿੰਡ ਸਰਕਾਰੀ ਸਕੂਲ ਦੇ ਵਿੱਚ ਟੀਚਰ ਕਿੰਨੇ ਨੇ, ਬੱਚੇ ਕਿੰਨੇ ਨੇ, ਅੰਕੜਾ ਲੈ ਕੇ ਆਉਣ। ਸਾਡੇ ਪਿੰਡੋਂ ਸਰਕਾਰੀ ਹਸਪਤਾਲ ਕਿੰਨੀ ਦੂਰ ਆ, ਉਹਦੇ ਵਿੱਚ ਅਸਾਮੀਆਂ ਕਿੰਨੀਆਂ ਖਾਲੀ ਆ ਤੇ ਕਿੰਨੀਆਂ ਭਰੀਆਂ। ਸਾਡੇ ਪਿੰਡੋਂ ਸਰਕਾਰੀ ਹਸਪਤਾਲ, ਸਰਕਾਰੀ ਕਾਲਜ ਜਾਣ ਦੇ ਲਈ ਕਿੰਨੀਆਂ ਸਰਕਾਰੀ ਬੱਸਾਂ ਲੱਗੀਆਂ, ਜੇ ਸਰਕਾਰੀ ਬੱਸਾਂ ਨਹੀਂ ਲੱਗੀਆਂ ਤਾਂ ਨਿੱਕੇ ਨਿਆਣੇ ਜਾਣ ਕਿੱਦਾਂ। ਇੰਨਾ ਕੀ ਪੁੱਛਣਾ ਹੈ। ਪਸ਼ੂਆਂ ਦਾ ਹਸਪਤਾਲ ਕਿੰਨੀ ਦੂਰ ਹੈ, ਕਿੰਨੀਆਂ ਅਸਾਮੀਆਂ ਨੇ, ਕਿੰਨੀ ਦੇਰ ਉਹ ਖਾਲੀ ਰਹੀ, ਕਦੋਂ ਤੁਸੀਂ ਭਰੀ ਆ, ਦਵਾਈਆਂ ਉੱਥੇ ਕਿੰਨੇ ਤਰ੍ਹਾਂ ਦੀਆਂ, ਤਾਂ ਜੋ ਇਹ ਜਿਹੜੇ ਸਾਡੇ ਲੀਡਰਾਂ ਦੇ ਨਾਲ ਸਲਾਹਕਾਰ ਹੁੰਦੇ ਆ, ਉਹਨਾਂ ਦੇ ਸਹਾਇਕ ਹੁੰਦੇ ਆ, ਉਹ ਇਕੱਲਾ ਇਹ ਨਾ ਦੱਸਣ ਕਿ ਆਹ ਬੰਦਾ ਭੰਨ ਕੇ ਨਾਲ ਲਿਆਉਣਾ, ਆਹ ਬੰਦਾ ਉੱਧਰ ਜਾਣ ਤੋਂ ਰੋਕਣਾ, ਇਹਦੇ ਘਰੇ ਆਪਾਂ ਪਹਿਲਾਂ ਜਾਣਾ, ਆਪਣਾ ਖਾਸ ਬੰਦਾ, ਆਮ ਬੰਦਾ, ਉਹਨਾਂ ਦੀ ਸਾਰੀ ਕੈਲਕੂਲੇਸ਼ਨ ਕਾਰ 'ਚ ਬੈਠੇ ਹੁੰਦੇ। ਲੀਡਰ ਸਾਹਿਬ ਆ ਵੀ ਦੱਸਣਾ, ਤੁਸੀਂ ਕਾਗਜ਼ ਕੋਲ ਫੜ ਲਓ, ਅਗਲਿਆਂ ਪੁੱਛਣਾ ਹੀ। ਤੇ ਜੇ ਉਹ ਤੁਹਾਡੇ ਕੋਲੇ ਆ ਕੇ ਸਾਰਾ ਕੁਝ ਦੱਸਣਗੇ ਤਾਂ ਸ਼ਾਇਦ ਉਹਨਾਂ ਨੂੰ ਤੁਹਾਡੀ ਸਮੱਸਿਆ ਦਾ ਪਤਾ ਲੱਗੂ ਤੇ ਤੁਸੀਂ ਵੀ ਜਦੋਂ ਦਰੀ ਵਿਛਾਉਣੀ ਹੈ ਸਤਿਕਾਰ ਪੂਰਾ ਕਰਨਾ ਹੈ। ਯਾਨੀ ਸਤਿਕਾਰ 'ਚ ਨਹੀਂ ਕਮੀ ਰੱਖਣੀ। ਅਸੀਂ ਘਰਾਂ ਦੇ ਵਿੱਚ ਵੀ ਕੋਸ਼ਿਸ਼ ਕਰਦੇ ਹੁੰਦੇ, ਇੱਕ ਕੰਮ ਸਾਰੇ ਤਾਂ ਨਹੀਂ ਹੁੰਦੇ, 30% ਰਹਿ ਜਾਂਦੇ ਆ, 30% ਦੀ ਛੂਟ, ਠੀਕ ਹੈ ਜੀ। ਦਰੀ ਦੇ ਉੱਤੇ ਵਿਚਾਲੇ ਕੁਛ ਇੱਦਾਂ ਲੀਕ ਜੀ ਮਾਰ ਲੈਣੀ ਆ ਜੀ, ਆਹ ਕੌਣ ਆ, ਆਹ ਸਾਡੇ ਪਿੰਡ ਦੇ ਪੜ੍ਹੇ ਲਿਖੇ ਨੇ, ਬੇਰੁਜ਼ਗਾਰ ਨੇ, ਆਹ ਸਾਡੇ ਪਿੰਡ ਦੇ ਪੜ੍ਹੇ ਲਿਖੇ ਨੇ, ਇਹ ਕੱਚੇ ਮੁਲਾਜ਼ਮ ਨੇ, ਆਹ ਸਾਡੇ ਪਿੰਡ ਦੇ ਪੜ੍ਹੇ ਲਿਖੇ ਨੇ, ਪੱਕੇ ਨੇ, ਹੋ ਸਕਦਾ ਪੱਕਿਆਂ ਵਾਲੀ ਦਰੀ ਖਾਲੀ ਹੋਵੇ, ਆਹ ਸਾਡੇ ਪਿੰਡ ਦੇ ਬਜ਼ੁਰਗ ਨੇ,
ਠੀਕ ਹੈ ਜੀ। ਆਹ ਸਾਡੇ ਪਿੰਡ ਦੇ ਨੌਜਵਾਨ ਉਹ ਨੇ ਜਿਹੜੇ ਕਰਜ਼ਾ ਲੈਣਾ ਚਾਹੁੰਦੇ ਆ ਤਾਂ ਜੋ ਆਪਣਾ ਉਦਮ ਸ਼ੁਰੂ ਕਰਨ। ਆਹ ਸਾਡੇ ਪਿੰਡ ਦੇ ਉਹ ਨੇ ਜਿਹੜੇ ਪੜ੍ਹਨਾ ਚਾਹੁੰਦੇ ਸੀ ਪਰ ਸਰਕਾਰੀ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਨਹੀਂ ਸੀ, ਹੁਣ ਤਾਂ ਚਲੋ ਪ੍ਰਗਟ ਸੂਰੇ ਨੇ ਭਰਤੀ ਕੀਤੇ ਆ, ਇਹ ਪੜ੍ਹ ਸਕਦੇ ਸੀ। ਜਾਣੀ 5-6 ਪੋਰਸ਼ਨ ਬਣਾ ਲਿਓ ਜਿੱਦਾਂ ਤੁਸੀਂ ਉੱਥੇ ਲਾਉਂਦੇ ਸੀ ਕਿਸਾਨ ਯੂਨੀਅਨ ਫਲਾਨੀ, ਮਜ਼ਦੂਰ ਯੂਨੀਅਨ ਫਲਾਨੀ, ਉੱਥੇ ਬਾਅਦ ਲਿਖ ਕੇ ਲਾ ਲੈਣਾ ਹੀ, ਬਹੁਤੀਆਂ ਗੱਲਾਂ ਦੱਸਣ ਦੀ ਵੀ ਲੋੜ ਨਹੀਂ। ਤੇ ਮੈਂ ਨਾ ਵੀ ਉਹ ਜਿਹੜੇ ਬਜ਼ੁਰਗ ਆ ਨਾ ਉਹਨਾਂ ਦੇ ਹੱਥ 'ਚ ਕਾਪੀ ਜ਼ਰੂਰ ਹੋਵੇ। ਕਾਪੀ ਇਹ ਨਹੀਂ ਬੈਂਕ ਵਾਲੀ ਤੇ ਪੈਨਸ਼ਨ ਮਿਲਦੀ ਆ, ਕਾਪੀ ਆਮ 10 ਵਾਲੀ ਹੋਵੇ, ਉਹਦੇ ਕੱਲੇ ਵਰਕੇ ਤੇ ਨਾ ਪੂਰੇ ਪਿਛਲੇ ਸਾਲਾਂ ਦਾ ਹਿਸਾਬ ਹੋਵੇ ਵੀ ਸਾਹਿਬ ਜੀ ਤੁਸੀਂ ਇੰਨੀ ਪੈਨਸ਼ਨ ਕਹੀ ਸੀ ਤੇ ਜੇ ਹਰੇਕ ਮਹੀਨੇ ਦਿੰਦੇ ਤੇ ਮੇਰੇ ਇੰਨੇ ਬਣਨੇ ਸੀ। ਆ ਅਗਲੇ ਪਾਸੇ ਮਾਈਨਸ ਦਾ ਨਿਸ਼ਾਨ ਹੈ, ਮੇਰੇ ਇੰਨੇ ਘਟਦੇ ਆ, ਦੱਸੋ ਕਿੱਥੋਂ ਦਿਓਗੇ? ਇਹ ਪਿਛਲੇ ਮੈਨੂੰ ਪੂਰੇ ਕਰ ਦਿਓ ਤੇ ਅਗਲਾ ਦਾ ਮੇਰੇ ਨਾਲ ਹਿਸਾਬ ਕਰ ਲਓ, ਇੱਥੇ ਗੱਲ ਨਿਬੜ ਜਾਣੀ। ਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹਨੇ ਘਰ ਬਣਾਇਆ, ਖੋਲਾ ਕੋਈ ਛੱਤਿਆ, ਮੋਟਰ ਵਾਲਾ ਕੋਠਾ ਛੱਤਿਆ ਜਾਂ ਕਿਸੇ ਨੇ ਖਣਕ ਜਿਹੜਾ ਉਹ ਕੋਠਾ ਪਾਇਆ, ਉਹ ਦੱਸ ਦੇਣ ਉਹਨਾਂ ਨੂੰ ਕਿ ਰੇਤਾ ਕਿੰਨੀ ਲਿਆਂਦੀ ਪਿਛਲੇ ਸਮੇਂ 'ਚ, ਕਿੰਨੇ ਨੂੰ ਟਰਾਲੀ ਮਿਲੀ ਹੈ, ਬਸ ਇੰਨਾ ਕੁ ਦੱਸਣਾ। ਇਹ ਨਹੀਂ ਪੁੱਛਣਾ ਕਿ ਸਸਤੀ ਕਿਉਂ ਨਹੀਂ ਕੀਤੀ। ਨਹੀਂ, ਇਹ ਵੀ ਕਹਿ ਦੇਣ ਵੀ ਅਸੀਂ ਇੰਨੇ ਨੂੰ ਲਈ ਸੀ, ਤੁਸੀਂ 5.5 ਨੂੰ ਕਹਿੰਦੇ ਹੋ, ਉਹਦੇ ਹਿਸਾਬ ਨਾਲ ਅਸੀਂ ਇੰਨੇ ਦੇ ਹਟਿਆ ਜੀ, ਉਹਦਾ ਕੀ ਹਿਸਾਬ ਆ? ਬਾਕੀ ਇੱਥੇ ਰੱਖ ਦਿਓ। ਚਲੋ ਸਤਿਕਾਰ ਕਰਨਾ ਨਹੀਂ, ਉਹ ਤੋਂ ਬਿਨਾਂ ਗੁਜ਼ਾਰਾ ਨਹੀਂ, ਉਹ ਤੋਂ ਬਿਨਾਂ ਨਹੀਂ, ਪੂਰਾ ਸਤਿਕਾਰ ਨਾ ਵੀ ਦੱਸ ਸਕਣ ਤਾਂ ਵੀ ਕੋਈ ਨਹੀਂ। ਹੁਣ ਉਹਨਾਂ ਦਾ ਹੱਕ ਆ, ਉਹ ਪਿੰਡਾਂ 'ਚ ਆਉਣਗੇ, ਪ੍ਰਚਾਰ ਕਰਨਗੇ, ਰੋਕਣਾ ਨਹੀਂ, ਕਿਉਂਕਿ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਕਿਉਂਕਿ ਕਿਸਾਨ ਮੋਰਚੇ 'ਚ ਹਮੇਸ਼ਾ ਉਹ ਕਹਿੰਦੇ ਸੀ ਮਜ਼ਦੂਰਾਂ ਦਾ ਸਾਥ ਲੈ ਕੇ ਕਿ ਸਰਕਾਰ ਗੱਲ ਕਰੇ, ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਟੇਬਲ ਟਾਕ ਕਰਨੀ ਹੈ, ਵਿਰੋਧ ਨਹੀਂ ਬਹੁਤਾ ਕਰਨ ਦੀ ਲੋੜ, ਕਿਉਂਕਿ ਕਮਿਊਨੀਕੇਸ਼ਨ ਦੇ ਵਿੱਚ ਨਾ ਕੰਮ ਬੜਾ ਸੂਤਰ ਆਉਂਦਾ ਹੀ। ਨਹੀਂ, ਕੰਮ ਸੂਤਰ ਆ ਗਿਆ। ਚਲੋ ਹੁਣ ਜੇ ਹੌਲੀ ਰਾਜਨੀਤੀ ਵਾਲੀ ਆਪਾਂ ਗੱਲ ਛੇੜ ਲਈ ਆ, ਰੇਤ ਬਜਰੀ ਤੋਂ ਯਾਦ ਆ ਗਿਆ, ਪ੍ਰਧਾਨ ਸਾਹਿਬ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਸਾਹਿਬ ਫਿਰ ਪੱਤਰਕਾਰ ਭਾਈਚਾਰੇ 'ਚ ਬੈਠੇ ਤੇ ਉਹ ਕਹਿੰਦੇ ਵੀ ਸਿੱਧੂ ਸਾਹਿਬ ਤੁਸੀਂ ਰੋਜ਼ ਹੀ ਕਹਿ ਦਿੰਦੇ ਹੋ ਵੀ ਮੇਰਾ ਪਲਾਨ ਆ, ਮੇਰਾ ਪਲਾਨ ਹੈ। ਕੀ ਕਹਿੰਦੇ? ਪਲਾਨ ਪੂਰਾ ਸੈੱਟ ਹੈ, ਤੁਸੀਂ ਪਰਵਾਹ ਨਾ ਕਰੋ, ਪੰਜਾਬ ਦੇ ਲੋਕਾਂ ਦੇ ਕੋਲ ਮੈਂ ਕੱਲੀ ਚੀਜ਼ ਰੱਖਤੀ, ਲੈ ਨਿੱਕਾ ਨੋਟ ਕਰ ਲਾ, ਮੈਂ ਫਿਰ ਕਰਾ ਦਿੰਦਾ। ਕਹਿੰਦੇ ਵੀ ਰੇਤ ਭਾਈ ਸਾਹਿਬ ਐ ਚਿੱਟੀ 1300 ਕਿਲੋਮੀਟਰ ਸਾਡੇ ਕੋਲੇ ਦਰਿਆ, ਤੁਸੀਂ ਦੇਖੋ ਤੇ ਸਹੀ ਵੀ ਅਸੀਂ ਜਦੋਂ ਆਪ ਕਾਰਪੋਰੇਸ਼ਨ ਬਣਾ ਕੇ ਵੇਚਣੀ ਸ਼ੁਰੂ ਕੀਤੀ, ਪੈਸਾ ਆਊ ਪੰਜਾਬ ਦੇ ਖਜ਼ਾਨੇ 'ਚ। ਫਿਰ ਕਹਿੰਦੇ ਸ਼ਰਾਬ ਦੇ ਮੈਂ ਹੱਕ 'ਚ ਹੈ ਨਹੀਂ ਗਾ, ਜਿੰਨੀ ਪੀਣੀ ਸੀ ਬਾਪੂ ਪੀ ਗਿਆ, ਮੈਂ ਪੀਂਦਾ ਨਹੀਂ। ਬਸ ਇੰਨਾ ਜ਼ਰੂਰ ਹੈ ਵੀ ਜੇ ਤੋਂ ਪੈਸੇ ਆਉਂਦੇ ਤਾਂ ਮੈਂ ਲਊਂਗਾ ਜ਼ਰੂਰ, ਤੇ ਉਹ ਪੈਸੇ ਆਉਣਗੇ ਪੰਜਾਬ ਦੇ ਖਜ਼ਾਨੇ 'ਚ। ਫਿਰ ਇਹ ਸਾਰਾ ਪੈਸਾ ਆਪਾਂ ਲਾਉਣਾ ਲੋਕਾਂ ਦੇ ਵਿੱਚੋਂ। ਫਿਰ ਆਪਣਾ ਕਾਲਾ ਪੱਤਰਕਾਰ ਵੀ ਹੁੰਦਾ, ਉਹ ਪ੍ਰਧਾਨ ਜੀ ਇੱਕ ਮੇਰਾ ਸਵਾਲ ਵੀ ਸੀ, ਕਹਿੰਦੇ ਦੱਸੋ ਪ੍ਰਧਾਨ ਜੀ ਤੁਸੀਂ ਆਪਣੇ ਤੌਰ ਤੇ ਟਿਕਟਾਂ ਲਾਸ ਕਰੀ ਜਾਂਦੇ ਜੀ। ਉਹ ਕਹਿੰਦੇ ਬਈ ਤਾਂ ਪਿੱਛੋਂ ਦਾ ਕੋਈ ਗੱਲਬਾਤ ਹੋਈ ਨਹੀਂ ਹੈ, ਕਹਿੰਦੇ ਨਿੱਕੀਆਂ ਗੱਲਾਂ ਕਰਦੇ। ਆਹ ਮੇਰੇ ਨਾਲ ਰਾਜਾ ਵੜਿੰਗ ਬੈਠਾ, ਇਹਨੂੰ ਕੀ ਗੱਲ ਟਿਕਟ ਨਹੀਂ ਦੇਣੀ? ਤੇ ਹੁਣ ਜੇ ਮੈਂ ਇਹਦਾ ਨਾਂ ਲੈ ਦੇਵਾਂ ਤੇ ਫੀਕੇ ਮਾਰ ਜਾ ਕੋਈ। ਦੇਖੋ ਮਤਲਬ ਹਾਜ਼ਰ ਜਵਾਬੀ ਦੇ ਵੈਸੇ ਤੁਸੀਂ ਆਪਦੀ ਠੀਕ ਆ, ਨਹੀਂ ਹਾਜ਼ਰ ਜਵਾਬੀ ਠੀਕ ਹੈ, ਲੀਡਰ ਕਾਹਦਾ ਜਿਹੜਾ ਹਾਜ਼ਰ ਜਵਾਬ ਨਾ ਹੋਇਆ, ਕਿਉਂਕਿ ਆਪਣੇ ਉਹ ਪਿਰਤ ਹੈ ਨਹੀਂ ਨਾ, ਕੋਈ ਨਹੀਂ ਮੈਂ ਕੱਲ ਨੂੰ ਦੱਸੂਗਾ। ਉਹ ਤਾਂ ਮੌਕੇ ਤੇ ਸਵਾਲ ਮੁੱਕਣ ਤੋਂ ਪਹਿਲਾਂ ਅਗਲੇ ਦੇ ਬੁੱਲ ਜੇ ਬੰਦ ਹੋਏ ਨਾ, ਹੁਣ ਤੁਹਾਡੇ ਖੁੱਲੇ ਚਾਹੀਦੇ ਆ। ਦੇਖੋ ਸੰਧਾਲੀਆ ਸਾਹਿਬ, 2-3 ਚੀਜ਼ਾਂ ਨੇ। ਨਵਜੋਤ ਸਿੰਘ ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ, ਕਿਉਂਕਿ ਜੇ ਲੀਡਰ ਆਪਣੇ ਚੰਗੇ ਹੁੰਦੇ ਤਾਂ ਪੰਜਾਬ ਚੰਗਾ ਹੁੰਦਾ, ਇਹ ਗੱਲ ਮੰਨਣੀ ਪਊ। ਪਾਰਟੀ ਦੇ ਅੰਦਰ ਕੀ ਹੁੰਦਾ, ਬਾਹਰ ਕੀ ਹੁੰਦਾ, ਪਰ ਕੁਝ ਨੁਕਤੇ ਨੇ। ਜਿੱਦਾਂ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਆਖੀ ਕਿ ਸੇਵਾ ਮੁਕਤ ਜਸਟਿਸ ਕੁਲਦੀਪ ਸਿੰਘ ਹੋਰਾਂ ਦੀ ਰਿਪੋਰਟ, ਉਹ ਕਹਿੰਦੇ ਜੀ ਮੋਹਾਲੀ 'ਚ 900 ਏਕੜ ਥਾਂ 2 ਮੁੱਖ ਮੰਤਰੀਆਂ ਨੇ ਦੱਬੀ ਹੋਆ। 900 ਏਕੜ ਜੀ, 1.5 ਲੱਖ ਕਰੋੜ ਦੀ ਜ਼ਮੀਨ। ਉਹਨਾਂ ਨੇ ਕਿਹਾ ਕਿ 1.5 ਲੱਖ ਕਰੋੜ ਦੀ ਜ਼ਮੀਨ ਜਿਹੜੀ ਮੋਹਾਲੀ 'ਚ ਦੱਬੀ ਹੋਆ, 1.5 ਲੱਖ ਕਰੋੜ ਰੁਪਈਆ ਬਹੁਤ ਜ਼ਿਆਦਾ ਹੁੰਦਾ। ਤੇ ਨਾਲ ਉਹ ਕਹਿੰਦੇ ਕਿ ਮੈਂ ਅੱਜ ਨਾਂ ਨਹੀਂ ਲੈਣਾ, ਰਿਪੋਰਟ ਦੱਸਦੀ ਉਹਨਾਂ ਨੇ ਕਿਹੜੀ ਆ, ਰਿਪੋਰਟ ਸਾਹਮਣੇ ਆ, ਉਹਦੇ ਵਿੱਚ ਉਹ ਕਲੀਅਰ ਹੋ ਸਕਦਾ। ਇਹਦਾ ਮਤਲਬ ਹੈ ਕਿ ਜੇ ਇੱਕ ਬੰਦੇ ਨੂੰ ਪਤਾ, ਬਹੁਤ ਸਾਰੀਆਂ ਟਿੱਪਣੀਆਂ ਆ ਸਕਦੀਆਂ, ਫਿਰ ਉਹ ਕਾਰਵਾਈ ਕਰਾ ਦੇਵੇ, ਸਰਕਾਰ ਉਹਦੀ ਹੈ, ਉਹਨੂੰ ਤਾਂ ਏਜੀ ਬਦਲਾਉਣ ਨੂੰ ਵੀ ਅਸਤੀਫਾ ਦੇਣਾ ਪੈਂਦਾ। ਵੈਸੇ ਪ੍ਰਧਾਨਗੀ ਤੋਂ ਇਹ ਗੱਲ ਕਰਦੇ ਆ, ਪਰ ਮੈਂ ਕਹਿੰਦਾ ਕਿ ਕਿਸੇ ਬੰਦੇ ਨੇ ਹਿੰਮਤ ਤਾਂ ਕੀਤੀ। ਹੁਣ ਸਾਡੇ ਤੁਹਾਡੇ ਵਰਗੇ ਬੰਦੇ ਪੜਤਾਲ ਕਰਨਗੇ, ਆਮ ਜਿਹੜੇ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਨੇ, ਉਹ ਰਿਪੋਰਟ ਲੱਭਣ ਦੀ, ਖੋਜਣ ਦੀ ਗੱਲ ਕਰਨਗੇ। ਜੇ ਇੱਕ ਜ਼ਿਲ੍ਹੇ 'ਚ ਦੱਬੀਓ ਆ, ਬਾਕੀਆਂ 'ਚ ਥੋੜ੍ਹੀ ਹੋਊਗੀ, ਪਰ ਦੱਬੀਓ ਉੱਥੇ ਵੀ ਹੋਊਗੀ। ਇਹਦੇ ਤੋਂ ਇਲਾਵਾ ਦੂਸਰਾ ਮਸਲਾ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਪਲਾਨ ਹੈਗਾ ਹੀ, ਆਪਾਂ ਉਹਨੂੰ ਲਾਗੂ ਕਰਾਂਗੇ। ਦੇਖੋ ਦੇਸ਼ ਦੇ ਕਈ ਸੂਬਿਆਂ 'ਚੋਂ ਲਾਗੂ ਹੋਇਆ, ਉਹਨਾਂ ਨੇ ਰੁਪਈਏ ਕਮਾਏ ਆ। ਆ ਜਿਹੜੇ ਸਾਡੇ ਨਿਆਣਿਆਂ ਦੇ ਪਿਛਲੇ ਦਿਨੀ ਕੁੱਟ ਪਈ ਆ ਮਾਨਸੇ 'ਚ, ਉਹ ਨਹੀਂ ਸੀ ਪੈਣੀ ਜੇ ਰੇਤਾ ਸਰਕਾਰੀ ਪੱਧਰ ਤੇ ਵਿਕਦੀ, ਸਾਡੇ ਖਜ਼ਾਨੇ 'ਚ ਪੈਸੇ ਹੁੰਦੇ ਤਾਂ ਲੀਡਰ ਫਿਰ ਉਹਨਾਂ ਨੂੰ ਤਨਖਾਹਾਂ ਦਿੰਦੇ। ਉਹ ਕੁੱਟ ਨਹੀਂ ਸੀ ਪੈਣੀ ਜੇ 1.5 ਲੱਖ ਕਰੋੜ ਜੰਗਲਾਤ ਵਿਭਾਗ ਦੀ ਜ਼ਮੀਨ ਲਾ ਲਓ, ਜਿਹੜੀ ਮਰਜ਼ੀ ਲਾ ਲਓ, ਨਾ ਦੱਬੀਓ ਹੁੰਦੀ। 900 ਏਕੜ ਜੇ 2 ਮੁੱਖ ਮੰਤਰੀਆਂ ਦੇ ਥੱਲੇ ਨਾ ਹੁੰਦੀ, ਉਹ ਕਿਹੜੇ ਸੂਬੇ ਦੇ ਮੁੱਖ ਮੰਤਰੀ ਆ ਸਾਨੂੰ ਨਹੀਂ ਪਤਾ। ਕਹਿਣ ਦਾ ਭਾਵ ਮੁੱਦੇ ਚੁੱਕੇ ਜਾ ਰਹੇ ਆ। ਅਸੀਂ ਤੇ ਇਹ ਚਾਹੁੰਦੇ ਹਾਂ ਸਿਆਸੀ ਪਾਰਟੀਆਂ ਨੂੰ ਕਿ ਭਾਈ ਬਾਕੀ ਸਾਰੇ ਬੰਦੇ
ਸੁਖਬੀਰ ਸਿੰਘ ਬਾਦਲ ਸਾਹਿਬ ਵੀ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਵੀ, ਭਗਵੰਤ ਮਾਨ ਸਾਹਿਬ ਵੀ, ਰਾਘਵ ਚੱਡਾ ਸਾਹਿਬ ਵੀ, ਤੇ ਨਾਲ ਦੀ ਨਾਲ ਅਸ਼ਵਨੀ ਸ਼ਰਮਾ ਸਾਹਿਬ ਵੀ, ਪਰਮਿੰਦਰ ਸਿੰਘ ਢੀਂਡਸਾ ਸਾਹਿਬ ਵੀ, ਜਿੰਨੇ ਸਾਡੇ ਸਾਹਿਬ ਨੇ ਸਿਆਸੀ ਪਾਰਟੀਆਂ ਦੇ, ਉਹ ਸਾਰੇ ਹੀ ਸਾਹਿਬ ਬਾਕੀ ਸਾਰਾ ਕੰਮ ਛੱਡ ਦਿਓ, ਤੁਸੀਂ 1.5 ਲੱਖ ਕਰੋੜ ਦੀ ਮੁਹੱਲੇ ਵਾਲੀ ਜ਼ਮੀਨ ਛਡਾ ਦਿਓ। ਜੇ ਤੁਸੀਂ ਚੁੱਪ ਰਹੇ ਤਾਂ ਸਾਨੂੰ ਲੱਗੂਗਾ ਕਿ ਭਾਈ ਤੁਸੀਂ ਸਹਿਮਤ ਨਹੀਂ। ਜੇ ਤੁਸੀਂ ਸਹਿਮਤ ਹੋ ਕੇ ਕਿਤੇ ਨਾ ਕਿਤੇ ਕੁਛ ਮਰਲਾ ਕਨਾਲ ਦੱਬੀਓ ਆ, ਫਿਰ ਬੋਲੋ। ਜਿਹੜੀ ਇਹ ਗੱਲ ਜਿੱਥੇ ਜੇ ਜਾ ਕੇ ਫਸ ਗਈ ਨਾ, ਇਹ ਮੈਨੂੰ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੰਗ ਤਾਂ ਕਰੂ। ਕਿਉਂਕਿ ਹੁਣ ਜੇ ਇਸ ਮੁੱਦੇ ਦੀ ਆਪਾਂ ਗੱਲ ਕਰੀਏ ਤੇ ਆਪਾਂ ਫਿਰ ਯਾਦ ਕਰਾ ਦਿੰਦੇ ਹਾਂ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਜਦੋਂ ਸ਼ੁਰੂ 'ਚ ਅਜੇ ਮੰਤਰੀ ਬਣੇ ਸੀ, ਉਦੋਂ ਵੀ ਇਹਨਾਂ ਨੇ ਇਹ ਮੁੱਦੇ ਚੁੱਕੇ ਸੀ ਵੀ ਸ਼ਾਮਲਾਟ ਜ਼ਮੀਨਾਂ ਨੇ ਮਹਾਰਾਜ ਉਹ ਦੱਬੀਆਂ ਨੇ, ਜੇ ਆਪਾਂ ਉਹੀ ਜ਼ਮੀਨਾਂ ਕੱਢ ਕੇ ਲੋਕਾਂ ਦੇ ਥੱਲਿਓਂ ਤੇ ਵੇਚ ਦਈਏ, ਜੇ ਉਹ ਨਹੀਂ ਕੱਢਣੀਆਂ ਚਾਹੁੰਦੇ, ਨਹੀਂ ਛੱਡਣੇ ਚਾਹੁੰਦੇ ਤਾਂ ਉਹਨਾਂ ਤੋਂ ਪੈਸੇ ਲੈ ਲਓ, ਉਹ ਸਾਰੇ ਦੇ ਨਾਲ ਪੰਜਾਬ ਦਾ ਕਰਜ਼ਾ ਲੈ ਜੂ, ਪੰਜਾਬ ਪੈਰਾਂ ਸਿਰ ਆ ਜੂ। ਹੁਣ ਜੇ ਇਸ ਗੱਲ ਨੂੰ ਮੰਨ ਲਓ ਆਪਾਂ 4 ਸਾਲ ਹੋ ਗਏ ਕਹਿ ਲਈਏ, ਤੇ 4 ਸਾਲ ਪਹਿਲਾਂ ਜੋ ਸਾਰਾ ਕੁਝ ਕੀਤਾ ਹੁੰਦਾ, ਇੱਕ ਤਾਂ ਕਰਜ਼ਾ ਜਿੰਨਾ ਸੀਗਾ ਉਹ ਮਸਲਾ ਹੱਲ ਹੋ ਜਾਂਦਾ, ਤੇ ਇੱਕ ਜਿੱਦਾਂ ਹੁਣ ਤੁਸੀਂ ਕਿਹਾ ਵੀ ਪੈਸਾ ਜਦੋਂ ਕੋਲ ਹੈ ਨਹੀਂ, ਫਿਰ ਆਪਾਂ ਮੁਲਾਜ਼ਮ ਨਹੀਂ ਪੱਕੇ ਕਰਦੇ, ਫਿਰ ਤਨਖਾਹਾਂ ਨਹੀਂ ਮਿਲਦੀਆਂ, ਫਿਰ ਬੇਰੁਜ਼ਗਾਰ ਨੇ, ਫਿਰ ਹੋਰ 100 ਸਿਆਪੇ ਨੇ, ਉਹ ਵੀ ਨਿਬੜ ਜਾਣੇ ਸੀ। ਹੁਣ ਜਦੋਂ ਵਾਰ-ਵਾਰ ਨਵਜੋਤ ਸਿੰਘ ਸਿੱਧੂ ਸਾਹਿਬ ਉਹੀ ਗੱਲਾਂ ਕਰਦੇ ਨੇ, ਜਿਹੜੀਆਂ ਫਾਈਲਾਂ ਉਹ ਕਹਿੰਦੇ ਵੀ ਮੈਂ ਲਿਖ ਕੇ ਦਿੱਤੀਆਂ ਤੇ ਇੱਕ ਅਲਮਾਰੀ ਉੱਥੇ ਲਾਈ, ਉਹਦੇ ਵਿੱਚ ਰੱਖ ਕੇ ਫਾਈਲ ਉੱਤੋਂ ਜਿੰਦਰਾ ਮਾਰ ਕੇ ਫਿਰ ਉਹ ਲਾਖ ਜੀ ਨੇ ਸੀਲ ਕਰ ਦਿੰਦੇ ਵੀ ਇਹ ਨਹੀਂ ਖੋਲਣੀ, ਇਹ ਨਹੀਂ ਖੋਲਣੀ, ਹੈ ਨਾ। ਉਹ ਮੈਨੂੰ ਲੱਗਦਾ ਹੈ ਵੀ ਅੱਜ ਹੋ ਜੇ, ਕੱਲ੍ਹ ਹੋ ਜੇ, 10 ਦਿਨਾਂ ਨੂੰ ਹੋ ਜੇ, ਚੋਣ ਜ਼ਾਬਤੇ ਤੋਂ ਬਾਅਦ ਹੋ ਜੇ, ਇਸ ਚੀਜ਼ ਦਾ ਖਲਾਰਾ ਪਊ। ਜੇ ਕਾਂਗਰਸ ਪਾਰਟੀ ਨੇ ਨਾ ਪਾਇਆ, ਬੰਦੇ ਹੋਰ ਵੀ ਤਿਆਰ ਹੈਗੇ ਦਿੱਲੀਓਂ, ਕਹਿੰਦੇ ਕੁੜਤਾ ਨਵਾਂ ਸਵਾ ਲਿਆ। ਦੇਖੋ ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਨ ਨੂੰ ਕਹਿੰਦੇ ਨਾ ਕਿ ਭਾਈ ਉਹ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਤੇ ਚਾਹੁੰਦਾ ਵੀ ਹੈ, ਉਹਨੂੰ ਵਿਧਾਨ ਸਭਾ ਦੀ ਸੀਟ ਹੀ ਹਰਾ ਦਿਓ ਸਾਡੇ ਵੱਲੋਂ। ਸਾਡੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਦੇ ਜਿਹੜੇ ਹਲਕੇ ਤੋਂ ਚੋਣ ਲੜਦੇ ਆ ਨਾ, ਉੱਥੋਂ ਉਹਨਾਂ ਦੀ ਜ਼ਮਾਨਤ ਜ਼ਬਤ ਕਰਾ ਦਿਓ, ਸਾਡੇ ਵੱਲੋਂ ਸਵੇਰੇ ਪ੍ਰਧਾਨਗੀ ਤੋਂ ਹਟਾ ਦਿਓ। ਪਰ ਅਸੀਂ ਤਾਂ ਇੱਕੋ ਹੀ ਕਹਿੰਦੇ ਆ, ਬੰਦਾ ਵੱਧ ਬੋਲਦਾ ਹੋਊਗਾ, ਘੱਟ ਬੋਲਦਾ ਹੋਊਗਾ, ਪਰ 6 ਚੀਜ਼ਾਂ ਨੇ ਅਸੀਂ ਟਿੱਪਣੀਆਂ ਲੈਣਾ ਚਾਹੁੰਦੇ ਆ। ਪਹਿਲੀ ਗੱਲ, ਉਹ ਕਹਿੰਦੇ ਸੀ ਕਿ STF ਦੀ ਰਿਪੋਰਟ ਜਨਤਕ ਕਰੋ। ਮੈਂ ਕਹਿੰਦਾ ਕਿ ਕੋਈ ਬੰਦਾ ਉਹਨਾਂ ਨੂੰ ਚੰਗਾ ਸਮਝਦਾ, ਮਾੜਾ ਸਮਝਦਾ, ਵਿਧਾਨ ਸਭਾ ਦੀ ਚੋਣ ਵੀ ਹਰਾ ਦਿਓ, ਮੁੱਖ ਮੰਤਰੀ ਬਣਾਉਣਾ ਬਹੁਤ ਦੂਰ ਦੀ ਗੱਲ ਹੈ। STF ਦੀ ਰਿਪੋਰਟ ਦੀ ਗੱਲ ਕੀਤੀ ਸੀ, ਕੀ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਕਾਰਵਾਈ ਕਰਨੀ ਬਣਦੀ ਸੀ ਕਿ ਨਹੀਂ ਬਣਦੀ ਸੀ? ਜੇ ਉਹ ਬੰਦਾ ਕਹਿੰਦਾ ਕਿ ਮੈਂ ਆਹ ਕਰ ਦੇਣਾ, ਕੀ ਉਹ ਗਲਤ ਕਹਿੰਦਾ? ਉਹਦੇ ਮੁੱਦੇ ਚੱਕ ਲਓ ਯਾਰ, ਬਾਕੀ ਚੱਕ ਲਓ, ਸਾਨੂੰ ਉਹਦਾ ਨਾਂ ਹੀ ਨਾ ਲੈਣਾ ਪਵੇ। ਦੂਸਰੀ ਗੱਲ, ਜਦੋਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਖੀ ਕਿ ਭਾਈ ਉਹ ਜਨਤਕ ਕਰ ਦਿਓ, ਲੋਕਾਂ ਨੂੰ ਪਤਾ ਲੱਗੇ। ਤੀਸਰੇ ਨੰਬਰ ਦੇ ਉੱਤੇ ਜਦੋਂ ਇਹ ਗੱਲ ਆਖੀ ਗਈ ਕਿ ਭਾਈ ਜੇ BSF ਨੇ ਅਧਿਕਾਰ ਖੇਤਰ ਵਧਾ ਲਿਆ ਹੈ ਜਾਂ ਸੁਮੇਧ ਸਿਆਣੀ ਹੋਰਾਂ ਦੀ ਜ਼ਮਾਨਤ ਹੋ ਗਈ, ਉਹਦੇ ਖਿਲਾਫ ਉੱਪਰਲੀ ਅਦਾਲਤ 'ਚ ਜਾਓ। ਹੁਣ ਗਏ ਨੇ, ਮਹੀਨਾ 1.5 ਮਹੀਨਾ ਪਹਿਲਾਂ ਚਲੇ ਜਾਂਦੇ। ਉਹਦੇ ਤੋਂ ਇਲਾਵਾ ਇੱਕ ਤਾਂ ਹੁੰਦਾ ਨਾ, ਬੰਦਾ ਕਹਿੰਦਾ ਯਾਰ ਆਹ ਕਰਨਾ ਚਾਹੀਦਾ। ਜੇ ਉਹ ਬੰਦਾ ਕਹੀ ਜਾਂਦਾ ਕਿ ਫਾਈਲ ਤੇਲੰਗਾਨਾ ਵਾਲੀ, ਰੇਤ ਵਾਲੀ ਮੈਂ ਦੇ ਚੁੱਕਿਆ 4 ਸਾਲ ਪਹਿਲਾਂ, ਚੰਨੀ ਸਾਹਿਬ ਕੱਢ ਲਓ ਯਾਰ ਉਸ ਅਲਮਾਰੀ ਦੇ ਵਿੱਚੋਂ। ਹੁਣ ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਸਤਿਕਾਰਯੋਗ ਹੋ, ਤੁਸੀਂ ਕੱਢ ਦੋ, ਕਰੋ ਨਾ ਕਰੋ, ਕਹਿ ਦੋ ਜੀ ਆਹ ਰਿਪੋਰਟ ਅਸੀਂ ਲਾਗੂ ਕਰਨੀ ਆ। ਘੱਟੋ ਘੱਟ ਇੰਨਾ ਹੋ ਜਾਊ, ਤੁਸੀਂ ਆ ਜਾਓ, ਕੋਈ ਹੋਰ ਹੋ ਜਾਊ, ਉਹਦੇ ਸਿਰ ਦੇ ਉੱਤੇ ਬੋਝ ਹੋਊ ਕਿ ਹੁਣ ਇਹ ਲਾਗੂ ਕਰਨੀ ਪੈਣੀ ਆ। ਨਹੀਂ ਕੀਤਾ ਕੰਮ ਇਹ, ਅਗਲੇ ਸਾਲ ਦੇ ਲਈ ਦੇਖਿਓ ਇੱਦਾਂ ਹੀ ਰੇਤਾਂ ਦੀਆਂ ਖੱਡਾਂ ਫਿਰ 1 ਸਾਲ ਦੇ ਲਈ ਠੇਕੇ ਤੇ ਚਲੇ ਜਾਣੀਆਂ। ਫੇਰ ਕਹਿਣਾ ਜੀ ਹੁਣ ਤਾਂ ਐਗਰੀਮੈਂਟ ਹੋਇਓ ਆ ਜੀ, ਹੁਣ ਤਾਂ ਫਿਰ ਮੁੱਕਰ ਨਹੀਂ ਸਕਦੇ ਜੀ। ਇਹਦੇ ਤੋਂ ਇਲਾਵਾ ਜੇ ਉਹ ਬੰਦਾ ਕਹਿੰਦਾ ਕਿ ਐਕਸਾਈਜ਼ ਪਾਲਿਸੀ ਭਾਰਤ ਦੇ ਕਿਸੇ ਸੂਬੇ 'ਚ ਲਾਗੂ ਹੈ, ਅਸੀਂ ਇਸ ਕਰਕੇ ਨਹੀਂ ਕਹਿੰਦੇ ਕਿ ਸਿੱਧੂ ਚੰਗਾ ਜਾਂ ਮਾੜਾ, ਸਾਰੇ ਲੀਡਰ ਇਹ ਮੁੱਦੇ ਚੁੱਕੋ। ਪੰਜਾਬ ਦੇ ਖਜ਼ਾਨੇ 'ਚ 4 ਪੈਸੇ ਆਉਣ। ਪੈਪਸੂ ਰੋਡਵੇਜ ਦੇ ਪਨਬੱਸ ਵਾਲੇ, ਕੰਟਰੈਕਟ ਵਾਲੇ ਜਾਂ ਆਊਟਸੋਰਸਿੰਗ ਵਾਲੇ ਕੰਮ ਅੱਜ ਕੱਲ੍ਹ ਹੜਤਾਲ ਤੇ ਨੇ, ਹਫ਼ਤਾ ਹੋ ਗਿਆ। ਕਿਉਂ ਹੜਤਾਲ ਤੇ ਨੇ ਜੀ? ਤਨਖਾਹਾਂ ਤਾਂ ਦੇ ਦਿਓ ਪੂਰੀਆਂ, 12,000 ਤੇ 14,000 ਤੇ 18,000 ਤੇ 27 ਦਿਨ ਕੰਮ, ਕਿਤੇ ਕਿਤੇ ਛੁੱਟੀ। ਇਹਦੇ ਤੋਂ ਇਲਾਵਾ ਜਿਹੜੇ ਸਾਡੇ ਆ ਕਰਮਚਾਰੀ ਕਹਿੰਦੇ ਆ ਕਿ ਭਾਈ ਅਸੀਂ, ਚਾਹੇ ਉਹ ਮੀਟਰ ਰੀਡਰ ਨੇ, ਚਾਹੇ ਉਹ ਅਧਿਆਪਕ ਨੇ, ਕੰਪਿਊਟਰ ਅਧਿਆਪਕ ਨੇ, ਕਈ ਨੇ, ਉਹ ਕਹਿੰਦੇ ਜੀ ਅਸੀਂ ਵੀ ਕੱਚੇ ਆ। ਉਹ ਯਾਰ ਤੁਹਾਡੇ ਖਜ਼ਾਨੇ 'ਚ ਪੈਸੇ ਹੋਣਗੇ, ਉਹਨਾਂ ਨੂੰ ਪੂਰੇ ਰੁਪਈਏ ਦਿਓ, ਤੁਹਾਡੇ ਰਸਤੇ ਜਾਮ ਨਾ ਹੋਣ, ਤੁਹਾਡੇ ਘਰਾਂ ਦੇ ਮੂਹਰੇ ਆਣ ਕੇ ਉਹ ਬੈਠਣ ਨਾ, ਉਹਨਾਂ ਦੇ ਡਾਂਗਾ ਨਾ ਫਿਰਨ। ਕਿੱਡੀ ਕੁ ਲੰਮੀ ਚੌੜੀ ਕਹਾਣੀ ਹੈ। ਜੇ ਤਾਂ ਉਹ ਮੁੱਦੇ ਠੀਕ ਨੇ ਸਾਰੇ, ਜਿਹੜੇ ਉਹ ਬੰਦਾ ਜਾ ਕੇ ਵੱਧ ਬੋਲਦਾ, ਘੱਟ ਬੋਲਦਾ, ਵਿਧਾਨ ਸਭਾ ਦੀ ਚੋਣ ਹਰਾ ਦਿਓ, ਪਰ ਘੱਟੋ ਘੱਟ ਜੇ ਉਹਦੇ ਮੁੱਦੇ ਚੱਜਦੇ ਆ ਤਾਂ ਬਾਕੀ ਲੀਡਰ ਵੀ ਚੱਕ ਲਓ। ਇਹ ਪਰ ਚੁੱਕਣ ਕਿੱਦਾਂ? ਦੇਖੋ ਇੱਦਾਂ ਦਿਨੇ ਚੁੱਕੇ ਨਹੀਂ ਜਾਣੇ ਨਾ। ਮੁਸ਼ਕਿਲ ਹੈ ਵੀ ਰਾਘਵ ਚੱਡਾ ਸਾਹਿਬ ਨੇ ਔਖੇ ਹੋ ਕੇ ਪੰਜਾਬੀ ਬੋਲੀ, ਬਹੁਤ ਜ਼ਿਆਦਾ ਔਖੇ ਹੋ ਕੇ ਬੋਲੀ ਉਹਨਾਂ ਨੇ। ਉਹਨਾਂ ਦੀਆਂ ਮਤਲਬ ਬੋਲਣ ਦੇ ਢੰਗ ਤੋਂ ਪਤਾ ਲੱਗਦਾ ਸੀ। ਕਿਉਂਕਿ ਮੈਂ ਤਾਂ ਇਹ ਕਹਿੰਦਾ ਵੀ ਜਦੋਂ ਇੰਟਰਵਿਊ ਕੀਤੀ ਮੈਂ ਕਿਹਾ ਚੱਡਾ ਸਾਹਿਬ ਤੁਸੀਂ ਪੰਜਾਬੀ, ਨਹੀਂ ਮੈਂ ਹਿੰਦੀ ਵਿੱਚ ਬਾਤ ਕਰੂੰਗਾ। ਮੈਂ ਚਲੋ ਕੋਈ ਗੱਲ ਨਹੀਂ। ਮੈਂ ਤਾਂ ਕਿਹਾ ਵੀ ਜੇ ਹੁਣ ਪੰਜਾਬੀ ਬੋਲੀ ਇਹ, ਤੇ ਇਹਦਾ ਮਤਲਬ ਵੀ ਯਾਦ ਕਰਕੇ ਬੋਲੀ ਹੋਊਗੀ। ਹੁਣ ਉਹਦੇ 'ਚ ਉਹਨਾਂ ਇਹ ਕਿਹਾ ਵੀ ਦੇਖੋ ਜੀ ਕਾਂਗਰਸ ਪਾਰਟੀ ਦੇ 4 ਮੰਤਰੀ, MLA ਜਾਂ ਲੀਡਰ ਨਹੀਂ, ਮੰਤਰੀ ਮਤਲਬ ਵੀ ਮੰਤਰੀ ਜਿਨ੍ਹਾਂ ਕੋਲ ਵਿਭਾਗ ਨੇ ਪੰਜਾਬ ਦੇ, ਉਹ ਸਾਡੇ ਨਾਲ ਆਉਣਾ ਚਾਹੁੰਦੇ ਤੇ ਅਸੀਂ ਤਾਂ ਨਹੀਂ ਕਿਲ ਲੈਣੇ। ਨਾ ਉੱਕਾ ਹੀ ਨਹੀਂ। ਵੀ ਕਾਰਨ ਕੀ? ਉਹਦਾ ਰੇਤ ਦਾ ਕਾਰੋਬਾਰ ਕਰਦੇ।
ਮੈਂ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਇੱਕ ਚੀਜ਼ ਤਾਂ ਸੋਚੀ, ਮੈਂ ਕਿਹਾ ਵੀ ਇਹਦਾ ਮਤਲਬ ਵੀ ਇਹਨਾਂ ਕੋਲੇ ਬੰਦਿਆਂ ਦਾ ਪਤਾ ਹੈਗਾ ਵੀ ਜੇ ਤੁਹਾਨੂੰ ਪਤਾ ਤਾਂ ਫਿਰ ਨਾਂ ਲੈ ਦਿਓ ਯਾਰ, ਉਦੋਂ ਤੇ ਤੁਸੀਂ ਦੱਸਦੇ ਕਾਹਤੋਂ ਨਹੀਂ ਨਾ, ਤੁਸੀਂ ਸਗੋਂ ਇਸ ਚੀਜ਼ ਦੀ ਗੱਲ ਕਰੀਏ ਵੀ ਸਾਡੇ 'ਚ ਆਉਣਾ ਚਾਹੁੰਦੇ ਹੀ। ਹੁਣ ਮੈਂ ਤਾਂ ਇਹ ਜ਼ਿਕਰ ਕੀਤਾ ਵੀ ਜੇ ਤੁਸੀਂ ਕਿਹਾ ਵੀ ਉਹ ਸ਼ਾਮਲ ਕਰ ਦਿਓ ਜੀ, ਉਹ ਰੇਤ ਦਾ ਕੰਮ ਛੱਡ ਦਿਓ ਜੀ, ਜੇ ਵਿਰੋਧੀ ਪਾਰਟੀਆਂ ਨੂੰ ਪਤਾ ਵੀ 4 ਬੰਦੇ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦਾ ਕੰਮ ਚੱਲਦਾ ਹੀ, ਤੇ ਫਿਰ ਉਹਨਾਂ ਨੂੰ ਅੰਦਰ ਬਹਿ ਕੇ ਉਹ ਸਮਝਾਉਣਗੇ, ਕਹਿੰਦਾ ਚੱਲ ਛੱਡ ਦੇ ਯਾਰ ਹੁਣ ਕੰਮ ਆਪਾਂ ਰੇਤ ਸਸਤੀ ਕਰਨੀ, ਉਹ ਮੰਨ ਜਾਣਗੇ। ਦੇਖੋ ਸੰਧਾਲੀਆ ਸਾਹਿਬ, ਅੱਜ ਕੱਲ੍ਹ ਕੇਜਰੀਵਾਲ ਸਾਹਿਬ ਵੀ ਪੰਜਾਬੀ ਬੋਲਦੇ ਆ। ਹਾਂ ਰਾਘਵ 'ਚ ਕੋਈ ਮਾੜੀ ਗੱਲ ਨਹੀਂ, ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਕਿ ਭਾਸ਼ਾਵਾਂ ਵੱਧ ਤੋਂ ਵੱਧ ਸਿੱਖੋ, ਜਿੰਨੀਆਂ ਸਿੱਖਣੀਆਂ ਚਾਹੀਦੀਆਂ, ਚਾਹੇ ਚੇਤੇ ਕਰਦੇ ਆ ਕੁਛ ਆ, ਟਰਾਈ ਕਰਦੇ ਆ। ਬਾਕੀ ਸਾਡੇ ਲੀਡਰ ਵੀ ਵਧੀਆ, ਜਿੱਦਾਂ ਉਹ ਪੰਜਾਬ 'ਚ ਆ ਕੇ ਪੰਜਾਬੀ ਬੋਲਦੇ, ਸਾਡੇ ਕਈ ਦਿੱਲੀ ਜਾ ਕੇ ਹਿੰਦੀ ਬੋਲਦੇ। ਕਮਿਊਨੀਕੇਸ਼ਨ ਹੈ ਨਾ, ਕਿ ਸੰਚਾਰ ਦੀ ਪ੍ਰਕਿਰਿਆ ਸੁਚਾਰੂ ਰੂਪ 'ਚ ਚੱਲੇ, ਕਿ ਮੇਰੀ ਕਹੀ ਗੱਲ ਦੂਜੇ ਨੂੰ ਸਮਝ ਆਵੇ। ਪਰ ਜਿੱਦਾਂ ਉਹਨਾਂ ਨੇ ਕਿਹਾ ਨਾ ਕਿ ਭਾਈ ਉਹ ਆਉਣਾ ਚਾਹੁੰਦੇ ਆ, ਸਾਡੀ ਪਾਰਟੀ ਜਿਹੜੀ ਹੈ ਇਮਾਨਦਾਰਾਂ ਦੀ ਪਾਰਟੀ ਹੈ, ਇਹਦੇ ਵਿੱਚ ਐਸੀ ਕੋਈ ਗੱਲ ਨਹੀਂ। ਰਾਘਵ ਚੱਡਾ ਸਾਹਿਬ ਜੀ ਬਹੁਤ ਵਧੀਆ, ਠੀਕ ਹੈ, ਤੁਹਾਨੂੰ ਕੋਈ ਲੋੜ ਨਹੀਂ ਹੈ ਗੱਲਾਂ ਕਰਨ ਦੀ, ਕਿਉਂਕਿ ਤੁਹਾਡੇ ਕੋਲ ਤਾਂ ਦਿੱਲੀ ਵਾਲਾ ਮਾਡਲ ਹੈ। ਜਾਣੀ ਇਸ ਇੱਕ ਬਿਆਨ ਦੇ ਨਾਲ ਉਹਨਾਂ ਨੇ ਸਾਬਿਤ ਕੀ ਕੀਤਾ ਜੀ, 4 ਮੰਤਰੀ ਆਉਣਾ ਚਾਹੁੰਦੇ ਆ, ਉਹ ਰੇਤੇ 'ਚ ਲਿਪਤ ਨੇ, ਫਿਰ ਤੁਸੀਂ ਨਾਂ ਲਓ। ਜੇ ਤੁਸੀਂ ਨਾਂ ਨਹੀਂ ਲੈਂਦੇ ਤਾਂ ਲੋਕਾਂ ਨੂੰ ਇਹ ਕਿਤੇ ਨਾ ਕਿਤੇ ਲੱਗੂਗਾ ਕਿ ਭਾਈ ਇਹਨਾਂ ਦੇ 3-4 ਭੱਜ ਗਿਆ ਕਾਂਗਰਸ 'ਚ। ਉਹ ਤਾਂ ਫਿਜ਼ੀਕਲੀ ਭੱਜੇ ਨੇ, ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸਾਂ ਕੀਤੀਆਂ, ਤੇ ਤੁਸੀਂ ਉਹਨਾਂ ਦਾ ਕਾਊਂਟਰ ਇਦਾਂ ਨਹੀਂ ਕਰ ਸਕਦੇ 4 ਮੰਤਰੀ ਸਾਡੇ 'ਚ ਆਉਣ ਨੂੰ ਕਾਹਲੇ ਨੇ। ਇਦਾਂ ਦਾ ਮੈਨੂੰ ਸਮਝ ਨਹੀਂ ਆਉਂਦੀ। ਜੇ ਸਾਰੇ ਹੀ ਦਾਅਵੇ ਸੱਚੇ ਨੇ, 25 ਕੈਪਟਨ ਸਾਹਿਬ ਨੇ ਲੈ ਜਾਣੇ, 4 ਇਹਨਾਂ 'ਚ ਆਉਣ ਨੂੰ ਕਾਹਲੇ ਨੇ। ਬੀਜੇਪੀ ਵਾਲੇ ਕਹਿੰਦੇ ਸਾਡੀ ਗੱਲ ਕਈਆਂ ਨਾਲ ਚੱਲਦੀ ਹੈ, ਅਕਾਲੀ ਦਲ ਵਾਲੇ ਕਹਿੰਦੇ ਸਾਡੇ ਕੋਲ ਆਉਣ ਨੂੰ ਫਿਰਦੇ ਆ, ਫਿਰ ਤੇ ਕਾਂਗਰਸ ਦੇ ਵਿੱਚ ਸਿੱਧੂ ਸਾਹਿਬ, ਚੰਨੀ ਸਾਹਿਬ ਤੇ ਸੁਨੀਲ ਜਾਖੜ ਸਾਹਿਬ 3 ਹੀ ਨਾ ਰਹਿ ਜਾਣ। ਮੈਂ ਨਾ ਹੋਰ ਗੱਲ ਆ, ਮੈਡਮ ਸੋਨੀਆ ਗਾਂਧੀ ਨੂੰ ਕਿਤੇ ਬੀਪੀ ਦਾ ਵਾਧਾ ਘਾਟਾ ਨਾ ਹੋ ਜਾਏ ਵੀ ਜਦੋਂ ਉੱਤੇ ਕਿਤੇ ਫੋਨ ਜਾਵੇ ਵੀ ਉਹਨੇ ਜੀ ਆਪਣੇ ਸੀਗੇ ਤੇ ਉੱਥੇ ਬੰਦੇ ਵਾਵਾ, ਹੁਣ ਲੱਭਦਾ ਕੋਈ ਨਹੀਂ ਉਹਨਾਂ ਦੇ ਵਿੱਚੋਂ, ਹੈ ਨਾ। ਹਾਂ, ਪਰ ਇੱਕ ਚੀਜ਼ ਹੈ, ਇੱਕ ਮੈਂ ਬੇਨਤੀ ਕਰਨੀ ਸੀ। ਰਾਘਵ ਚੱਡਾ ਸਾਹਿਬ, ਤੁਸੀਂ ਰੇਤੇ ਦੀ ਗੱਲ ਕੀਤੀ, ਵਧੀਆ। ਤੁਸੀਂ ਸਕੂਲਾਂ ਦੀ ਕੀਤੀ, ਸਿਸੋਦੀਆ ਸਾਹਿਬ ਨੇ, ਵਧੀਆ, ਲੋਕਾਂ ਦੇ ਨਾਲ ਸੰਬੰਧਿਤ ਮੁੱਦਾ। ਪਰ ਨਾ ਕਿਸੇ ਦਾ ਲੈਣਾ ਨਹੀਂ ਕਹਿਣਾ, 4 ਮੰਤਰੀ ਆਉਣਾ ਚਾਹੁੰਦੇ ਆ। ਤੁਹਾਡੇ ਵਰਕਰਾਂ ਨੂੰ ਹੋ ਸਕਦਾ ਕਿ ਪਿੰਡਾਂ ਦੇ ਵਿੱਚ ਦੂਜਿਆਂ ਨਾਲ ਆਰਗੂਮੈਂਟ ਕਰਨਾ ਸੁਖਾਲਾ ਹੋ ਜਾਏ ਕਿ ਭਾਈ ਤੁਹਾਡੇ 3 ਚੱਲ ਗਏ, 4 ਤੁਹਾਡੇ ਆਉਣ ਨੂੰ ਫਿਰਦੇ ਆ। ਪਰ ਇਹਦੇ ਤੋਂ ਇਲਾਵਾ ਤੁਹਾਡੇ ਇਸ ਬਿਆਨ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਨਹੁੰ ਤੇ ਪਾਉਣ ਜੋਗਾ ਵੀ ਫਾਇਦਾ ਨਹੀਂ। ਨਹੀਂ, ਉਹਦੇ ਨਾਲੋਂ ਮੇਰੇ ਖਿਆਲ ਨਾਲ ਉਹ ਜਿਹੜਾ ਪਿਛਲੇ ਦਿਨ ਇਹਨਾਂ ਨੇ ਕੰਮ ਕੀਤਾ ਸੀ ਵੀ ਆਹ ਦੇਖੋ ਜੀ, ਆਹ ਇੱਕ ਥਾਂ ਆ, ਇੱਥੋਂ ਆਹ ਕੰਮ ਹੁੰਦਾ, ਉਹਦੇ ਨਾਲ ਐਟਲੀਸਟ ਲੋਕਾਂ ਦੇ ਵਿੱਚ ਉਹ ਤੇ ਜਾਂਦੀ ਵੀ ਯਾਰ ਗੱਲ ਕੁਛ ਕੱਢੀ। ਹੁਣ ਵੀ ਮੇਰੇ ਖਿਆਲ ਨਾਲ ਜੇ 4 ਬੰਦੇ ਆਉਣਾ ਚਾਹੁੰਦੇ ਸੀ, ਉਹਨਾਂ 4 ਦਾ ਨਾਂ ਲੈ ਲੈਂਦੇ ਵੀ ਆਹ ਬੰਦੇ ਨੇ, ਇਹਨਾਂ ਸਾਡੇ ਨਾਲ ਅਪਰੋਚ ਕੀਤੀ ਸੀ, ਅਸਲ 'ਚ ਇਹਨਾਂ ਦਾ ਆਹ ਕਾਰੋਬਾਰ ਹੈ, ਇਸ ਚੀਜ਼ ਦੇ ਇਤਰਾਜ਼ ਦਾ ਕਰਕੇ ਅਸੀਂ ਲੈ ਨਹੀਂ ਰਹੇ ਜੀ, ਕਿਉਂਕਿ ਸਾਡੀ ਪਾਰਟੀ ਇਮਾਨਦਾਰ ਹੈ। ਇਸੇ ਕਰਕੇ ਤਾਂ ਚੰਨੀ ਸਾਹਿਬ ਨੂੰ ਮੌਕਾ ਮਿਲ ਗਿਆ ਨਾ। ਉਹ ਕਹਿੰਦੇ ਨਿੱਕਾ ਯਾਰ, ਛੋਟਾ ਐਵੇਂ ਉਹਦੀ ਡਿਊਟੀ ਲਾਤੀ ਏ, ਕਹਿੰਦੇ ਉਹਨੂੰ ਇੰਚਾਰਜ ਬਣਾਤਾ ਹੀ, ਕਹਿੰਦੇ ਹੁਣ ਮੈਂ ਕਹਿ ਦਿੰਦਾ ਕਿ ਵੀ ਕੇਜਰੀਵਾਲ ਸਾਡੇ ਜਾਣਾ ਚਾਹੁੰਦਾ, ਅਸੀਂ ਲੈਣਾ ਹੀ ਨਹੀਂ। ਕਹਿੰਦੇ ਵੀ ਹੁਣ ਉਹਦਾ ਐਵੇਂ ਕਾਊਂਟਰ ਕਰਨ ਦੀਆਂ ਗੱਲਾਂ, ਕਹਿੰਦੇ ਨਾ ਬੁੜੀ ਨੇ ਮਾਰਨਾ, ਨਾ ਕੁੜੀ ਜੰਮੀ ਜਾਂਦੇ, ਐਵੇਂ ਕਹਿਣ ਦੀਆਂ ਗੱਲਾਂ, ਇਹ ਚੰਨੀ ਸਾਹਿਬ ਦੀਆਂ ਕਹਿਣ ਦੀ ਗੱਲਾਂ। ਉਹ ਕਹਿੰਦੇ ਵੀ ਇਹ ਤਾਂ ਬਿਆਨਬਾਜ਼ੀ ਹੈ, ਤੇ ਜੇ ਬਿਆਨਬਾਜ਼ੀ 'ਚ ਪੈਣਾ ਤੁਸੀਂ 20 ਰਾਂ ਪੈ ਜਾਓ, ਇੱਦਾਂ ਦੀ ਗੱਲ ਕੋਈ ਨਹੀਂ ਹੈਗੀ, ਮੁੱਦਿਆਂ ਦੇ ਉੱਪਰ ਲੜੀਏ। ਨਹੀਂ, ਉਹ ਗੱਲ ਠੀਕ ਹੈ ਚੰਨੀ ਸਾਹਿਬ ਦੀ। ਚੰਨੀ ਸਾਹਿਬ, ਇਹ ਅਸੀਂ ਤਾਂ ਪਹਿਲਾਂ ਹੀ ਗੱਲ ਕਹਿ ਦਿੱਤੀ ਹੈ, ਤੁਸੀਂ ਮੁੱਖ ਮੰਤਰੀ ਹੋ, ਅਸੀਂ ਇਹ ਚਾਹੁੰਦੇ ਹਾਂ ਕਿ ਉਹ ਤਾਂ ਚਲੋ ਦਿੱਲੀ ਵਾਲਾ ਨਿੱਕਾ ਹੈ, ਆ ਜਿਹੜੇ ਪੰਜਾਬ ਦੇ 36,000 ਨਿੱਕਿਆਂ ਨੂੰ ਤੁਸੀਂ ਪੱਕੇ ਕਰਕੇ ਵੱਡੇ ਕਰਨਾ ਹੀ, ਉਹਨਾਂ ਦਾ ਨੋਟੀਫਿਕੇਸ਼ਨ ਜ਼ਰੂਰ ਦੇ ਦਿਓ। ਇੱਕ ਹੋਰ ਮੈਂ ਬੇਨਤੀ ਕਰਨੀ, ਇੱਕ ਨੌਜਵਾਨ ਦਾ ਪੰਜਾਬ ਤੋਂ ਸੁਨੇਹਾ ਆਇਆ ਲਿਖਤੀ, ਉਹ ਕਹਿੰਦੇ ਜੀ ਬਹੁਤ ਔਖੀ ਗੱਲ ਹੈ, ਸਾਡੇ ਨੂੰ ਕਿਤੇ ਸਰਕਾਰ ਦੇ ਕੰਨ 'ਚ ਫੂਕ ਮਾਰੋ ਕਿ ਜਿਹੜੀਆਂ ਤੁਸੀਂ ਨੌਕਰੀਆਂ ਕੱਢਦੇ ਹੋ ਉਹਨਾਂ ਦੇ ਪੇਪਰ ਕਿਤੇ ਲਾਗੇ ਲੈ ਲਿਆ ਕਰੋ। ਜਾਣੀ 300 ਕਿਲੋਮੀਟਰ ਦੂਰ ਤੁਸੀਂ ਪੇਪਰ ਕੰਡਕਟ ਕਰਦੇ ਹੋ। ਉਹ ਕਹਿੰਦੇ ਜੀ ਮੈਂ ਫਿਰੋਜ਼ਪੁਰ ਤੋਂ ਚੱਲਿਆ, ਮੈਂ ਚੰਡੀਗੜ੍ਹ ਆਉਣਾ ਹੀ, ਤੜਕੇ ਚੱਲਿਆ, ਅੱਧੀ ਰਾਤ ਨੂੰ ਪਹੁੰਚਿਆ, ਰੋਟੀ ਖਾਧੀ ਨਾ। ਜਾਣੀ ਤੁਸੀਂ ਦੇਖੋ ਕਿ ਇੱਕ ਬੱਚਾ, ਉਹਨੇ ਪੜ੍ਹਿਆ ਲਿਖਿਆ, ਉਹ ਚਾਹੁੰਦਾ ਮੈਨੂੰ ਨੌਕਰੀ ਮਿਲੇ, ਲੱਖਾਂ ਬੱਚਿਆਂ ਨੇ ਅਪਲਾਈ ਕੀਤਾ, ਕੁਝ ਸੈਂਕੜੇ ਨੌਕਰੀਆਂ, ਉਹਨੇ 300 ਕਿਲੋਮੀਟਰ ਦੂਰ ਜਾਣਾ। ਸਾਰਿਆਂ ਕੋਲ ਕਾਰ ਨਹੀਂ ਹੈ, ਜਿਨ੍ਹਾਂ ਕੋਲ ਕਾਰ ਹੈ ਉਹਨਾਂ ਨੂੰ ਤੁਹਾਡੀ ਨੌਕਰੀ ਦੀ ਬਹੁਤੀ ਲੋੜ ਨਹੀਂ, ਕਿਉਂਕਿ ਉਹ ਕਾਰ ਵਾਲੇ ਦੀ ਸਰਕਾਰ ਹੁੰਦੀ ਕਈ ਵਾਰੀ। ਉਹ ਬੱਚਾ ਤੜਕੇ ਤੁਰੂਗਾ 300 ਕਿਲੋਮੀਟਰ ਨੂੰ, ਕਿੰਨੇ ਘੰਟੇ ਲੱਗਣਗੇ, ਉਹ ਪੇਪਰ ਪਾਉਣ ਜੋਗਾ ਰਹੂ। ਪਹਿਲੀ ਗੱਲ, ਸਾਰਿਆਂ ਦੇ ਕੋਲ ਹੋਟਲ 'ਚ ਰਾਤ ਰੁਕਣ ਦੇ ਪੈਸੇ ਨਹੀਂ ਹੁੰਦੇ, ਸਾਰਿਆਂ ਦੀ ਰਿਸ਼ਤੇਦਾਰੀ ਚੰਡੀਗੜ੍ਹ ਮੋਹਾਲੀ ਨਹੀਂ ਹੁੰਦੀ। ਫਿਰ ਉਹ ਪੇਪਰ ਪਾਊਗਾ, ਫਿਰ ਬੱਸ 'ਚ ਬੈਠੂਗਾ, ਤੇ ਪੇਪਰ ਪਾਉਂਦੇ ਨੂੰ ਤੁਹਾਡੇ ਕੋਲ ਪਤਾ ਕੋਈ ਬੱਸ ਮਿਲ ਜਾਊ, ਕਿਉਂਕਿ ਜਦੋਂ ਸਾਰੇ ਬੱਚਿਆਂ ਨੇ ਇੱਕੋ ਜਗ੍ਹਾ ਦੇ ਉੱਤੇ ਜਾਣਾ, ਤੇ ਜੇ ਬੱਸ ਮਿਲ ਵੀ ਜਾਊ ਤਾਂ ਬੱਸ 'ਚ ਸੀਟ ਨਹੀਂ ਮਿਲੂ, ਇਹ ਗੱਲ ਪੱਕੀ ਹੈ। ਤੁਸੀਂ 4-5-6 ਘੰਟੇ ਬੱਸ 'ਚ ਖੜੇ ਜਾਓਗੇ, ਫਿਰ ਪੇਪਰ ਕਿੱਦਾਂ ਪਾਓਗੇ? ਕਿਉਂਕਿ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਆਮ ਲੋਕਾਂ 'ਚੋਂ, ਤੁਹਾਨੂੰ ਤਾਂ ਆਮ ਲੋਕਾਂ ਦੀ ਗੱਲ ਸਮਝ ਆਉਂਦੀ ਹੋਣੀ ਆ। ਅਸੀਂ ਉਮੀਦ ਕਰਦੇ ਹਾਂ ਜਿੱਦਾਂ ਤੁਸੀਂ ਉਹ ਟੈਂਟ ਵਾਲੀ ਗੱਲ ਕਰਦੇ ਹੁੰਦੇ ਹੋ, ਪਟਾਕਿਆਂ ਵਾਲੀ ਗੱਲ ਕਰਦੇ ਹੁੰਦੇ ਹੋ, ਤੁਸੀਂ ਛੱਪੜ ਦੇ ਵਿੱਚੋਂ ਮਿੱਟੀ ਲਿਆਉਣ ਦੀ ਗੱਲ ਕਰਦੇ ਹੁੰਦੇ ਹੋ, ਪੜ੍ਹੇ ਲਿਖੇ ਹੋ, ਤੁਸੀਂ PhD ਕਰ ਰਹੇ ਹੋ, ਤੁਹਾਨੂੰ ਕਦੇ ਇਦਾਂ ਦੇ ਪੇਪਰ ਪਾਉਣ ਦਾ ਵੀ ਤਜਰਬਾ ਹੋਊਗਾ ਕਿ ਬੱਚੇ ਨੂੰ ਅਸੀਂ ਕਿੰਨਾ ਪੀਸਫੁਲ ਵਾਤਾਵਰਣ ਦੇਣਾ, ਸ਼ਾਂਤੀ ਵਾਲਾ ਵਾਤਾਵਰਣ ਦੇਣਾ। ਸੋ ਇੰਨੀ ਕੁ ਗੱਲ ਸੀ
ਮੈਨੂੰ ਸੀਗਾ ਵੀ ਉਹਨਾਂ ਨੇ ਸੁਨੇਹਾ ਦਿੱਤਾ ਸੀ ਪਹੁੰਚਾਈਏ ਜ਼ਰੂਰ। ਨਹੀਂ, ਬੜਾ ਜ਼ਰੂਰੀ ਆ। ਬਾਕੀ ਮੈਂ ਤਾਂ ਨਾ ਵੀ ਇਹ ਵੀ ਕੰਮ ਜ਼ਰੂਰ ਕਰ ਲੈਣਾ ਚੰਨੀ ਸਾਹਿਬ ਕਿ ਵੀ ਜਿਹੜੇ ਵਾਟਰ ਵਰਕਰਸ ਨਹੀਂ ਹੁੰਦੇ ਪਿੰਡਾਂ 'ਚ, ਵਾਟਰ ਵਰਕਰਸ ਜਿੱਥੋਂ ਪਾਣੀ ਪੂਣੀ ਜਾਂਦਾ ਜੀ ਉਹ ਸ਼ਹਿਰਾਂ ਸ਼ੁਰੂ 'ਚ ਘੱਟੋ ਘੱਟ ਟੈਂਕੀਆਂ ਦਾ ਰਿਕਾਰਡ ਹੀ ਫਰੋਲ ਲੈਣਾ ਵੀ ਪੰਜਾਬ ਦੀਆਂ ਕਿੰਨੀਆਂ ਕੁ ਟੈਂਕੀਆਂ ਤੇ ਕਿੰਨੇ ਕੁ ਥਾਵਾਂ ਦੇ ਉੱਪਰ ਬੰਦੇ ਚੜ੍ਹੇ ਆ। ਜੇ ਕੋਈ ਚੜ੍ਹਿਆ ਤੇ ਉਹਦੀ ਮੰਗ ਕੀ ਆ ਤੇ ਉਹਨੂੰ ਕਿੰਨੇ ਦਿਨ ਹੋ ਗਏ ਉੱਥੇ। ਮੇਰੇ ਖਿਆਲ ਨਾਲ ਉਹਦੇ 'ਚੋਂ ਬੜਾ ਕੁਝ ਕਲੀਅਰ ਹੋ ਜਾਣਾ ਵੀ ਭਾਈ ਸਾਹਿਬ ਉਹਨੇ ਦਾ ਦਿਨ ਆਪਾਂ ਰਾਜ ਨਹੀਂ ਕੀਤਾ ਜਿੰਨੇ ਦਿਨ ਅਗਲੇ ਨੂੰ ਟੈਂਕੀ ਦੇ ਚੜ੍ਹੇ ਨੂੰ ਹੋ ਗਏ, ਤੇ ਆਪਾਂ ਫਿਰ ਕਹਿੰਦੇ ਵੀ ਨਹੀਂ ਅਸੀਂ ਸਾਰੇ ਪ੍ਰਬੰਧ ਕਰਤੇ। ਨਹੀਂ, ਹੈ ਤਾਂ ਗੱਲ ਔਖੀ ਹੈ। ਇਹਦੇ ਨਾਲ ਸੰਧਾਲੀਆ ਸਾਹਿਬ ਇੱਕ ਚੀਜ਼ ਇੱਥੇ ਆਪਾਂ ਹੋਰ ਜ਼ਰੂਰ ਕਰਨੀ ਸੀ। ਤੁਸੀਂ ਰਾਘਵ ਚੱਡਾ ਸਾਹਿਬ ਤੋਂ ਬਾਅਦ ਚੰਨੀ ਸਾਹਿਬ ਦਾ ਜ਼ਿਕਰ ਕੀਤਾ ਨਾ, ਮੈਂ ਵਿੱਚ ਤੁਹਾਨੂੰ ਲੈ ਕੇ ਉਹਨਾਂ ਨੂੰ ਪਟਾਕਾ ਪੈਣ ਵਾਲਾ ਹੀ। ਕਿਹਦਾ? 2 ਦਿਨਾਂ ਬਾਅਦ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਆ ਰਹੇ ਨੇ। ਕੋਈ ਗੱਲ ਨਹੀਂ ਜੀ, ਆ ਰਹੇ ਨੇ 2 ਜਗ੍ਹਾ ਤੇ ਆ ਰਹੇ ਨੇ, 2 ਦਿਨ ਲਈ ਆ ਰਹੇ ਨੇ। ਇੱਕ ਤਾਂ ਜਿੱਥੇ ਆਉਣਾ ਕੋਈ ਗੱਲ ਨਹੀਂ ਦੁਆਬੇ 'ਚ ਆਉਣਾ ਹੈ, ਦੂਜਾ ਉਹਨਾਂ ਨੇ ਲੰਬੀ ਹੇਕ ਵਾਲਾ ਭਾਸ਼ਣ ਪੰਜਾਬ ਦੇ ਵਿਧਾਨ ਸਭਾ ਹਲਕੇ ਲੰਬੀ 'ਚ ਦੇਣਾ ਹੈ। ਮੁੱਖ ਮੰਤਰੀ ਪੰਜਾਬ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਹਲਕਾ ਹੈ, ਕਈ ਵਾਰ ਦੇ ਜੇਤੂ ਨੇ। ਪਿਛਲੀ ਵਾਰ ਤੁਹਾਨੂੰ ਯਾਦ ਹੋਣਾ ਹੈ ਕਿ 5 ਸਾਲ ਪਹਿਲਾਂ ਜਦੋਂ ਚੋਣ ਹੋਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਮੁਕਾਬਲੇ ਇਲੈਕਸ਼ਨ ਲੜਨ ਚਲੇ ਗਏ ਸੀ, ਤੇ ਉਹਦੇ ਤੋਂ ਬਾਅਦ ਉੱਥੇ ਫਿਰ ਅਗਲਿਆਂ ਨੇ ਜਰਨੈਲ ਸਿੰਘ ਲੈ ਆਂਦੇ ਸੀ, ਹੁਣ ਉਹ ਦੁਨੀਆ 'ਚ ਨਹੀਂ ਹੈਗੇ। ਐਤਕੀ ਵੀ ਉਮੀਦ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉੱਥੋਂ ਚੋਣ ਲੜਨਗੇ। ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਤੇ ਉਹ ਉੱਥੋਂ ਆਮ ਆਦਮੀ ਪਾਰਟੀ ਵੱਲੋਂ ਜੰਗ ਲੜਨਗੇ। ਤੇ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ ਦੇ ਉੱਤੇ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਜਾਣਾ, ਤੇ ਇਹ ਤਾਂ ਹੈ ਨਹੀਂ ਕਿ ਉਦੋਂ ਦੇ ਭਾਸ਼ਣ ਦੇ ਵਿੱਚ ਉਹ ਇਕੱਲਾ ਦਿੱਲੀ ਵਾਲਾ ਮਾਡਲ ਦਿਖਾ ਕੇ ਆਉਣਗੇ। ਹੋ ਸਕਦਾ 2007 ਤੋਂ ਲੈ ਕੇ 2017 ਤੱਕ ਪੰਜਾਬ 'ਚ ਚੱਲੀ ਅਕਾਲੀ ਭਾਜਪਾ ਦਾ ਸਰਕਾਰ ਦਾ ਕੋਈ ਸਫਾ ਪੜ੍ਹੇ ਹੋਣ। ਜੇ ਇਹੋ ਜਿਹਾ ਪੜ੍ਹਨ ਤੇ ਫਿਰ ਮੇਰੇ ਖਿਆਲ ਨਾਲ ਕੋਈ ਫਾਇਦਾ ਹੋਊ, ਕਿਉਂਕਿ ਇਹ ਗੱਲ ਨੋਟ ਕਰਨ ਵਾਲੀ ਆ ਵੀ ਜਿਸ ਹਲਕੇ 'ਚ ਉਹਨਾਂ ਜਾਣਾ ਉਹ ਪੰਜਾਬ ਦੇ 5 ਵਾਰੀਆਂ ਦੇ ਮੁੱਖ ਮੰਤਰੀ ਸਾਹਿਬ ਦਾ ਹਲਕਾ ਜੀ। ਹੁਣ ਮੁੱਖ ਮੰਤਰੀ ਸਾਹਿਬ ਕੋਲੇ ਤਜਰਬਾ, ਤੇ ਮੇਰੇ ਖਿਆਲ ਨਾਲ ਇਹ ਤਾਂ ਗੱਲ ਬੜੀ ਕਲੀਅਰ ਹੈ। ਬੜੀ ਵਾਰ ਵੀ ਗੱਲਾਂ ਹੁੰਦੀਆਂ ਵੀ ਜਿਹੜੇ ਹਲਕੇ ਤੋਂ ਮੁੱਖ ਮੰਤਰੀ ਹੋਵੇ ਉਸ ਹਲਕੇ ਨੂੰ ਕਾਫੀ ਕੁਝ ਦਿੱਤਾ ਲਿਆ ਹੁੰਦਾ। ਹੁਣ ਜੇ ਉੱਥੇ ਜਾ ਕੇ ਦਿੱਤਾ ਹੁੰਦਾ ਮਹਾਰਾਜ, ਨਹੀਂ ਦਿੱਤਾ ਲਿਆ ਤੇ ਮਤਲਬ ਵੀ ਉਹਨਾਂ ਵੋਟਾਂ ਪਹਿਲਾਂ ਲਈਆਂ ਫਿਰ ਹੀ ਯਾਰ ਦਿੱਤਾ, ਕੀ ਗੱਲ ਕਰਦੇ ਹੋ। ਕਹਿਣ ਤੋਂ ਭਾਵ ਇਹ ਹੋ ਗਿਆ ਵੀ ਹੁਣ ਜੇ ਵੀ ਉੱਥੇ ਜਾ ਕੇ ਵੀ ਆਹ ਦੇਖ ਲਓ ਤੁਹਾਡਾ ਸਕੂਲ ਕਿੱਦਾਂ, ਕਿਉਂਕਿ ਉਸ ਹਲਕੇ ਦੇ ਵਿੱਚ ਉੱਥੇ ਘੱਟੋ ਘੱਟ ਜਿੱਥੇ ਬਾਲ ਸਾਹਿਬ ਨੇ ਉੱਥੇ ਜਿਹੜੀਆਂ ਬਾਕੀ ਦੀਆਂ ਸਹੂਲਤਾਂ ਨੇ ਆਮ ਪੰਜਾਬ 'ਚ ਨਹੀਂ ਹੈਗੀਆਂ ਉੱਥੇ ਉਹ ਹੈਗੀਆਂ ਜੀ। ਸੋ ਮੇਰੇ ਖਿਆਲ ਨਾਲ ਆਉਣ ਤੋਂ ਪਹਿਲਾਂ ਉਹਨਾਂ ਨੇ ਜ਼ਰੂਰ ਆਪਣਾ ਉਹ ਸਾਰਾ ਪ੍ਰਬੰਧ ਕਰ ਲੈਣਾ ਵੀ ਭਾਈ ਸਾਹਿਬ ਇੱਥੇ ਇੱਦਾਂ ਐਲਾਨ ਹੋਏ ਸੀ, ਅਸੀਂ ਹਲਕੇ ਇਸ ਦੀ ਗੱਲ ਜ਼ਰੂਰ ਕਰ ਰਹੇ ਹਾਂ, ਪਰ ਇਸ ਹਲਕੇ ਤੋਂ ਕਿਉਂਕਿ ਪੂਰੇ ਪੰਜਾਬ ਨੂੰ ਵੇਖਿਆ ਜਾਂਦਾ ਸੀਗਾ, ਇਸ ਕਰਕੇ ਪੂਰੇ ਪੰਜਾਬ ਦੇ ਹਾਲਾਤ ਆ ਨੇ ਤੇ ਅਸੀਂ ਤੁਹਾਡੇ ਸਾਹਮਣੇ ਆਹ ਪ੍ਰੋਗਰਾਮ ਰੱਖਿਆ। ਜੇ ਤੁਸੀਂ ਖੁੱਡੀਆਂ ਸਾਹਿਬ ਨੂੰ ਜਿਤਾਉਣਾ ਤਾਂ ਐਸ ਕਰਕੇ ਜਿਤਾਉਣਾ ਬਾਦਲ ਸਾਹਿਬ ਨੂੰ ਹਰਾ ਕੇ, ਕਹਿਣਗੇ ਤੇ ਹੀ ਜੀ। ਬਾਕੀ ਹੁਣ ਇਹ ਤਾਂ ਹੁਣ ਨਹੀਂ, ਮੈਂ ਤਾਂ ਅਗਲੀ ਗੱਲ ਮੈਂ ਤਾਂ ਨਹੀਂ ਕਹਿੰਦਾ ਕਾਹਨੂੰ ਕਹਿਣਾ ਯਾਰ ਤੂੰ। ਮੈਂ ਤਾਂ ਸੋਚਦਾ ਸੀ ਕਿ ਦੁਪਹਿਰੇ ਉਹਨਾਂ ਦੀ ਰੈਲੀ ਮੁੱਕਣੀ ਆ ਤੇ ਸ਼ਾਮ ਨੂੰ ਇੱਕ ਟਿਕਾਣਾ ਪਈਆਂ ਨੂੰ ਇੱਕ ਬਿਆਨ ਫਿਰ ਦੂਜੇ ਪਾਸਿਓਂ ਵੀ ਆਉਣਾ ਹੀ, ਤੇ ਜਦੋਂ ਬਿਆਨ ਦੂਸਰੇ ਪਾਸਿਓਂ ਆਉਣਾ ਹੈ ਉਹ ਵੀ ਸਖਤ ਆਊਗਾ ਤੇ ਫਿਰ ਪੇਚਾ 2 3 4 ਦਿਨ ਜਿਹੜਾ ਪਿਆ ਰਹਿਣਾ। ਪਰ ਚਲੋ ਆਪਾਂ ਲੰਬੀ ਦੀ ਗੱਲ ਕੀਤੀ ਸੀ, ਆਪਾਂ ਮੋਗੇ ਦੀ ਵੀ ਕਰ ਲਈਏ। ਮੈਨੂੰ ਇੱਕ ਸ਼ੱਕ ਆ ਕੀ ਬਾਦਲ ਸਾਹਿਬ ਦੀ ਸਿਆਸਤ ਦਾ, ਹੋ ਸਕਦਾ ਸ਼ਾਮਾਂ ਜਿਹੀਆਂ ਨੂੰ ਹੱਸਦੇ ਕਿਤੇ ਬਿਆਨ ਦੇ ਦੇਣ, ਉਹ ਆਇਆ ਸੀ ਬੰਦਾ ਦਿੱਲੀੋਂ, ਮੈਂ ਕਿਹਾ ਕਾਕਾ ਚਾਹ ਚੂ ਪੀ ਜਾ ਯਾਰ, ਤੂੰ ਆਇਆ ਘਰੇ ਥੱਕਿਆ ਆਇਆ, ਫਿਰ ਕੀ ਆ ਇਹ ਤਾਂ ਮੇਰਾ ਹੀ ਪਰਿਵਾਰ ਹੈ, ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਤੂੰ ਮਿਲ ਕੇ ਗਿਆ। ਇੱਦਾਂ ਨਾ ਸੋਚ ਕੇ ਜਾਈ ਵੀ ਉੱਥੇ ਗਿਆ ਸੀ ਤੇ ਮੈਨੂੰ ਕਿਸੇ ਨੇ ਚਾਹ ਪਾਣੀ ਨਹੀਂ ਪੁੱਛਿਆ। ਕਿਹੜੀ ਗੱਲ ਹੈ, ਕਿਉਂਕਿ ਬਾਦਲ ਸਾਹਿਬ ਦੀ ਰਾਜਨੀਤੀ ਹੈ। ਮੈਂ ਤਾਂ ਕਿਹਾ ਵੀ ਉਹਨਾਂ ਦੀ ਰਾਜਨੀਤੀ ਕੀ ਪਤਾ ਇਹ ਵੀ ਬਿਆਨ ਆ ਜੇ। ਇਹ ਵੀ ਹੋ ਸਕਦਾ ਕਹਿਣ ਕਿ ਸਾਡੇ ਕਿਸਾਨ ਉੱਥੇ ਸਾਲ ਇੱਕ ਰਹੇ, ਤੁਸੀਂ ਵੀ ਪਤਾ ਲੱਗਾ ਉੱਥੇ ਪਾਣੀ ਦੀਆਂ ਟੈਂਕੀਆਂ ਭੇਜਦੇ ਹੁੰਦੇ ਸੀ ਕਿਤੇ। ਚਲੋ ਠੀਕ ਹੈ, ਕੋਈ ਗੱਲ ਨਹੀਂ, ਗੱਲਾਂ ਬਾਤਾਂ ਕਰਦੇ ਹਾਂ, ਬੜਾ ਕੁਛ ਹੁੰਦਾ। ਅਸੀਂ ਵੀ ਦਿੱਲੀ ਆਉਣਾ ਹੁੰਦਾ, ਤੁਸੀਂ ਕਿਤੇ ਸਾਡੇ ਕੋਲ ਆ ਗਏ, ਅਸੀਂ ਕਿਤੇ ਤੁਹਾਡੇ ਕੋਲ ਬਹਿ ਗਏ, ਆਉਂਦੇ ਜਾਂਦੇ ਚਾਹ ਪਾਣੀ ਹੈ, ਹੋਰ ਇੱਥੇ ਦੁਨੀਆ ਤੋਂ ਲੈ ਕੀ ਜਾਣਾ ਹੀ ਹੋ। ਹੁਣ ਆਪਾਂ ਮੋਗੇ ਚੱਲਦੇ ਹਾਂ। ਮੋਗੇ ਆਪਾਂ ਅੱਜ ਹੀ ਜਾਣਾ? ਅੱਜ ਹੀ ਚੱਲ ਜਾਂਦੇ ਹਾਂ, ਰੈਲੀ ਵੀ ਆ ਨਾ। ਹਾਂ, ਮੈਂ ਤਾਂ ਹੀ ਕਿਹਾ ਨਾ, ਮੋਗੇ ਅਕਾਲੀ ਦਲ ਨੇ ਆਪਣਾ 100 ਸਾਲਾਂ ਦਾ ਇਤਿਹਾਸ ਜਿਹੜਾ ਹੈ ਉਹਨੂੰ ਯਾਦ ਕਰਨਾ ਹੈ ਕਿ ਅਕਾਲੀ ਦਲ ਨੂੰ 100 ਸਾਲ ਮੁਕੰਮਲ ਹੋ ਗਏ। ਹੁਣ ਇੱਥੇ ਇੱਕ ਰੌਲਾ ਪੈਣਾ, ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਤਿਆਰੀਆਂ ਖਿੱਚੀਆਂ, ਕਈ ਦਿਨ ਹੋ ਗਏ ਪੰਡਾਲ ਲੱਗਦਾ, ਤੇ ਉਹ ਕਹਿੰਦੇ ਜੀ ਇਤਿਹਾਸਕ ਇਕੱਠ ਹੋਊਗਾ ਤੇ ਇਸ ਇਕੱਠ ਦੇ ਉੱਤੇ ਕਿਸਾਨ ਪ੍ਰਭਾਵ ਵੀ ਹੋਊਗਾ, ਯਾਨੀ ਉਹਨੂੰ ਕਿਸਾਨੀ ਰੰਗ ਦੇ ਵਿੱਚ ਵੀ ਅਕਾਲੀ ਦਲ ਰੰਗੂਗਾ, ਪੰਥਕ ਰੰਗ ਦੇ ਵਿੱਚ ਤਾਂ ਰੰਗਣਾ ਹੀ ਰੰਗਣਾ। ਵੱਡਾ ਇਕੱਠ ਹੋਣਾ ਜੀ, ਸਾਰੇ ਪੰਜਾਬ ਦੇ ਵਿੱਚੋਂ ਅਕਾਲੀ ਦਲ ਦੇ ਵਰਕਰ ਆਉਣਗੇ ਕਿ ਸ਼੍ਰੋਮਣੀ ਅਕਾਲੀ ਦਲ, ਐਤਕੀ ਤਾਂ ਪ੍ਰਚਾਰ ਵੀ ਇਹੀ ਹੈ ਨਾ ਕਿ ਇੱਕੋ ਹੀ ਪਾਰਟੀ ਹੈ ਜਿਹੜੀ ਪੰਜਾਬ 'ਚੋਂ ਚੱਲਦੀ ਹੈ। ਪਰ ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਉਹਨਾਂ ਨੇ ਇੱਕ ਸੈਮੀਨਾਰ ਕੀਤਾ, ਉਹ ਕਹਿੰਦੇ ਜੀ ਅਕਾਲੀ ਦਲ ਨੂੰ 100 ਸਾਲ ਹੋ ਗਏ ਆ ਤੇ ਅਸੀਂ ਉਹਨੂੰ ਸਮਰਪਿਤ ਆ ਸੈਮੀਨਾਰ ਕਰ ਰਹੇ, ਉਹਦੇ ਵਿੱਚ ਵਿਚਾਰਾਂ ਕੀਤੀਆਂ ਜਾ ਰਹੀਆਂ। ਉਹ ਕਈ ਕੁਛ ਹੋਰ ਹੀ ਕਹਿੰਦੇ ਸੀ। ਦੇਖੋ ਅਗਲੇ ਕਹਿਣਗੇ ਭਾਈ ਸਾਹਿਬ ਹੁਣ ਕਰਨ ਕੀ ਦੱਸੋ। ਹੁਣ ਰੌਲਾ ਸਿਰਫ ਇੱਥੇ ਜਾ ਕੇ ਇਹ ਪੈਣਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸਲੀ ਅਕਾਲੀ ਦਲ ਕਿਹੜਾ। ਹੁਣ ਕਾਰਨ ਹੈ ਵੀ 100 ਸਾਲ ਤਾਂ ਹਰੇ, ਮੈਂ ਤਾਂ ਇਸ ਗੱਲੋਂ ਵੀ ਹੈਰਾਨ ਆ ਵੀ ਸਿਰਫ ਦੋਵਾਂ ਨੇ ਸਮਾਗਮ ਕੀਤਾ, ਜੇ 2-3 ਹੋਰਾਂ ਨੇ ਵੀ ਕਰ ਦੇਣੇ ਆ। ਉਹਨਾਂ ਨੇ ਅਸਲੀ ਅਕਾਲੀ ਦਲ ਤਾਂ ਸਾਡਾ ਯਾਰ, ਇਹ ਥੋੜਾ ਅਸਲੀ ਅਕਾਲੀ ਦਲ ਵਾਲੇ ਹੈਗੇ।
ਫਿਰ ਮੁਸ਼ਕਿਲ ਇਹ ਹੋਣੀ ਆ ਵੀ ਉਹ ਆਪਣਾ 5 4 10 15 20 ਸਾਲ ਦੇ ਇਤਿਹਾਸ ਤੋਂ ਬਾਅਦ ਜਦੋਂ ਪਿਛਲਾ ਇਤਿਹਾਸ ਜੋੜਨਗੇ ਉਹ ਮੁੜ ਕੇ ਜੁੜਦਾ ਇੱਕੋ ਅਕਾਲੀ ਦਲ ਤੇ ਜਾ ਜੁੜਨਾ। ਤੇ ਜੇ ਕੋਈ ਵਾਕਈ ਸੰਜੀਦਾ ਉਹਨਾਂ ਦਾ ਵਰਕਰ ਸੋਚਣ ਬਹਿ ਜਾਵੇ ਜਾਂ ਕਿਸੇ ਸਿਆਣੇ ਬਾਪੂ ਕੋਲ ਪੁਰਾਣੇ ਕੋਲ ਜਿਹਨੇ ਜੇਲਾਂ ਜੂਲਾਂ ਕੱਟੀਆਂ ਹੋਣ ਉਹਦੇ ਕੋਲ ਬਹਿ ਕੇ ਸੁਣਨ, ਉਹਨੇ ਕਿਹਾ ਸੀ ਤੇ ਗੱਲ ਸਹੀ, ਇਹ ਬੰਦਾ ਵੀ ਠੀਕ ਕਹਿੰਦਾ, ਇਹ ਵੀ ਠੀਕ ਕਹਿੰਦਾ, ਇਹ ਵੀ ਠੀਕ ਕਹਿੰਦਾ। ਪਰ ਹੁਣ ਮੈਨੂੰ ਸਮਝ ਨਹੀਂ ਆਈ ਵੀ ਇਹਨਾਂ ਸਾਰਿਆਂ ਜੋ ਅਸਲੀ ਅਕਾਲੀ ਦਲ ਕਿਹਨੂੰ ਕਹੀਏ। ਮੈਨੂੰ ਅਸਲੀ ਨਕਲੀ ਦਾ ਨਹੀਂ ਪਤਾ। ਮੈਨੂੰ ਤਾਂ ਇੱਕ ਸਮਾਜਿਕ ਏਕਤਾ ਵਾਲੇ 9 ਮਾਸ ਦੇ ਰਿਸ਼ਤੇ ਦੀ ਗੱਲ ਚੇਤੇ ਆਉਂਦੀ ਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਦਾ 9 ਮਾਸ ਦਾ ਰਿਸ਼ਤਾ ਸੀ ਭਾਰਤੀ ਜਨਤਾ ਪਾਰਟੀ ਨਾਲ। ਹੋ ਸਕਦਾ ਹੈ ਕਿ 9 ਪੱਟ ਕੇ ਦੂਜੇ ਮਾਸ ਤੇ ਲੱਗ ਜਾਵੇ ਜੇ ਢੀਂਡਸਾ ਸਾਹਿਬ ਦਾ ਭਾਜਪਾ ਹੋ ਗਿਆ। ਰਿਸ਼ਤਾ ਹੀ ਉਹੀ ਰੱਖਣਾ ਹੀ ਹੈ। ਨਹੀਂ ਉਹ ਹੋਣਾ ਆ। ਆਪਾਂ ਅਜੇ ਹੁਣੇ ਗੱਲ ਕੀਤੀ ਵੀ ਸੀ, ਦੇਖੋ ਇਹ ਚਰਚਾ ਜੀ ਵੀ ਆ ਇਸ ਮਹੀਨੇ ਦੇ ਐਂਡ ਤੱਕ ਆਉਂਦਿਆਂ ਮੋਦੀ ਸਾਹਿਬ ਨੇ ਪੰਜਾਬ ਆਉਣਾ ਜੀ। ਹੁਣ ਮੋਦੀ ਸਾਹਿਬ ਨੇ ਜੇ ਪੰਜਾਬ ਆਉਣਾ, ਇਹ ਤੇ ਗੱਲ ਪੱਕੀ ਹੈ। ਜੇ ਆਪਾਂ ਪਿਛਲੇ ਉਹਨਾਂ ਦੇ 2014 ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਦੀ ਗੱਲ ਕਰੀਏ, ਜਿੰਨੀ ਵਾਰਾਂ ਵੀ ਉਹ ਜਿਹੜੀ ਵੀ ਸਟੇਟ ਦੇ ਵਿੱਚ ਇਲੈਕਸ਼ਨਾਂ ਹੋਣ, ਉੱਥੇ ਜਾ ਕੇ ਵੱਡਾ ਐਲਾਨ ਕਰਦੇ ਹੁੰਦੇ ਆ। ਮੇਰੇ ਕੋਲ ਬਹੁਤ ਵੱਡਾ ਪੈਕੇਜ ਦੇ ਤਾ। ਆਪਾਂ ਯੂਪੀ ਦੀ ਗੱਲ ਕਰ ਲਈ, ਮੇਰੇ ਖਿਆਲ ਨਾਲ 1.5 ਮਹੀਨਾ ਹੋ ਗਿਆ, ਉੱਥੇ ਕਿੰਨੇ ਏਮਸ ਖੋਲ੍ਹਣ ਦੀ ਗੱਲ ਚੱਲ ਪਈ ਸੀ। 31 ਘੰਟੇ ਹੁਣ ਰਹਿ ਕੇ ਆਏ ਉਹ। ਨਹੀਂ, ਉਸ ਤੋਂ ਬਾਅਦ ਏਅਰਪੋਰਟ ਆ ਦੇਖੋ, ਏਅਰਪੋਰਟ ਵੀ ਇਸ ਤਰ੍ਹਾਂ ਦਾ ਮਾਰਾ, ਉੱਥੇ ਤੱਕ ਰੋਡ ਵੀ ਬਣਾਤੀ ਵੀ ਜਹਾਜ਼ ਕਿਤੇ ਹੋਰ ਲਾਉਣਾ ਨਹੀਂ, ਇੱਥੇ ਹੀ ਉਤਰੂਗਾ। ਮਤਲਬ ਉੱਥੋਂ ਦੇ ਲੋਕ ਹੈਰਾਨ ਵੀ ਤੇਰਾ ਯੂਪੀ ਵੀ ਇਹ ਹੋ ਰਿਹਾ ਹੈ। ਮੈਂ ਤਾਂ ਸੋਚਦਾ ਸੀ ਵੀ ਹੁਣ ਜੇ ਐਡਾ ਵੱਡਾ ਕੰਮ ਜਿਹਦੇ ਬਾਰੇ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨ ਲੀਡਰ ਕਹਿੰਦੇ ਵੀ ਯਾਰ ਇਹ ਕੰਮ ਹੋ ਗਿਆ, ਚਲੋ ਉਹ ਤਾਂ ਕਹਿੰਦੇ ਆ ਵੀ ਬਾਬੇ ਨੇ ਕਰਾਤਾ, ਪਰ ਜੇ ਬੀਜੇਪੀ ਵਾਲੇ ਇਹ ਸਮਝਣ ਵੀ ਸਾਡੀ ਸਿਆਸਤ ਅਸੀਂ ਕਰਤਾ, ਤੇ ਫਿਰ ਉਹਨਾਂ ਦੀ ਸਿਆਸਤ ਇਹ ਕਿਹੜਾ ਵੀ ਉੱਥੇ ਮੁੱਕ ਗਈ। ਅਗਲੇ ਕੋਈ ਨਾ ਕੋਈ ਰੋਡ ਮੈਪ ਪਲਾਨ ਤੇ ਲੈ ਕੇ ਆਉਣਗੇ। ਤੇ ਜੇ ਮੰਨ ਲਓ ਪੰਜਾਬ ਆ ਕੇ ਹੋਰ ਕੁਛ ਨਹੀਂ, ਬੜੇ ਚਿਰ ਦਾ ਇੱਕ ਐਲਾਨ ਸੀ ਨਾ ਕਰਜ਼ਾ ਮਾਫੀ ਵਾਲਾ, ਜੇ ਕਿਤੇ ਉਹੀ ਕਰ ਗਏ। ਮੈਂ ਕਹਿੰਦਾ ਸੰਧਾਲੀਆ ਸਾਹਿਬ ਬੀਬੀ ਮੀਨਾਕਸ਼ੀ ਲੇਖੀ ਨੇ, ਜਿਨ੍ਹਾਂ ਦੇ ਘਰੇ ਪੰਗਾ ਵੀ ਕਿਸਾਨ ਲੀਡਰਾਂ ਦੇ ਨਾਲ ਪੈ ਗਿਆ ਸੀ, ਪਰ ਹੁਣ ਅਸੀਂ ਉਸ ਗੱਲ ਨੂੰ ਨਹੀਂ ਲੈਣਾ। ਉਹ ਮਿਨਿਸਟਰ ਨੇ ਤੇ ਮਿਨਿਸਟਰੀ ਵੀ ਉਹਨਾਂ ਦੇ ਕੋਲ, ਡਿਪਾਰਟਮੈਂਟ ਵੀ ਉਹੀ ਹੈ ਜਿਹੜਾ ਇੱਕ ਵਾਰੀ ਬੀਬੀ ਪ੍ਰਨੀਤ ਕੌਰ ਕੋਲ ਹੁੰਦਾ ਸੀ। ਹੁਣ ਬੀਬੀ ਮੀਨਾਕਸ਼ੀ ਲੇਖੀ, ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੇ ਕਦਮ ਨੇ ਨਾ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ, ਉਹ ਅੰਮ੍ਰਿਤਸਰ ਗਏ, ਦਰਬਾਰ ਸਾਹਿਬ ਮੱਥਾ ਟੇਕਿਆ, ਕੋਈ ਵਿਰੋਧ ਨਹੀਂ। ਹੁਣ ਕੋਈ ਵਿਰੋਧ ਨਹੀਂ ਕਰਦਾ ਸੀ, ਪਹਿਲਾਂ ਤੋਂ ਵੀ ਕਹਿੰਦੇ ਸੀ ਨਾ, ਰੌਲਾ ਪਾਉਂਦੇ ਸੀ ਕਿ ਭਾਈ ਇੱਕ ਵਾਰੀ ਇਹ ਕਾਨੂੰਨ ਵਾਪਸ ਲੈ ਲਓ ਯਾਰ, ਦੇਖਿਓ ਸਹੀ, ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਉਹ ਬੀਬੀ ਮੀਨਾਕਸ਼ੀ ਲੇਖੀ ਆਏ, ਦਰਬਾਰ ਸਾਹਿਬ ਮੱਥਾ ਟੇਕਿਆ ਵਧੀਆ ਤਰੀਕੇ ਨਾਲ। ਉਹਦੇ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਕੁਝ ਸਨਅਤਕਾਰ ਜਿਹੜੇ ਇੰਡਸਟਰੀਲਿਸਟ ਹੈ, ਛੋਟੇ ਕਾਰੋਬਾਰੀ, ਉਹਨਾਂ ਨਾਲ ਮੁਲਾਕਾਤ ਕੀਤੀ। ਫਿਰ ਜਲੰਧਰ ਆਏ, ਮੁਲਾਕਾਤ ਕੀਤੀ, ਮੰਡੀ ਗੋਬਿੰਦਗੜ੍ਹ ਗਏ, ਉੱਥੇ ਮੁਲਾਕਾਤ ਕੀਤੀ, ਲੁਧਿਆਣੇ ਮੁਲਾਕਾਤ ਕੀਤੀ। ਤੇ ਕਹਿੰਦੇ ਕਿ ਹਲਕਾ ਜਿਹਾ ਸੁਨੇਹਾ ਦੇ ਕੇ ਗਏ ਕੰਨ 'ਚ, ਬਸ ਆਪ ਤਿਆਰ ਰਹੀਏ, ਬੜਾ ਸੰਦੇਸ਼ਾ ਆने वाला है, करते हैं कुछ ना कुछ। ਤੇ 25-26 ਤਰੀਕ ਦੇ ਆਸ-ਪਾਸ ਜੇ ਪ੍ਰਧਾਨ ਮੰਤਰੀ ਸਾਹਿਬ 12 ਦਿਨ ਹੀ ਰਹਿੰਦੇ ਆ, ਉਦੋਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਜੇ ਇੱਕ ਵੱਡੇ ਇਕੱਠ ਦੇ ਵਿੱਚ ਪਤਾ ਲੱਗਿਆ ਕਿ ਲੁਧਿਆਣਾ ਤੇ ਪਟਿਆਲਾ ਤੋਂ 2 ਵੱਡੇ ਲੀਡਰ, ਹੋ ਸਕਦਾ ਹੈ ਕਿ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਹੋਣ, ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਪ੍ਰਧਾਨ ਮੰਤਰੀ ਸਾਹਿਬ ਦੀ ਹਾਜ਼ਰੀ 'ਚ ਫੜ ਸਕਦੇ ਆ। ਇਹ ਵੀ ਹੋ ਸਕਦਾ ਹੈ ਕਿ ਕੁਝ SGPC ਵਾਲੇ ਮੈਂਬਰ ਵੀ ਇੱਧਰਲੇ ਪਾਸੇ ਨੂੰ ਹੋਣ, ਕਈ ਹੋਰ ਪਾਰਟੀਆਂ ਦੇ ਬੰਦੇ ਵੀ ਆ ਸਕਦੇ। ਤੇ ਉਸ ਦਿਨ ਮੈਨੂੰ ਨਹੀਂ ਪਤਾ ਜੇ ਕਿਸਾਨਾਂ ਵਾਲੇ ਕਰਜ਼ੇ ਤੇ ਲੀਕ, ਪੰਜਾਬ ਦੇ ਕਰਜ਼ੇ ਤੇ ਸੌਰੀ, ਉਹ ਤੇ ਲੀਕ ਮਾਰ ਜਾਣ ਤਾਂ ਬਹੁਤ ਵੱਡੀ ਗੱਲ ਹੈ, ਪਰ ਸਨਅਤਕਾਰਾਂ ਦੇ ਲਈ, ਛੋਟੇ ਕਾਰੋਬਾਰੀਆਂ ਦੇ ਲਈ, ਦੁਕਾਨਦਾਰਾਂ ਦੇ ਲਈ ਕੋਈ ਬਹੁਤ ਵੱਡੀ ਰਾਹਤ ਦਾ ਐਲਾਨ ਹੋ ਸਕਦਾ। ਅਸੀਂ ਹਮੇਸ਼ਾ ਪਰਚੀ ਦਿੰਨੇ ਹੁੰਨੇ ਆ, ਇੱਕ ਪਰਚੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਲਈ ਹੋਰ, ਕਿ ਜੇ ਪੰਜਾਬ 'ਚ ਪੈਰ ਲਾਉਣੇ ਜੇ ਇੱਕ ਕੰਮ ਕਰ ਜਾਓ। ਉਹ ਕੰਮ ਕੀ ਹੈ? ਤੁਸੀਂ ਬਾਰ-ਬਾਰ ਇੱਕ ਸਕੀਮ, ਭਾਵੰਤਰ ਸਕੀਮ ਦਾ ਜ਼ਿਕਰ ਕਰਦੇ ਹੋ ਕਿ ਪ੍ਰਧਾਨ ਮੰਤਰੀ ਸਾਹਿਬ ਆਉਣ, ਪ੍ਰਧਾਨ ਮੰਤਰੀ ਸਾਹਿਬ ਆਉਣ ਤਾਂ ਪੰਜਾਬ ਦੀ ਲੀਡਰਸ਼ਿਪ ਉਹਨਾਂ ਨੂੰ ਪਹਿਲਾਂ ਕਹੇ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਕਲੀਅਰ ਕਰਕੇ ਜਾਇਓ, ਤੇ ਪ੍ਰਧਾਨ ਮੰਤਰੀ ਸਾਹਿਬ ਕਹਿ ਦੇਣ ਕਿ ਪੰਜਾਬ ਦੇ ਕਿਸਾਨਾਂ ਨੇ ਅੰਨ ਭੰਡਾਰ 'ਚ ਬਹੁਤ ਯੋਗਦਾਨ ਪਾਇਆ, ਅਗਲੇ ਪਿਛਲੇ ਗਿਲੇ ਸ਼ਿਕਵੇ ਭੁਲਾਓ, ਕਣਕ ਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਤੁਹਾਨੂੰ ਦਿੰਨੇ ਆ, ਗੰਨੇ ਦੀ ਕੀਮਤ ਤੁਹਾਨੂੰ ਦਿੰਨੇ ਆ, ਕਿਸਾਨੋ ਤੁਸੀਂ ਝੋਨਾ ਘਟਾ ਦਿਓ, ਤੁਸੀਂ ਬੀਜੋ ਮਾਂ ਮੋਠ, ਜਿੰਨੇ ਦਾਲਾਂ ਨੇ, ਜਿੰਨੇ ਤੇਲ ਨੇ ਤੇ ਬੀਜ ਨੇ ਤੇਲਾਂ ਵਾਲੇ, ਉਹ ਸਾਰੇ ਬੀਜੋ। ਸਾਡੇ ਕੋਲ ਇੱਕ ਸਕੀਮ ਹੈਗੀ ਹੈ, ਪਤਾ ਨਹੀਂ ਤੁਹਾਡੇ ਲਾਗੂ ਹੋਈ ਕਿ ਨਹੀਂ ਹੋਈ, ਆਪਾਂ ਪਿਛਲਾ ਭੁੱਲੀਏ। ਇੰਨਾ ਮੁੱਲ ਹੈ, ਤੁਸੀਂ ਦਾਲਾਂ ਬੀਜੋ, ਤੁਹਾਡੀ ਦਾਲ ਮੰਨ ਲਓ 5000 ਨੂੰ ਕੁਆਂਟਲ ਹੈ, ਤੁਹਾਡੀ ਵਿਕੇ 3000 ਨੂੰ, ਤੁਸੀਂ ਪੰਜਾਬ ਸਰਕਾਰ ਦੇ ਕੋਲ ਆਹ ਚਿੱਠੀ ਇਸ ਡਿਪਾਰਟਮੈਂਟ ਨੂੰ ਭੇਜ ਦਿਓ, ਬਾਕੀ ਬਚਦਾ 2000 ਮੇਰੀ ਜ਼ਿੰਮੇਵਾਰੀ ਹੈ, ਮੇਰੀ ਸਰਕਾਰ ਦੀ ਜ਼ਿੰਮੇਵਾਰੀ ਹੈ, ਅਸੀਂ ਉਹ ਪੈਸੇ ਦਿੰਨੇ ਆ। ਜਾਣੀ ਕਿ ਤੁਹਾਡੀ ਫਸਲ ਜਿੰਨੇ ਨੂੰ ਵਿਕੀ ਹੈ ਉਹਦੇ ਤੇ ਜਿਹੜਾ ਘੱਟੋ ਘੱਟ ਮੁੱਲ ਹੈ ਉਹਦੇ ਵਿਚਲਾ ਅੰਤਰ ਕੇਂਦਰ ਦੀ ਸਰਕਾਰ ਭਾਵ-ਅੰਤਰ ਸਕੀਮ ਨਾਲ ਪੂਰਾ ਕਰੇ। ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ 26 ਤਰੀਕ ਨੂੰ ਐਸੇ ਮਹੀਨੇ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਥੇ ਆ ਰਹੇ ਆ, ਆਹ ਕੰਮ ਪੂਰਾ ਕਰਾ ਦਿਓ। ਪਾਣੀ ਸਾਡਾ ਉੱਪਰ ਆਉਣ ਲੱਗ ਪਊ ਜਾਂ ਘੱਟੋ ਘੱਟ ਥੱਲੇ ਨਹੀਂ ਜਾਊ,
ਝੋਨੇ ਹੇਠ ਰਕਬਾ ਘਟ ਜੂ, ਜਿਹੜੀ ਖੱਜਲ ਹੁੰਦੇ ਸੀ ਕਿ ਭਾਈ ਲਿਫਟਿੰਗ ਨਹੀਂ ਹੁੰਦੀ, ਦਾਲਾਂ ਅਸੀਂ ਬੀਜਣ ਲੱਗ ਪੈਣਾ, ਕਿਸਾਨਾਂ ਨੂੰ ਪੂਰਾ ਮੁੱਲ ਮਿਲਣ ਲੱਗ ਜੂ। ਤੁਹਾਨੂੰ ਤਾਂ ਸਲੂਟ ਵੱਜਣੇ ਭਾਈ ਸਾਹਿਬ। ਨਹੀਂ ਬਿਲਕੁਲ ਵੱਜਣਿਆ। ਨਾਲੇ ਇੱਕ ਗੱਲ ਇਹ ਵੀ ਆਂਦਾ ਨਾ, ਇਹ ਕੋਈ ਜੱਗੋ ਤੇਰਵੀਂ ਗੱਲ ਨਹੀਂ, ਆਪਾਂ ਇਹ ਵੀ ਦੱਸ ਦਈਏ ਵੀ ਜੇ ਇਹਨਾਂ ਨੂੰ ਇਹ ਜਾਪਦਾ ਵੀ ਯਾਰ ਇਹ ਕਿਹੜੀ ਗੱਲ ਕਰੀ ਜਾਂਦੇ ਆ, ਉਹ ਕਿਸੇ ਵੇਲੇ ਹੁੰਦਾ ਨਾ ਪੰਜਾਬ ਦੀ ਲੀਡਰਸ਼ਿਪ, ਜਦੋਂ ਪੰਜਾਬ ਜਿਹੜੀ ਚੀਜ਼ ਹੁੰਦੀ ਨਹੀਂ ਉਹਦਾ ਪਤਾ ਕਿੱਥੋਂ ਲੱਗਣਾ। ਹਰਿਆਣੇ ਵਾਲੇ ਖੱਟਰ ਸਾਹਿਬ ਨੂੰ ਫੋਨ ਕਰ ਲੈਣ ਵੀ ਮਹਾਰਾਜ ਤੁਸੀਂ ਕਿਸੇ ਨੂੰ ਦਿੰਦੇ ਹੋ, ਕਿਉਂਕਿ ਉਹ ਦਾਅਵਾ ਕਰਦੇ, ਅਸੀਂ ਨਹੀਂ ਆਂਦੇ ਵੀ ਮਿਲਦਾ ਨਹੀਂ ਮਿਲਦਾ ਉੱਥੇ, ਉਹ ਦਾਅਵਾ ਕਰਦੇ ਵੀ ਅਸੀਂ ਦਿੰਦੇ ਹਾਂ। ਜਾਂ ਹੋਰ ਵੀ ਇੱਕ ਦੋ ਸਟੇਟਾਂ ਦੀ ਗੱਲ ਚੱਲਦੀ ਸੀ, ਇੱਥੇ ਬੀਜੇਪੀ ਦੀ ਸਰਕਾਰ ਹੈ ਤਾਂ ਉਹ ਕਹਿੰਦੇ ਵੀ ਅਸੀਂ ਦਿੰਦੇ ਹਾਂ। ਹੁਣ ਜੇ ਉਹ ਭਾਵ ਅੰਤਰ ਦੇ ਹਿਸਾਬ ਨਾਲ ਇਸ ਤਰ੍ਹਾਂ ਦਾ ਕੰਮ ਕਰ ਲੈਣ ਤੇ MSP ਵਾਲਾ ਜਿਹੜਾ ਮਸਲਾ ਉਹ ਵੀ ਤੇ ਹੱਲ ਹੋ ਹੀ ਗਿਆ ਇੱਕ ਤਰ੍ਹਾਂ ਨਾਲ, ਕਿਉਂਕਿ ਜੇ ਸਰਕਾਰ ਕਹਿੰਦੀ ਵੀ ਅਸੀਂ ਮਿਨੀਮਮ ਸਪੋਰਟ ਪ੍ਰਾइस ਦੀ ਗਰੰਟੀ ਦਿੰਦੇ ਹਾਂ ਤੇ ਰੌਲਾ तो यही पैदा नहीं भी यार वो मार्केट में तो 100 रुपया रेट है, आपने MSP 150 रख दी तो 50 कहाँ से आएंगे। 50 वो सरकार कहती भी यार तुसी अपनी 100 के हिसाब नाल चक लो, जिन्ना घट गया 50 साढ़े तो लै लिओ, ना तो सरकार ते बोझ पिया ना किसान मारिया गया। नहीं बहुत जरूरी है जानी बड़ा ये कुछ नहीं करन दी लोड़, रुपया भी एक बात नहीं लगना, स्कीम ऑलरेडी चलती है पंजाब च लागू कराउणी है, सेहरा भाजपा वाले तुसी लो एक काम कर लैण। ਕਿਉਂਕਿ ਉਹਦੇ ਵਿੱਚ ਇੱਕ ਗੇਮ ਹੈ ਵੀ ਸ਼ਾਇਦ ਪੈਸਾ ਥੋੜਾ ਜਿਹਾ ਪੰਜਾਬ ਸਰਕਾਰ ਨੂੰ ਪਾਉਣਾ ਪੈਣਾ ਤੇ ਥੋੜਾ ਕੇਂਦਰ ਸਰਕਾਰ ਨੇ ਪਾਉਣਾ। ਇਹ ਪਾਣਗੇ ਸੰਧਾਲੀਆ ਸਾਹਿਬ, ਇਹ ਪਾਣਗੇ। ਉਹ ਨਹੀਂ ਪਾਣਗੇ ਕਿੱਥੋਂ ਯਾਰ, ਉਹਨਾਂ ਦੇ ਕੋਲ ਕਰਜ਼ਾ ਬੜਾ ਹੈ, ਉਹ ਕਹਿੰਦੇ ਕਰਜ਼ੇ ਦੇ ਲੀਕ ਮਰਾਓ। ਪਿਛਲੇ 4 ਮਹੀਨਿਆਂ 'ਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੈਸੇ ਥੋੜੇ ਆ, ਨਹੀਂ ਕਿਹਾ। ਚੰਨੀ ਸਾਹਿਬ ਨੇ ਕਦੋਂ ਕਿਹਾ, ਕਹਿੰਦੇ ਬਜਟ ਬਥੇਰਾ ਹੈ। ਸਿੱਧੂ ਸਾਹਿਬ ਕਹਿੰਦੇ ਜੀ ਪੈਸਿਆਂ ਦਾ ਪ੍ਰਬੰਧ, ਉਹ ਯਾਰ ਕਿਸਾਨਾਂ ਲਈ ਸਾਰੇ ਕਰਨਗੇ। ਚਲੋ ਇੱਕ ਵਾਰੀ ਅਨਾਉਂਸਮੈਂਟ ਤਾਂ ਕਰਾਓ, ਮਾੜਾ ਜਿਹਾ ਗਾਂ ਤਾਂ ਤੋਰੀਏ ਭਰਾ ਗੱਲ। ਨਹੀਂ ਮੈਂ ਤਾਂ ਹੋਰ ਕਹਿੰਦਾ ਸੀ, ਮੈਂ ਤਾਂ ਕਹਿੰਦਾ ਸੀ ਵੀ ਜੇ ਉਹਨਾਂ ਨੂੰ ਇਹ ਗੱਲ ਲੱਗਦੀ ਤਾਂ ਉੱਥੇ ਇੱਕ ਬਿਆਨ ਦੇ ਦੇਣ ਵੀ ਇਹ ਅਸੀਂ ਸਾਰਾ ਕੁਝ ਕਰਨਾ ਚਾਹੁੰਦੇ ਸੀ, ਇਹ ਲੀਡਰ ਹਿੱਸਾ ਨਹੀਂ ਪਾਉਂਦੇ ਰਹੇ ਆਪਣਾ, ਤੁਸੀਂ ਸਰਕਾਰ ਹੀ ਸਾਡੀ ਬਣਾਓ, ਅਸੀਂ ਉੱਪਰਲਾ ਇੱਧਰਲਾ ਉੱਧਰਲਾ ਹਿੱਸਾ ਵੀ ਪਾ ਲੈਣਾ। ਉੱਥੇ ਕੰਮ ਸਕਰੀਨ ਲਾ ਦਿੰਦੇ ਹੁੰਦੇ ਬੀਜੇਪੀ ਵਾਲੇ, ਸਕਰੀਨ ਦੇ ਵਿੱਚ ਹੀ ਭਾਸ਼ਣ ਪਿਛਲੇ ਸਮੇਂ ਦਿਖਾਉਂਦੇ ਰਹੇ ਆ ਨਾ ਸਕਰੀਨਾਂ ਤੇ, ਸਕਰੀਨ ਲਾ ਦਿਓ, ਉਹ ਸਕੀਮ ਤੁਹਾਡੀ ਸਰਕਾਰੀ ਵੈਬਸਾਈਟ ਤੇ ਕਿੱਥੇ ਪਈ ਆ ਉੱਥੇ ਲਾਈਵ ਹੀ ਦਿਖਾ ਦਿਓ, ਉਹਦੇ ਵਿੱਚ ਪੰਜਾਬ ਸਰਕਾਰ ਨੇ ਕੀ ਕਰਨਾ ਹੈ ਲਾਈਵ ਦਿਖਾ ਦਿਓ। ਇੱਕ ਅੰਕੜਾ ਲੈ ਕੇ ਆਇਓ ਕਿ ਪਿਛਲੇ ਸਮੇਂ 'ਚ ਕਿਹੜੇ ਸੂਬੇ ਨੇ ਇਸ ਸਕੀਮ ਦਾ ਲਾਭ ਲਿਆ। ਮੈਂ ਕਹਿੰਦਾ ਕਿ ਤੁਹਾਡੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ। ਇੱਕ ਗੱਲ ਹੋਰ ਕਰਾਂ, ਅਜੇ ਵੀ ਇੱਕ ਗੱਲ ਹੋਰ ਕਰਨ ਵਾਲੀ ਹੈ, ਇੰਨੀਆਂ ਤੇ ਕਰਤੀਆਂ, ਮੈਨੂੰ ਇਸ ਨੂੰ ਬਾਕੀਆਂ ਨੂੰ ਪੁੱਛ ਲਓ ਯਾਰ ਇਹ ਕੀ ਗੱਲਾਂ ਪੈ ਕਰਦੇ ਨੇ ਯਾਰ। ਅੱਜ ਇੱਕ ਮੀਟਿੰਗ ਹੋਣੀ ਹੈ, ਉਹ ਮੀਟਿੰਗ ਹੋਏਗੀ ਜੀ ਪੰਜਾਬ ਦੇ ਕੁਝ ਚਿੰਤਕ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਵੀ ਸਰਗਰਮ ਰਹੇ। ਉਹ ਚਿੰਤਕ, ਉਹਨਾਂ ਦੇ ਵਿੱਚ ਕਲਾਕਾਰ ਨੇ, ਬੱਬੂ ਮਾਨ ਹੋਰੀ ਵੀ ਆ, ਬਹੁਤ ਸਾਰੇ ਚਿੰਤਕ, ਮੈਂ ਹੁਣ ਨਾਂ ਨਹੀਂ ਲੈਣੇ ਉਹਨਾਂ ਦੇ। ਉਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ। ਉਹਨਾਂ ਨੇ ਵੀ ਪੰਜਾਬ ਦੇ ਜਿਹੜੇ ਕੁਝ ਭਖਦੇ ਮਸਲੇ ਨੇ ਉਹਦਾ ਹੱਲ ਕਿੱਦਾਂ ਹੋ ਸਕਦਾ, ਹੁਣ ਪੰਜਾਬ ਸੈਂਟਰਿਕ ਕੰਮ ਕਰਨਾ ਹੈ। ਕਿਉਂਕਿ ਪਹਿਲਾਂ ਤਾਂ ਕੇਂਦਰ ਨਾ ਸੀ, ਉਹ ਕਹਿੰਦੇ ਸੀ ਜਦੋਂ ਜਿੱਤ ਕੇ ਆ ਜਾਓਗੇ ਨਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਕਿਹੜੇ ਮੁੱਦੇ ਚੱਲਣ, ਕਿੱਧਰਲੇ ਪਾਸੇ ਨੂੰ ਗੱਲ ਤੁਰੇ। ਅੱਜ ਉਹ ਪ੍ਰੈਸ ਕਾਨਫਰੰਸ ਹੈ, ਉਹਦੇ ਵਿੱਚ ਕਈ ਬੜੇ ਸੁਲਝੇ ਹੋਏ ਵਿਦਵਾਨ ਨੇ ਜਿਹੜੇ ਆਪੋ ਆਪਣੇ ਖੇਤਰ ਦੇ, ਕੋਈ ਐਗਰੀਕਲਚਰ ਇਕਨੋਮਿਕਸ ਦਾ, ਕੋਈ ਵਿੱਤੀ ਮਾਹਿਰ ਹੈ, ਅਰਥ ਸ਼ਾਸਤਰੀ ਹੈ, ਕੋਈ ਸਿਹਤ ਵਿਭਾਗ ਦਾ ਬੰਦਾ ਹੈ। ਬਹੁਤੇ ਬੰਦਿਆਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵਧੀਆ ਸੇਵਾਵਾਂ ਦਿੱਤੀਆਂ, ਬਹੁਤ ਸਾਰੇ ਮਾਡਲ ਬਣਾ ਕੇ ਦਿੱਤੇ ਹੋਏ ਹੈ। ਤੇ ਅੱਜ ਉਹ ਪ੍ਰੈਸ ਕਰ, ਮੈਂ ਨਹੀਂ ਕਹਿੰਦਾ ਕਿ ਉਹ ਕੰਮ ਬਹੁਤ ਵਧੀਆ ਹੋਣਾ ਜਾਂ ਕਿੱਦਾਂ ਹੋਣਾ, ਪਰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਨਾਰਾ ਸਾਨੂੰ ਬਹੁਤ ਵਧੀਆ ਲੱਗਦਾ ਹੁੰਦਾ ਹੈ, ਪਰ ਕਈ ਵਾਰੀ ਜਦੋਂ ਥੋੜ੍ਹਾ ਜਿਹਾ ਖੁੱਭ ਕੇ, ਥੋੜ੍ਹਾ ਜਿਹਾ ਚਿੰਤਨ ਕਰਕੇ ਗੱਲ ਦੇਖਣੀ ਪੈਂਦੀ, ਅੱਛਾ ਯਾਰ ਜੇ ਪਾਣੀ ਉੱਪਰ ਨੂੰ ਲਿਆਉਣਾ ਹੈ, ਜੇ ਜੰਗਲਾਤ ਵਿਭਾਗ ਦਾ ਖੇਤਰ ਵਧਾਉਣਾ ਹੈ, ਜੇ ਆਪਾਂ ਸਿਹਤ ਮਹਿਕਮੇ 'ਚ ਇੱਦਾਂ ਵਧੀਆ ਕਰਨਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਮਾਡਲ ਹੌਲੀ ਹੌਲੀ ਪੇਸ਼ ਕਰਾਂਗੇ। ਇੱਕ ਤਾਂ ਨਜ਼ਰਾਂ ਉੱਧਰ ਟਿਕੀਆਂ ਰਹਿਣੀਆਂ, ਦੂਸਰਾ ਭਲਕੇ ਓਫੀਸ਼ਲੀ ਜਿਹੜੇ 116 ਥਾਵਾਂ ਤੋਂ ਪੰਜਾਬ 'ਚ ਧਰਨੇ ਲੱਗੇ ਹੋਏ ਨੇ, ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਜਾਣਗੇ, ਉਹਨਾਂ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰਕੇ ਬਾਕਾਇਦਾ ਰਸਮੀ ਤੌਰ ਤੇ ਉਹ ਧਰਨੇ ਚੁਕਵਾਏ ਜਾਣਗੇ। ਨਾਲ ਹੀ ਪੰਜਾਬੀ ਉਹ ਟੋਲ ਵਾਲੇ ਟੀਕੇ ਲਈ ਤਿਆਰ ਹੋ ਜਾਓ। ਉਹਨੇ ਚਲੋ ਟੋਲ ਵਾਲਾ ਟੀਕਾ ਤਾਂ ਲੱਗਣਾ ਹੀ ਆਉਣਾ, ਇੰਨੇ ਚਿਰ ਦਾ ਬੰਦ ਸੀਗਾ, ਉਹ ਤਾਂ ਹੁਣ ਆਈ ਜਾਣੀ ਵਾਰੀ। ਬਾਕੀ ਇੰਨਾ ਜ਼ਰੂਰ ਹੈ ਵੀ ਜਿਹੜੀ ਗੱਲ ਮੈਂ ਸੋਚਦਾ ਸੀ ਯਾਰ ਪੰਜਾਬ ਦੇ ਵਿੱਚ ਕਿੰਨੇ ਸਥਾਨ ਆ ਜਿੱਥੇ ਕਈ ਮਹਾਂਪੁਰਖ ਰਹਿੰਦੇ ਆ, ਹੈ ਨਾ, ਉਹਨਾਂ ਦੇ ਥਾਂ ਥਾਂ 'ਤੇ ਮੈਂ ਵੇਖਿਆ ਵੀ ਲੀਡਰ ਸਾਹਿਬ ਵੀ ਜਾਂਦੇ ਹੁੰਦੇ ਆਸ਼ੀਰਵਾਦ ਲੈਣ। ਮੇਰੀ ਤਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਘੱਟੋ ਘੱਟ ਉਹਨਾਂ ਨੂੰ ਇਕੱਲਿਆਂ ਨੂੰ ਬਹਾ ਕੇ ਨਾ ਕਿਤੇ, ਉਹਨਾਂ ਦੇ ਜਿਹੜਾ ਕੋਈ ਨਾਲ ਸੇਵਾਦਾਰ ਹੋਣਾ ਵੀ ਤੁਸੀਂ ਬਾਹਰ ਬਹੁਤ ਇੱਕ 1 to 1 ਗੱਲ ਕਰਨੀ ਇਹਦੇ ਨਾਲ, ਉਹਨੂੰ ਵੈਸੇ ਪੁੱਛਣ ਵੀ ਤੂੰ ਕਿੰਨੇ ਕੁ ਪੈਸੇ ਜਮ੍ਹਾਂ ਕਰ ਲਿਆ, ਵੀ ਜੇ ਪਿਛਲੇ 10 ਸਾਲਾਂ 'ਚ 20 ਸਾਲਾਂ 'ਚ 30 ਸਾਲਾਂ 'ਚ ਕਿੰਨੀ ਕਮਾਇਆ ਜਮ੍ਹਾਂ ਕਰ ਲਈ ਜੀ। ਅਗਲਾ ਦੱਸ ਹੀ ਦੇਊਗਾ ਵੀ ਹਾਂਜੀ ਬਾਬਾ ਇਹ ਇੰਨੇ ਕੁ ਸੁੱਖ ਨਾਲ ਹੈ, ਕਿਉਂਕਿ ਉੱਥੇ ਨਹੀਂ ਝੂਠ ਬੋਲਿਆ ਜਾ ਸਕਦਾ। ਫਿਰ ਉਹਨੂੰ ਪੁੱਛਣ ਵੀ ਕੋਈ ਐਸਾ ਟਾਈਮ ਹੀ ਆਇਆ ਵੀ ਤੂੰ ਕੋਈ ਅੱਜ ਸ਼ਾਮ ਨੂੰ ਮਤਲਬ ਮੈਂ ਸਾਗ ਦੇ ਨਾਲ 100 ਦਾ ਨੋਟ ਖਾਣਾ ਹੀ ਹੈ ਨਾ, ਵੀ 2000 ਦੇ ਨੋਟ ਦੇ ਪਰੌਂਠੇ ਬਣਾ ਲਓ ਅੱਜ, ਹੈ ਨਾ, ਵੀ ਅਗਲਾ ਕਹੂਗਾ ਵੀ ਪੈਸੇ ਮੈਂ ਨੋਟ ਤਾਂ ਖਾਂਦਾ ਨਹੀਂ, ਤਾਂ ਮਤਲਬ ਵੀ ਖਾਣੀ ਤੇ ਰੋਟੀ ਹੈ, ਦਾਲ ਸਬਜ਼ੀ ਹੈ। ਅਤੇ ਜੇ ਉਨੇ ਪੈਸੇ ਇਕੱਠੇ ਕਰਨ ਤੋਂ ਬਾਅਦ ਵੀ ਵੱਧਦੇ ਜਾ ਰਿਹਾ ਅਤੇ ਉਹਦੇ ਬਾਵਜੂਦ ਵੀ ਜ਼ਿੰਦਗੀ ਗੁਜ਼ਰ ਬਸਰ ਹੋ ਰਹੀ ਹੈ, ਅਤੇ ਹੁਣ ਬਸ ਕਰੀਏ।
ਮਤਲਬ ਤੁਹਾਡਾ ਰੇਤ ਵਾਲਾ ਸੁਝਾਅ ਕੰਮ ਜਿਹੜਾ ਨਾ ਬਹੁਤ ਵਧੀਆ ਐ ਆ ਜਿੱਦਾਂ ਸਾਗ ਦੇ ਵਿੱਚ ਮੱਖਣ ਉੱਪਰ ਰੱਖਿਆ ਹੋਵੇ, ਹੌਲੀ ਹੌਲੀ ਤੜਦਾ ਐ ਜਾਵੇ ਕਬਲੀ ਵਾਲੇ ਪਾਸੇ। ਮੈਂ ਤਾਂ ਕਿਹਾ ਵੀ ਬਾਬਿਆਂ ਦੇ ਆਖੇ ਸ਼ਾਇਦ ਲੱਗ ਜਾਣ, ਹੋਰ ਤਾਂ ਕਿਤੇ ਲੱਗਦੇ ਨਹੀਂ। ਮੈਂ ਤੁਹਾਡੇ ਨਾਲ ਸਿਰਫ ਇੱਕ ਗੱਲ ਦੇ ਵਿੱਚ ਹੀ ਥੋੜੇ ਜਿਹੇ ਮੇਰੇ ਮਤਭੇਦ ਨੇ, ਨਹੀਂ ਉਹ ਰੱਖੋ, ਪਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਤਾਂ ਆਪਾਂ ਬੈਠੇ ਹਾਂ। ਮੈਨੂੰ ਐ ਲੱਗਦਾ ਕਿ ਜਦੋਂ ਉਹ ਮੰਤਰੀ ਸਾਹਿਬ ਆਉਣ, ਸਾਰਾ ਕੁਝ ਹੋਵੇ, 1 to 1 ਨਹੀਂ ਗੱਲ ਹੋਣੀ, ਸੰਗਤ ਬੈਠੀ ਹੋਣੀ ਹੈ, ਕਿਉਂਕਿ ਸੰਗਤ ਕਰਕੇ ਉਹਨਾਂ ਗਾਉਂਦੇ ਆ। ਉੱਥੇ ਬਸ ਇੱਕ ਮਾਈਕ ਲੀਡਰ ਸਾਹਿਬ ਨੂੰ ਦੇ ਦੇਣਾ ਕਿ ਇੱਥੇ ਬਹਿ ਜਾਓ, ਭਾਵੇਂ ਪੂਰਾ ਥੱਲੇ ਬਿਠਾ ਲਿਓ। ਆਪ ਉੱਥੇ ਕਹਿਣ ਜੀ ਗੱਲ ਇਹ ਹੈ, ਪਰਚਾ ਲਿਖ ਕੇ ਰੱਖ ਲੈਣ, ਜੇ ਨਹੀਂ ਤਾਂ ਬਹੁਤ ਸਾਰੇ ਵਿਦਵਾਨ ਸੱਜਣ ਹੈਗੇ ਆ ਕਿ ਪਾਣੀ ਵੀ ਆਪਾਂ ਬਚਾਉਣਾ ਹੈ, ਲੋਕਾਂ ਨੂੰ ਸਿਹਤ ਦੇਣੀ ਹੈ, ਸਾਡੇ ਨੌਜਵਾਨਾਂ ਦੇ ਕੁੱਟ ਪੈਂਦੀ ਹੈ, ਉਹਨਾਂ ਨੂੰ ਪੂਰੀ ਤਨਖਾਹ ਦੇਣੀ ਹੈ। ਲੀਡਰ ਸਾਹਿਬ ਮਾੜਾ ਜਿਹਾ ਬੋਲ ਕੇ ਦੱਸਿਓ ਕਿ ਤੁਹਾਡੇ ਕੋਲ ਇਹਦਾ ਕੋਈ ਪਲਾਨ ਹੈਗਾ, ਕਿਉਂਕਿ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਨਾ ਜਿਹੜੇ, ਉਹ ਲੋਕਾਂ ਦੇ ਸੰਗਤ ਦੇ ਬਣਾਏ ਹੋ ਆ, ਸੰਗਤ ਦੇ ਲਈ ਇਹ ਬਹੁਤ, ਕਿਉਂਕਿ ਲੀਡਰ ਨੇ ਕਿਸੇ ਨੇ ਚਰਨੀ ਹੱਥ ਲਾਤੇ, ਉਹਨਾਂ ਨੂੰ ਮੱਥਾ ਟੇਕਤਾ, ਇਹ ਕਹਿ ਦਿੱਤਾ ਕਿ ਆਸਥਾ ਬਹੁਤ ਹੈ, ਬਿਲਕੁਲ ਠੀਕ ਹੈ। ਉਹ ਨਿੱਜੀ ਤੌਰ ਦੇ ਉੱਤੇ ਆਸਥਾ ਹੋ ਸਕਦੀ ਹੈ, ਕਿਉਂਕਿ ਉਹ ਬੰਦਾ ਨਿੱਜੀ ਤੌਰ ਤੇ ਨਹੀਂ ਆਇਆ ਹੁੰਦਾ। ਉਹਦੀਆਂ ਖਬਰਾਂ ਇਹ ਛਪਣੀਆਂ ਕਿ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਜਾਂ ਇਸ ਪਾਰਟੀ ਦਾ ਪ੍ਰਧਾਨ ਗਿਆ। ਜੇ ਤਾਂ ਉਹ ਕਹਿਣ ਕਿ ਉੱਥੇ ਚਰਨਜੀਤ ਸਿੰਘ ਚੰਨੀ ਗਏ, ਸੁਖਬੀਰ ਸਿੰਘ ਬਾਦਲ ਗਏ, ਭਗਵੰਤ ਮਾਨ ਗਏ, ਕੋਈ ਦੋ ਰਾਏ ਨਹੀਂ, ਫੇਰ ਨਹੀਂ ਚਾਹੀਦਾ। ਜੇ ਇਹ ਕਹਿਣ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਗਏ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਏ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਗਏ, ਫੇਰ ਕਿਉਂਕਿ ਉਹ ਇੱਕ ਐਸਾ ਅਹੁਦਾ ਆਪਣੇ ਪਿੱਛੇ ਲਾ ਕੇ ਚੱਲਦੇ ਆ ਜਿੱਥੇ ਉਹ ਲੋਕਾਂ ਦੇ ਪ੍ਰਤੀ ਜਵਾਬਦੇਹ ਤੇ ਜ਼ਿੰਮੇਵਾਰ ਨੇ। ਤੇ ਉਸ ਵੇਲੇ ਅਸੀਂ ਧਾਰਮਿਕ ਆਗੂਆਂ ਨੂੰ, ਉਹਨਾਂ ਡੇਰੇ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਦੋਂ ਉਹ ਸਾਰੀਆਂ ਗੱਲਾਂ ਪੁੱਛਿਓ, ਤੇ ਜੇ ਇਕੱਲਾ ਮੱਥਾ ਟੇਕ ਕੇ ਲੰਗਰ ਛਕ ਕੇ ਉਹਨਾਂ ਨੇ ਚੱਲ ਜਾਣਾ, ਫੇਰ ਥੋੜ੍ਹਾ ਜਿਹਾ ਔਖਾ। ਤੁਸੀਂ ਮੇਰੀ ਗੱਲ ਹੀ ਨਹੀਂ ਫੋਲੋ ਕੀਤੀ। ਮੈਂ ਤਾਂ ਕਹਿੰਦਾ ਵੀ ਬਾਬਾ ਸ਼ਾਇਦ ਕੋਈ ਉਹਨੂੰ ਡਰਾ ਧਮਕਾ ਕੇ ਆ ਕੇ ਵੀ ਹੁਣ ਨਾ ਖਾਈ ਓਏ, ਬਥੇਰਾ ਖਾ ਲਿਆ ਤੂੰ। ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਨਹੀਂ ਕਿਹਾ ਜਾਂਦਾ ਨਾ। ਮੈਂ ਤਾਂ ਉਹ ਬੰਦ ਕਮਰਾ ਮੀਟਿੰਗ ਭਾਵੇਂ 15-20 ਮਿੰਟ ਕਰਕੇ ਸਹੁੰ ਨੇਮ ਅਗਲੇ ਕੋਲੋਂ ਦਵਾ ਕੇ ਵੀ ਭਾਈ ਸਾਹਿਬ ਤੈਨੂੰ ਅਸੀਂ ਸ਼ਰਾਪ ਦੇ ਦਿਆਂਗੇ ਜੇ ਤੂੰ ਹੁਣ ਕੀਤਾ, ਫਿਰ ਭਾਵੇਂ ਲੋਕਾਂ ਦੇ ਸਾਹਮਣੇ ਲੈਣ ਵੀ ਹੁਣ ਬੋਲ। ਅਗਲਾ ਕਹੇ ਜਿੱਦਾਂ ਬਾਬਾ ਜੀ ਕਹਿੰਦੇ ਜੀ ਉੱਦਾਂ ਹੀ ਸੈੱਟ ਆ। ਤੁਸੀਂ ਆਈਡੀਅਲੀ ਤੁਹਾਡੀ ਗੱਲ ਠੀਕ ਹੈ, ਪਰ ਕੀ ਸਹੁੰ ਜਿਹੜੀ ਹੈ ਉਹ ਮੰਨ ਲਓ ਕਿ ਸਹੁੰ ਖਾ ਲਈ ਆ, ਉਹ ਯਾਰ ਨਹੀਂ ਮੈਂ ਵੈਸੇ ਗੱਲ ਸਹੁੰ ਖਾ ਕੇ ਉਹ ਕੁਛ ਨਹੀਂ ਖਾਣਗੇ ਇਹਦੀ ਗਾਰੰਟੀ ਦਿੰਦੇ ਹੋ? ਮੈਂ ਫੇਰ ਇੱਕ ਵਾਰੀ ਦੁਹਰਾਉਣਾ, ਜੇ ਕੀ ਉਹ ਸਹੁੰ ਖਾ ਕੇ ਕੁਛ ਪੰਜਾਬ ਦਾ ਨਹੀਂ ਖਾਣਗੇ, ਕੀ ਗਾਰੰਟੀ ਦਿੰਦੇ ਹੋ? ਨਹੀਂ ਮੈਂ ਹੁਣ ਆਪਣੇ ਸ਼ਬਦ ਵਾਪਸ ਲੈ ਲਾਂ, ਕਿਉਂਕਿ ਸਹੁੰ ਤੇ ਹਰੇਕ ਚੀਜ਼ ਦੀ ਗੱਲ ਹੁੰਦੇ ਬੰਦੇ। ਉਦੋਂ ਬਾਅਦ ਮੁੜ ਕੇ ਕਹਿੰਦਾ ਯਾਰ ਇਦਾਂ ਕਰੀਏ, ਮੈਂ 2 ਸਹੁੰਆਂ ਹੋਰ ਖਾਣੀਆਂ। ਕਹਿੰਦਾ ਖਾਦੀ, ਕਹਿੰਦੇ ਵੀ ਉਹ ਜਿਹੜੀ ਮੈਂ ਸਹੁੰ ਖਾਧੀ ਸੀ ਨਾ, ਮੈਂ ਉੱਤੇ ਕੋਈ ਯਕੀਨ ਨਹੀਂ ਕਰਦਾ। ਔਰ ਚਲੋ ਕਿਸੇ ਤਰ੍ਹਾਂ ਹੋ ਜਾਵੇ, ਕੁੱਲ ਮਿਲਾ ਕੇ ਗੱਲ ਤਾਂ ਸਿਰਫ ਆਪਾਂ ਇਹ ਕਹਿ ਰਹੇ ਹਾਂ ਕਿ ਵੀ ਹੁਣ ਜਿਹੜਾ ਵੇਲਾ ਨਾ ਉਹ ਇਸ ਚੀਜ਼ ਦਾ ਆ ਗਿਆ ਵੀ ਯਾਰ ਜੇ ਸੂਬਾ ਬਿਲਕੁਲ ਹੀ ਡਾਵਾਂਡੋਲ ਹੋ ਕੇ ਖਤਮ ਹੋ ਚੱਲਿਆ ਸੀ, ਜੇ ਲੋਕ ਜਾਗਦੇ ਨੇ, ਲੋਕ ਹੁਣ ਸਵਾਲ ਪੁੱਛਦੇ ਨੇ, ਲੋਕਾਂ ਨੂੰ ਸਮਝ ਆ ਗਈ ਵੀ ਯਾਰ ਆਪਾਂ ਨੂੰ ਉੱਪਰ ਚੁੱਕਣਾ, ਤੇ ਜਿਨ੍ਹਾਂ ਨੂੰ ਲੀਡ ਕਰਨ ਦਾ ਮੌਕਾ ਦਿੱਤਾ, ਜਿਨ੍ਹਾਂ ਪਿਛਲੇ ਸਮੇਂ ਸ਼ਖਸ਼ਕਾ ਲਿਆ ਹੋਵੇ, ਸਾਰਾ ਕੁਝ ਸੈੱਟ ਕਰ ਲਿਆ, ਉਹੀ ਹੁਣ 10 ਸਾਲ ਪੰਜਾਬ ਦੇ ਨਾਂ ਲਾ ਦਿਓ, ਯਾਰ ਕੀ ਫਰਕ ਪੈਂਦਾ? ਨਹੀਂ ਬਿਲਕੁਲ ਸੰਧਾਲੀਆ ਸਾਹਿਬ, ਇੱਦਾਂ ਹੀ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਭਾਈ, ਇੱਕ ਕਰਿਓ, ਅਜੇ ਥੋੜੇ ਦਿਨ ਅਫਵਾਹਾਂ ਦੇ ਯਕੀਨ ਨਾ ਕਰਿਓ। ਕੋਈ ਗੱਲ ਨਹੀਂ, ਸਪਸ਼ਟੀਕਰਨ ਆ ਜਾਂਦੇ ਹੁੰਦੇ, ਕੰਮ ਕਲੀਅਰ ਹੋ ਜਾਂਦਾ ਹੁੰਦਾ। ਅਜੇ ਤਾਂ ਮੋਰਚਾ ਕੱਲ੍ਹ ਨੂੰ ਅਜੇ ਚੁੱਕਿਆ ਜਾਣਾ ਹੈ ਪੰਜਾਬ ਤੋਂ, ਅਜੇ ਦਿੱਲੀ ਜਿਹੜੇ ਸਫਾਈ ਕਰਦੇ ਉਹਨਾਂ ਮੁੜਨਾ ਹੈ। ਰਲ ਮਿਲ ਕੇ ਰਿਓ, ਭਾਈਚਾਰਕ ਸਾਂਝ ਦੇ ਤੌਰ ਤੇ ਰਿਓ। ਬਹੁਤ ਸ਼ੁਕਰੀਆ, ਧੰਨਵਾਦ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਤੁਸੀਂ ਉਹ ਲਾਈਕ ਵਾਲਾ ਬਟਨ ਵੀ ਦੱਬ ਦਿਓ, ਤੇ ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਸੁਝਾਅ ਹੋਵੇ, ਤੁਸੀਂ ਕੋਈ ਗੱਲ ਲਿਖਣੀ ਚਾਹੋ ਤਾਂ ਕਮੈਂਟ ਦੇ ਰੂਪ ਵਿੱਚ ਤੁਸੀਂ ਜ਼ਰੂਰ ਲਿਖੋ, ਕਿਉਂਕਿ ਇਸ ਵਕਤ ਜਿਹੜਾ ਮਾਹੌਲ ਚਾਲ ਆ ਉਹ ਹਰੇਕ ਜਾਗਦਾ ਸਿਰ ਜਿਹੜਾ ਉਹ ਇਹੀ ਉਡੀਕ ਕਰ ਰਿਹਾ ਵੀ ਕੁਛ ਨਾ ਕੁਛ ਅੱਛਾ ਹੋਵੇ, ਜਿਹਦੇ ਨਾਲ ਪੰਜਾਬ ਹੁਣ ਜੇ ਪੈਰਾਂ ਸਿਰ ਹੁੰਦਾ ਤੇ ਇੱਕ ਵਾਰ ਦੁਬਾਰਾ ਖੜ ਕੇ ਨਰੋਆ ਪੰਜਾਬ ਬਣ ਜਾਵੇ। ਇਸੇ ਆਸ ਉਮੀਦ ਦੇ ਨਾਲ ਆਪਾਂ ਹੁਣ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਮਿਸ਼ਨ TV, ਤੁਹਾਡਾ ਆਪਣਾ, ਤੁਹਾਡੇ ਲਈ।